ਪੰਜਾਬੀ ਸੱਥ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਇੱਕ ਵਾਰੀ ਫਿਰ ਮੈਂ ਤੇ ਮੇਰੇ ਨਾਲ ਨੇ ਬਲ ਅੰਮ੍ਰਿਤ। ਅੱਜ ਦੀਆਂ ਮਾਹੌਲ ਦੀਆਂ ਵੀ ਕਰਾਂਗੇ, ਕੋਈ ਪੁਰਾਣੀਆਂ ਵੀ ਕਰਾਂਗੇ। ਪੁਰਾਣੀਆਂ ਗੱਲਾਂ ਦਾ ਖਜ਼ਾਨਾ ਹੈਗੇ ਨੇ ਬਲ ਅੰਮ੍ਰਿਤਸਰੀ ਸਾਹਿਬ। ਸਵਾਗਤ ਕਰਦੇ ਇਹਨਾਂ ਦਾ ਪਹਿਲਾਂ ਤੇ ਫਿਰ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਬਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਸਾਰੇ ਦਰਸ਼ਕਾਂ ਨੂੰ ਜੀ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਵੀਆਂ ਪੁਰਾਣੀਆਂ ਗੱਲਾਂ ਕਰਾਂਗੇ ਜੀ, ਪੁਰਾਣੀਆਂ ਕਰਾਂਗੇ ਜੀ, ਕੁਝ ਪੜ੍ਹਿਆ ਤੇ ਕੁਝ ਜੋ ਸੁਣਿਆ ਬਿਲਕੁਲ। ਕਿਉਂਕਿ ਇਹ ਨਾ ਭਾਜੀ ਜਿਹੜਾ ਕਹਤਾ ਪੁਰਾਣੀਆਂ ਗੱਲਾਂ, ਤੁਸੀਂ ਇਹ ਸੋਚ ਲਓ ਵੀ ਹੋਣਾ ਘੱਟੋ ਘੱਟ 80-85 ਦਾ। ਪੁਰਾਣੀਆਂ ਦੀ ਸੈਂਸ ਇਹ ਹੈ ਕਿ ਜ਼ਿੰਦਗੀ ਬਹੁਤ ਤੇਜ਼ੀ ਨਾਲ ਅੱਗੇ ਵੱਧਦੀ ਹੈ, ਬਦਲੀ। ਤੁਸੀਂ ਜਿਹੜੀਆਂ ਗੱਲਾਂ ਪੁਰਾਣੀਆਂ ਆਪਾਂ ਕਹਿੰਦੇ ਆ ਉਹ ਬਹੁਤੀਆਂ ਪੁਰਾਣੀਆਂ ਨਹੀਂ ਹੈ। 10 ਸਾਲ ਪਹਿਲੇ ਦੀ ਗੱਲ ਵੀ ਜਿਹੜੀ ਆ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਪਤਾ ਹੀ ਨਹੀਂ। ਠੀਕ ਹੈ ਜੀ। ਇੱਕ ਤਾਂ ਚਲੋ ਮਾਹੌਲ ਹੈ ਜਿਹੜਾ ਉਹਨਾਂ ਨੂੰ ਪਤਾ ਲੱਗਣ ਨਹੀਂ ਦਿੰਦਾ, ਇੱਕ ਉਹ ਆਪ ਵੀ ਕਈ ਵਾਰੀ ਘੇਸਲ ਮਾਰ ਜਾਂਦੇ ਵੀ ਛੱਡੋ ਇਹਨਾਂ ਗੱਲਾਂ ਚੋਂ ਕੀ ਲੈਣਾ। ਠੀਕ ਹੈ ਜੀ। ਹੁਣ ਤਾਂ ਅਸੀਂ ਕੈਨੇਡਾ ਪਹੁੰਚ ਗਏ ਤੇ ਜਿਹੜੇ ਕੈਨੇਡਾ ਪਹੁੰਚ ਗਏ ਬਹੁਤ ਚੰਗੀ ਗੱਲ ਆ, ਪਰ ਪਿਛੋਕੜ ਜਿਹੜਾ ਉਹ ਯਾਦ ਰੱਖਣਾ ਚਾਹੀਦਾ। ਜੇ ਅਸੀਂ ਆਪਦਾ ਇਤਿਹਾਸ ਭੁੱਲ ਜਾਵਾਂਗੇ, ਜੇ ਆਪਦਾ ਪਿਛੋਕੜ ਭੁੱਲ ਜਾਵਾਂਗੇ, ਜੜ੍ਹਾਂ ਨੂੰ ਭੁੱਲ ਜਾਵਾਂਗੇ, ਤੇ ਫਿਰ ਬਹੁਤਾ ਚਿਰ ਉਹ ਗੱਲ ਬਣਦੀ ਨਹੀਂ, ਮਾਹੌਲ ਬਦਲ ਜਾਂਦਾ। ਤੁਸੀਂ ਕੈਨੇਡਾ ਦੀ ਗੱਲ ਕੀਤੀ ਹੈ ਜੀ, ਜਿਹੜੇ ਉੱਧਰ ਬੈਠੇ ਹੋਏ ਕਿਹੜਾ ਪੜ੍ਹਦੇ ਨੇ ਉਹ ਵੀ ਉੱਥੋਂ ਤੱਕ ਹੀ ਨੇ। ਹੁਣ ਜਾਂ ਤਾਂ ਕੋਈ ਆਈਲੈਟਸ ਤੱਕ ਰਹਿ ਗਿਆ, ਜਾਂ ਕਿਤੇ +2 ਕਰ ਲਈ, ਉਹ ਤੋਂ ਬਾਅਦ ਜੇ ਕੋਈ ਗ੍ਰੈਜੂਏਸ਼ਨ ਕਰਦਾ ਉੱਥੋਂ ਤੱਕ ਹੀ। ਕੋਸ਼ਿਸ਼ ਕਿਸੇ ਦੀ ਵੀ ਨਹੀਂ ਵੀਰ ਭਰਾ ਦੀ ਹੁੰਦੀ ਕਿ ਚਲੋ ਧਾਰਮਿਕ ਕਿਤਾਬਾਂ ਨੇ 2-4 ਉਹੀ ਪੜ੍ਹ ਲਈਏ, ਜਾਂ ਸਾਡਾ ਕੋਈ ਪੁਰਾਣਾ ਲੇਖਕ ਆ ਉਹਨੂੰ ਪੜ੍ਹ ਲਈਏ। ਅਵਲ ਪੜ੍ਹਨ ਵਾਲਾ ਤੇ ਵਰਕਾ ਹੀ ਪਾਟ ਗਿਆ। ਇੱਧਰ ਦੇਖਿਆ ਗੋਰੇ ਬੱਸ 'ਚ ਵੀ ਬੈਠੇ ਦੇ ਵਿੱਚ, ਬਿਲਕੁਲ ਪੜ੍ਹ ਰਹੇ ਹੁੰਦੇ ਆ, ਬੱਸ ਦੀ ਉਡੀਕ ਕਰਦੇ ਨਹੀਂ, ਪੜ੍ਹ ਰਹੇ ਹੁੰਦੇ ਆ। ਉਹਨਾਂ ਨੂੰ ਕਿਤੇ ਦੇਖ ਲਓ। ਤੇ ਸਾਡੇ ਵਾਲੇ ਮੈਂ ਤਾਂ ਅੱਜ ਮੋਬਾਈਲ ਨਾਲ ਹੀ ਨਹੀਂ ਲਿਆ, ਕਿਉਂਕਿ ਮੈਂ ਵੀ ਥੋੜ੍ਹਾ ਮੋਬਾਈਲ ਘੱਟ ਯੂਜ਼ ਕਰਦਾ। ਐਂ ਹੀ ਲੱਗੇ ਹੁੰਦੇ ਆ। ਮੈਨੂੰ ਇੱਕ ਦਿਨ ਇੱਕ ਬੰਦੇ ਦੀ ਗੱਲ ਚੇਤੇ ਆ ਗਈ ਕਿ ਕੋਈ ਲੇਡੀ ਸੀਗੀ, ਉਹ ਤੇ ਹਸਬੈਂਡ ਵਾਈਫ ਦੋਨੇ ਹੀ, ਉਹ ਕਿਤੇ ਸਬਜ਼ੀ ਲੈਣ ਗਏ ਤੇ ਉਹਨੂੰ ਕਹਿ ਰਹੀ ਆ ਵੀ ਤੁਸੀਂ ਵੇਖ ਲਓ ਚੰਗੀਆਂ ਚੰਗੀਆਂ ਸਬਜ਼ੀਆਂ। ਉਹ ਕਹਿੰਦਾ ਇਹ ਜਨਾਨੀਆਂ ਦਾ ਕੰਮ ਹੈ, ਮੈਂ ਚੰਗੀਆਂ ਕਹਿੰਦੇ ਨਹੀਂ, ਤੁਸੀਂ ਵੇਖੋ ਤੇ ਆਹ ਮੋਬਾਈਲ ਤੇ ਲੱਗੀ ਹੋਈ ਆ। ਅੱਛਾ, ਠੀਕ ਹੈ। ਉਹਨੇ ਵਿਚਾਰੇ ਨੇ ਕਰੇਲੇ ਲੈ ਲਏ ਤੇ ਲੈ ਕੇ ਜੋ ਤੁਰ ਪਏ ਤੇ ਕਹਿੰਦੀ ਫਿਰ ਕੀ ਲਿਆ ਜੇ? ਕਹਿੰਦਾ ਕਰੇਲੇ ਤਾਂ ਸਾਡੇ ਘਰ 'ਚ ਖਾਂਦੇ ਕੋਈ ਨਹੀਂ, ਚਲੋ ਵਾਪਸ। ਉਹ ਕਹਿੰਦਾ ਜਾਂ ਮੋਬਾਈਲ ਨੂੰ ਅੱਗ ਲਾ ਲਾ ਜਾਂ ਸਬਜ਼ੀ ਲੈ ਲਾ। ਠੀਕ ਹੈ। ਚਲੋ ਜੀ, ਮਾਹੌਲ ਦੇ ਨਾਲ ਨਾਲ ਵੀ ਰਹਿਣਾ ਪੈਂਦਾ। ਮੋਬਾਈਲ ਬਿਨਾਂ ਸ਼ੱਕ ਇਹਨੇ ਸਾਡੇ ਕੋਲੋਂ ਬਹੁਤ ਕੁਝ ਖੋਲਿਆ, ਪਰ ਇੱਕੋ ਇੱਕ ਛੋਟਾ ਜਿਹਾ ਇਹ ਜੰਤਰ ਹੈ ਜਿਹਦੇ 'ਚ ਸਾਰਾ ਕੁਝ ਸਮੋਇਆ ਹੋਇਆ। ਬਿਲਕੁਲ ਜੀ। ਠੀਕ ਹੈ ਜੀ। ਤੁਹਾਨੂੰ ਹੁਣ ਕੈਮਰਾ ਰੱਖਣ ਦੀ ਲੋੜ ਨਹੀਂ ਹੈ, ਮੋਬਾਈਲ ਹੀ ਤੁਹਾਡੀ ਫੋਟੋ ਖਿੱਚ ਦਿੰਦਾ। ਘੜੀ ਕੁੱਟ ਤੇ ਲਾਉਣ ਦੀ ਲੋੜ ਨਹੀਂ ਹੈ, ਟਾਈਮ ਤੁਹਾਨੂੰ ਆਪੇ ਦੱਸੀ ਜਾਂਦਾ। ਚਿੱਠੀ ਪੱਤਰ ਤੇ ਨੇ ਖੋਹ ਹੀ ਲਏ ਸਾਰੇ। ਹਾਂਜੀ। ਈਮੇਲਾਂ ਤੁਸੀਂ ਇੱਥੇ ਵੇਖ ਸਕਦੇ ਹੋ। ਰਿਸ਼ਤੇਦਾਰਾਂ ਨੂੰ ਕਹਿੰਦੇ ਹੁੰਦੇ ਸੀ, ਕੁਝ ਛੋਟੇ ਜਦੋਂ ਹੁੰਦੇ ਸੀ ਨਾ ਜੀ, ਕਹਿੰਦੇ ਹੁੰਦੇ ਸੀ ਵੀ ਜਦੋਂ ਫੋਨ ਤੇ ਤੁਸੀਂ ਗੱਲ ਕਰਦੇ ਆ, ਅਗਲੇ ਪਾਸੇ ਜਿਹੜਾ ਤੁਹਾਡੀ ਗੱਲ ਸੁਣਦਾ ਨਾ ਉਹਦੀ ਫੋਟੋ ਆਇਆ ਕਰਨੀ। ਲੱਗਦਾ ਹੁੰਦਾ ਸੀ ਵੀ ਯਾਰ ਇਹ ਐਵੇਂ ਗੱਲਾਂ ਜਿਹੀਆਂ ਮਰੀ ਜਾਂਦੇ ਨੇ ਲੋਕ, ਪਰ ਉਹ ਸਾਰਾ ਕੁਝ ਸੱਚ ਹੋ ਗਿਆ। ਯਾਨੀ ਕੁਛ ਵੀ ਸੱਚ ਹੋਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਹੈ। ਪਰ ਇੱਕ ਸੱਚ ਜਿਹੜਾ ਮੈਂ ਤੁਹਾਨੂੰ ਪੁੱਛਣਾ, ਉਹ ਦੱਸੋ ਜੀ, ਮੈਨੂੰ ਜਰਾ ਸਮਝਾਈਓ ਵੀ ਅਸੀਂ ਬੰਦੇ ਅਵੇਸਲੇ ਝੱਟ ਹੋ ਜਾਂਦੇ। ਅਵੇਸਲੇ ਸ਼ਬਦ ਸ਼ਾਇਦ ਮੈਂ ਪ੍ਰੋਪਰ ਨਹੀਂ ਯੂਜ਼ ਕੀਤਾ। ਅਸੀਂ ਹੋ ਜਾਂਦੇ ਜੀ, ਕਹਿ ਲਓ ਵੀ ਅੱਕ ਜਾਂਦੇ ਛੇਤੀ, ਥੱਕ ਜਾਂਦੇ ਛੇਤੀ। ਅੱਕਣ ਥੱਕਣ ਵਾਲੀ ਗੱਲ ਕਿ ਦੇਖੋ, 92 MLA ਇੱਕ ਪਾਰਟੀ ਦੇ ਜਿਤਾ ਕੇ ਤੇ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਵੱਲ ਨੂੰ ਤੋਰ ਦਿੱਤੇ। ਉਹ ਉੱਥੇ ਕੀ ਕਰਨਗੇ ਅਜੇ ਹੁਣ ਬਜਟ ਸੈਸ਼ਨ 'ਚ ਪਤਾ ਲੱਗ ਜਾਣਾ। ਠੀਕ ਹੈ ਜੀ। ਉਂਝ ਤਾਂ ਕੱਲ੍ਹ ਵਾਲਾ ਦਿਨ ਤਾਂ ਸ਼ਰਧਾਂਜਲੀਆਂ ਸਿੱਧੂ ਜੀ ਨੇ ਦਿੱਤੀਆਂ ਉਹਨਾਂ ਨੇ, ਹੁਣ ਕੀ ਕਰਨਗੇ ਉਹ ਪਤਾ ਲੱਗ ਜਾਊਗਾ। ਪਰ ਇੱਕ ਦੱਸਿਓ ਵੀ ਇਲੈਕਸ਼ਨ ਹੋਈ ਸੰਗਰੂਰ ਦੀ, ਲੋਕਾਂ ਨੇ ਅਕੇਵਾਂ ਜਿਹਾ ਦੱਸਿਆ ਆਪਦਾ, ਵੋਟਾਂ ਹੀ ਨਹੀਂ ਪਾਈਆਂ। ਕੀ ਕਾਰਨ ਲੱਗਦਾ? ਅਸਲ 'ਚ ਪਤਾ ਕੀ ਚੱਕਰ ਹੈ ਜੀ, ਸਾਡੇ 'ਚ 2 ਬੜੀਆਂ ਤਗੜੀਆਂ ਘਾਟਾਂ ਨੇ। ਸਾਡੇ 'ਚ ਮੈਂ ਤਾਂ ਕਿਹਾ ਕਿ ਮੈਂ ਵੀ ਵਿੱਚ ਇਨਵੋਲਵ। ਹਾਂਜੀ, ਆਪਾਂ ਨਾਲ ਹੀ ਹਾਂ। ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਨੂੰ ਉਹ ਗੱਲ ਫਿਰ ਲੰਬੀ ਹੋ ਜਾਣੀ। ਮੈਂ ਭਾਜੀ ਸੋਰੀ, ਕਿਉਂਕਿ ਭਾਜੀ ਨੇ ਕਿਹਾ ਸੀ ਕਿ ਫੋਨ ਵਰਤੋ ਸਰ, ਲੇਕਿਨ ਜਿੱਥੋਂ ਤੱਕ ਭਾਜੀ ਨੇ ਕਿਹਾ ਉੱਥੋਂ ਤੱਕ ਹੀ ਰਹੋ ਤੇ ਜ਼ਿਆਦਾ ਸੀਮਤ ਆ। ਕਿਉਂਕਿ ਤੁਸੀਂ ਆਪਣਾ ਉੱਤੇ ਮੈਸੇਜ ਪੜ੍ਹੋ, ਈਮੇਲਾਂ ਚੈੱਕ ਕਰੋ। ਜਦੋਂ ਅਸੀਂ ਸ਼ੀਮੇਲਾਂ ਚੈੱਕ ਕਰਨੀਆਂ ਸ਼ੁਰੂ ਕਰ ਦਿੰਦੇ ਨਾ, ਉਦੋਂ ਕੰਮ ਲੰਬਾ ਹੋ ਜਾਂਦਾ। ਉਹ ਸ਼ੀਮੇਲਾਂ ਚੈੱਕ ਕਰਦੇ ਕਰਦੇ ਫਿਰ ਕਈ ਵਾਰ ਅਸੀਂ 2-2 ਘੰਟੇ ਐਂ ਬਰਬਾਦ ਕਰ ਦਿੰਦੇ। ਈਮੇਲਾਂ ਚੈੱਕ ਕਰੋ, ਆਪਣੇ ਜਿਹੜੇ ਤੁਹਾਡੇ ਮੈਸੇਜ ਆਉਂਦੇ ਉਹ ਚੈੱਕ ਕਰੋ, ਫੋਨ ਸੁਣੋ, ਫੇਸਬੁੱਕ ਵਰਤਣੀ ਆ ਉੱਥੋਂ ਤੱਕ ਵਰਤੋ ਜਦੋਂ ਤੱਕ ਤੁਹਾਡੀ ਜ਼ਰੂਰਤ ਆ। ਫੇਸ ਨਾ ਉਹਦੇ ਤੇ ਆਉਣ ਲੱਗ ਪਏ ਵੀ ਉਹ ਕਹੇ ਵੀ ਦਫਾ ਹੋ ਕੰਜਰਾ, ਹੁਣ ਪਰਾਂ ਜਾ, ਤੂੰ ਮੈਨੂੰ ਇਹ ਤੇਰਾ ਫੇਸ ਹੀ ਛਪ ਗਿਆ ਇਹਦੇ ਤੇ। ਤੇ ਆ ਜਿਹੜੀ ਤੁਸੀਂ ਗੱਲ ਕੀਤੀ ਸੀ, ਇਹਦਾ ਮਤਲਬ ਹੀ ਇਹੀ ਹੈ, ਇਹਦੇ ਨਾਲ ਰਲਦਾ ਮਿਲਦਾ ਹੈ। ਅਸੀਂ ਜਾਂ ਤੇ ਬਤਾਤ ਹੀ ਕਰਦੇ ਨੇ ਹਰ ਚੀਜ਼ ਵੀ ਆਪਾਂ ਦੇਖਦੇ ਹਾਂ ਕਿ ਕੋਈ ਬੰਦਾ ਮਾੜਾ ਜਿਹਾ ਕਿਸੇ ਪਾਸੇ ਨੂੰ ਮੁੜਿਆ
ਤੇ ਕਿਆ ਬਾਤ ਆ, ਬੱਲੇ ਬੱਲੇ। ਜਿਵੇਂ ਆਪਾਂ ਸ਼ੁਰੂ 'ਚ ਗੁਰਦਾਸ ਮਾਨ ਜੀ ਨੇ ਉਹ ਜਦੋਂ, ਕਿਉਂਕਿ ਮੈਂ ਸਾਰਿਆਂ ਨਾਲ ਜੀ ਲਾਵਾਂਗਾ ਜੀ, ਤੁਸੀਂ ਜੋ ਮਰਜ਼ੀ ਲਾਓ ਕਿਉਂਕਿ ਸਾਰੇ ਸਤਿਕਾਰਯੋਗ ਨੇ। ਉਹਨਾਂ ਨੇ ਜਦੋਂ ਵਧੀਆ 4 ਗਾਣੇ ਗਾਏ ਜੀ, ਜਦੋਂ ਉਹਨਾਂ ਕਲਗੀਧਰ ਪਾਤਸ਼ਾਹ ਉਹਨਾਂ ਦੇ ਸਾਰੇ ਪਰਿਵਾਰ ਤੇ ਗਾਣਾ ਕੋਈ ਗਾਣਾ ਬੋਲਿਆ, ਆਪਾਂ ਬੱਲੇ ਬੱਲੇ ਸ਼ਾਵਾ ਸ਼ਾਵਾ ਕਰਾਤੀ। ਤੇ ਉਹਨਾਂ ਨੇ ਇੱਕ ਬੱਤੀ ਵਾਲੀ ਗੱਲ ਕੀਤੀ ਤੇ ਆਪਾਂ ਐਸਾ ਲਿਆ ਕੇ ਥੱਲੇ ਸੁੱਟਿਆ ਕਿ ਆਪਾਂ ਮਾਨ ਨੂੰ ਮੁੜ ਕੇ ਮਾਨ 'ਚ ਹੀ ਨਹੀਂ ਲੈਂਦਾ। ਨਹੀਂ, ਪਰ ਉਹ ਗੱਲ ਵੀ ਗਲਤ ਸੀ ਨਾ। ਨਹੀਂ ਭਾਜੀ, ਗੱਲ ਗਲਤ ਸੀ, ਲੇਕਿਨ ਆਪਣੀ ਤੁਹਾਨੂੰ ਉਹੀ ਮੈਂ ਤਾਂ ਕਹਿੰਦਾ ਟੋਟਲੀ ਗਲਤ ਸੀ, ਲੇਕਿਨ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਵੀ ਆਪਾਂ ਐ ਕਿਵੇਂ ਚੜਦੇ ਆ ਤੇ ਐ ਕਿਵੇਂ ਲਾਉਂਦੇ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਲੇਕਿਨ ਉਹ ਗਲਤ ਸੀ। ਉਸ ਗੱਲ ਬਦਲੇ ਆਪਾਂ ਉਸ ਬੰਦੇ ਨੂੰ ਝਾੜ ਝੰਬ ਕੇ ਮਾਫੀ ਦੇ ਸਕਦੇ, ਕਿਉਂਕਿ ਅਸਲ ਸਾਨੂੰ ਸਾਰੀ ਦੁਨੀਆ ਨੂੰ ਪਰਿਵਾਰ ਸਮਝਣਾ ਚਾਹੀਦਾ। ਅਸੀਂ ਸਮਝਦੇ ਨਹੀਂ। ਨਹੀਂ ਸਮਝਦੇ ਤਾਂ ਹੀ 92 ਜਿਤਾ ਕੇ ਭੇਜੇ ਇੱਥੇ। ਨਹੀਂ ਜੀ, ਉਹ ਤਾਂ 92 ਇਸ ਕਰਕੇ ਜਿਤਾ ਕੇ ਭੇਜੇ ਨਾ। ਬੱਲੇ ਬੱਲੇ ਉਹ ਜਿਹੜੀ ਤੁਹਾਨੂੰ ਹੁਣੇ ਗੱਲ ਦੱਸੀ ਵੀ ਬੱਲੇ ਬੱਲੇ ਕਿਆ ਬਾਤ ਹੈ, ਕਿਆ ਬਾਤ ਹੈ। ਕਾਂਗਰਸ ਕੱਖ ਨਹੀਂ ਕੀਤਾ, ਅਕਾਲੀਆਂ ਕੱਖ ਨਹੀਂ ਕੀਤਾ, BSP ਨੇ ਕੱਖ ਨਹੀਂ ਕੀਤਾ, ਕਾਮਰੇਡਾਂ ਕੱਖ ਨਹੀਂ ਕੀਤਾ, ਕਿਸਾਨਾਂ ਕੱਖ ਨਹੀਂ ਕੀਤਾ, ਬੱਲੇ ਬੱਲੇ ਸ਼ਾਵਾ ਸ਼ਾਵਾ ਚੜਾਤੇ। ਉਸ ਤੋਂ ਬਾਅਦ ਹੁਣ ਅਸੀਂ ਲਾਉਣ ਲੱਗੇ ਕਿਹੜਾ ਵੇਖਿਆ ਉਹ ਜੀ ਉਹਨੂੰ ਮੁੱਖ ਮੰਤਰੀ ਨੂੰ ਖਿੜਕੀ ਲਟਕਾਇਆ। ਯਾਰ ਮੇਰੀ ਇੱਕ ਪੰਜਾਬੀ 'ਚ ਗੱਲ ਸੁਣ ਲਓ, ਮੈਂ ਭਾਜੀ ਨਾਲ ਆਉਣਾ, ਮੇਰੀ ਇੱਛਾ ਮੈਂ ਭਾਜੀ ਨਾਲ ਗੱਡੀ 'ਚ ਬਹਿ ਕੇ ਆਵਾਂ, ਮੈਂ ਇਹਨਾਂ ਦੇ ਮਗਰ ਲੰਘ ਕੇ ਆਵਾਂ, ਮੈਂ ਕਿਤੇ ਲਿਖ ਕੇ ਆਵਾਂ, ਦੁਨੀਆ ਨੇ ਕੀ ਲੈਣਾ। ਨਹੀਂ, ਪਰ ਦੇਖੋ ਇੱਕ ਗੱਲ, ਤੁਸੀਂ ਉਹ ਸੰਗਰੂਰ ਵਾਲੀ ਇਲੈਕਸ਼ਨ ਦੀ ਗੱਲ ਹੀ ਕਰਦੇ ਤੇ ਇਲੈਕਸ਼ਨ ਕੈਂਪੇਨ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸਾਹਿਬ ਕੇਜਰੀਵਾਲ ਸਾਹਿਬ ਉੱਥੇ ਆਏ, ਰੋਡ ਸ਼ੋਅ ਕਹਿੰਦੇ ਜੀ ਉਹਨੂੰ, ਰੋਡ ਸ਼ੋਅ ਕਰਨ ਆਏ ਤੇ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹ ਲਟਕਦੇ ਸੀ ਕਾਰ ਦੇ ਵਿੱਚ, ਬਾਹਰਲੇ ਬੰਨੇ ਲਮਕਦੇ ਸੀ। ਪਰ ਮੈਨੂੰ ਲੱਗਦਾ ਕਿ ਇੱਕ ਹੋਰ ਕਾਰ ਉਦਾਂ ਦੀ ਅਰੇਂਜ ਕਰ ਲੈਣੀ ਚਾਹੀਦੀ ਸੀਗੀ, ਗੱਡੀ ਇੱਕ ਹੋਰ ਅਰੇਂਜ ਕਰ ਲੈਂਦੇ, ਇੱਕ 'ਚ ਭਗਵੰਤ ਮਾਨ ਹੁੰਦੇ, ਇੱਕ 'ਚ ਕੇਜਰੀਵਾਲ ਸਾਹਿਬ ਹੁੰਦੇ। ਹਾਂ, ਮੋਹਰੇ ਭਾਵੇਂ ਕੇਜਰੀਵਾਲ ਸਾਹਿਬ ਹੁੰਦੇ, ਪਿੱਛੇ ਭਗਵੰਤ ਮਾਨ ਹੁੰਦੇ, ਪਰ ਲਟਕਣਾ ਤਾਂ ਮੁੱਖ ਮੰਤਰੀ ਆ ਯਾਰ, ਆਫਟਰ ਆਲ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਉਹ ਲਟਕਣ ਡਿਆ ਉੱਥੇ। ਵੈਸੇ ਹੀ ਅਨਸੇਫ ਹੈ ਗੱਲ, ਉਂਝ ਮੁੱਖ ਮੰਤਰੀ ਦੇ ਅਹੁਦੇ ਨੂੰ ਵੀ ਕੋਈ ਸ਼ਾਨ ਵਾਲੀ ਗੱਲ ਨਹੀਂ ਆ। ਨਹੀਂ, ਇਹ ਤੇ ਵੇਖੋ ਮੈਂ ਇਹ ਗੱਲ ਕਹਾਂਗਾ, ਦੋ ਚੀਜ਼ਾਂ ਨੇ, ਦੋਨੇ ਪੱਖ ਨੇ। ਇੱਕ ਪੱਖ ਤੇ ਉਹ ਜੇ ਤੁਸੀਂ ਉਹਦੀ ਹੰਬਲਨੈਸ ਗਿਣੋ ਤੇ ਉਹਨੇ ਆਪਣੇ ਕੇਜਰੀਵਾਲ ਦਾ ਵੀ ਸਤਿਕਾਰ ਕੀਤਾ ਤੇ ਪਬਲਿਕ ਦਾ ਵੀ ਸਤਿਕਾਰ ਕੀਤਾ ਵੀ ਮੈਂ ਜੋ ਵੀ ਜਿਸ ਤਰੀਕੇ ਨਾਲ ਵੀ ਤੁਹਾਨੂੰ ਮਿਲ ਸਕਦਾ। ਨਹੀਂ, ਫਿਰ ਮੋਰੇ ਤੁਰ ਕੇ ਚੱਲ ਜਾਂਦਾ ਨਾ। ਤੇ ਜੇ ਗਿਣੋ ਘਟੀਆਪਣ ਗਿਣੋ, ਦੂਜੇ ਪਾਸੇ ਆ ਜਾਓ, ਦੋਵੇਂ ਪਾਸੇ ਨੇ, ਉਹ ਪੱਖ ਗਿਣੋ ਤੇ ਇੱਕ ਮੁੱਖ ਮੰਤਰੀ ਦਾ ਸਤਿਕਾਰ ਨਹੀਂ ਸੀ। ਉਹਦੀ ਸ਼ਾਨ ਦੇ ਬਰਾਬਰ ਗੱਲ ਨਹੀਂ ਹੈਗੀ, ਰੁਤਬੇ ਬਰਾਬਰ ਗੱਲ ਨਹੀਂ ਹੁੰਦੀ। ਕਈ ਵਾਰ ਹੁੰਦਾ ਵੀ DC ਜਾਂ ਜਿਹੜਾ ਜੱਜ ਹੋਵੇ ਆਪਣਾ ਕੋਰਟ 'ਚ, ਉਹ ਬਾਹਰ ਆ ਕੇ ਆਵਾਜ਼ਾਂ ਮਾਰ ਰਹੇ, ਫਲਾਣਾ ਸਿੰਘ ਆ ਜਾਓ। ਬਿਲਕੁਲ, ਜੱਜ ਦੀ ਡਿਊਟੀ ਨਹੀਂ ਹੈ, ਜੱਜ ਦੀ ਗਰਿਮਾ ਜ਼ੀਰੋ ਹੋ ਜਾਂਦੀ। ਉਸ ਪਾਸਿਓਂ ਵੇਖਿਆ ਜਾਵੇ ਤੇ ਜ਼ੀਰੋ ਵੀ ਆ। ਜੇ ਤੁਸੀਂ ਦੂਜੇ ਪਾਸਿਓਂ ਵੇਖਿਆ ਜਾਵੇ, ਕਿਉਂਕਿ ਜਦੋਂ ਅਸੀਂ ਕਿਸੇ ਬੰਦੇ ਨੂੰ ਚੁਣਦੇ ਆ ਨਾ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਿਹਦੇ ਨਾਲ ਯਾਰੀ ਲਾ ਲਈਏ ਨਾ ਉਹਦੇ ਐਬ ਨਾ ਵੇਖੀਏ। ਜੇ ਤੁਸੀਂ ਯਾਰੀ ਲਾਈ ਆ 5 ਸਾਲ ਵੇਖ ਲਓ, ਐਬ ਨਾ ਵੇਖੋ। ਉਹ ਆਂਦੇ ਨਾ ਵੀ ਯਾਰ ਦੀ ਯਾਰੀ ਵਾਲ ਵੇਖੋ, ਉਹਦੇ ਐਬਾਂ ਨਹੀਂ ਵੇਖਣਾ ਚਾਹੀਦਾ। ਇਹੀ ਚੀਜ਼ ਤੇ ਮੈਂ ਚੰਦ ਲਾਈਨਾਂ ਲਿਖ ਕੇ ਲਿਆ ਵੀ ਆਪਾਂ ਕਰਦੇ ਕੀ ਆ। ਜੋਗਾ ਸਿੰਘ ਜੋਗੀ ਨੇ 1984 ਤੋਂ ਲੈ ਕੇ ਸਿਰਫ ਉਹਨੇ ਜੂਨ 'ਚ ਕੈਸਟ ਨਹੀਂ ਕੱਢੀ, ਜੋਗਾ ਸਿੰਘ ਜੋਗੀ ਨੇ ਜੁਲਾਈ 'ਚ ਹੀ ਕੈਸਟ ਕੱਢ ਦਿੱਤੀ ਪਹਿਲੀ ਦਰਬਾਰ ਸਾਹਿਬ ਤੇ ਹਮਲੇ ਤੇ। ਉਸ ਤੋਂ ਬਾਅਦ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਅਕਾਲ ਤਖਤ ਦੀ ਗਰਿਮਾ ਕੀ ਸੀ ਉੱਤੇ ਕਿਹਾ ਵੀ ਢਾਹ ਲਿਆ ਵਿਧੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ, ਜਾਂ ਸ਼ਹੀਦਾਂ ਦੇ ਸਰਤਾਜ ਜੋ ਸੀ ਪੰਜਵੇਂ ਸਤਿਗੁਰੂ ਅਰਜਨ, ਇਹ ਸੀਤਲ ਸਾਹਿਬ ਦੀਆਂ ਲੈਣਾ ਉਹਨਾਂ ਨੇ ਸਾਰੀਆਂ ਗਾਈਆਂ ਸੀ, ਲੇਕਿਨ ਉਹਨਾਂ ਦੇ ਆਪਣੀਆਂ ਇਹਦੇ ਵਿੱਚ ਬੜੀਆਂ ਸੀਗੀਆਂ। ਇਹ ਜਿੰਨੇ ਢਾਡੀ ਲੱਗੀ ਸੀ ਇਹਨਾਂ ਇੰਨਾ ਜ਼ਿਆਦਾ ਸਾਡੇ ਸਿੱਖ ਇਤਿਹਾਸ ਨੂੰ, ਸਾਡੇ ਤੇ ਹੋਏ 84 ਦੇ ਹਮਲੇ ਨੂੰ, 78 ਦੇ ਨੂੰ ਵੀ, ਕਿ ਵਿੱਚ ਵਿਸਾਖੀ ਕਹਿਰ ਗੁਜ਼ਾਰਿਆ ਗੁਰਬਚਨ ਨਿਰੰਕਾਰੀ। ਕਈ ਮਤਲਬ ਮੈਂ ਹੀ ਸੁਣਦੇ ਰਿਹਾ ਉਸ ਟਾਈਮ ਤੇ ਜਿਹੜੀਆਂ ਚੀਜ਼ਾਂ, ਨਾਭੇ ਵਾਲੀਆਂ ਬੀਬੀਆਂ ਦਾ ਜਥਾ ਸਾਰੇ ਨੇ, ਉਹਨਾਂ ਨੇ ਇੰਨਾ ਕੁਝ ਉਦੋਂ ਗਾਇਆ ਸੀ। ਆਪਾਂ ਕਦੀ ਉਸ ਗੱਲ ਨੂੰ ਇਹਨਾਂ ਨਹੀਂ ਚੁੱਕਿਆ, ਕਿਉਂਕਿ ਗੋਲਿਆ ਇਸ ਕਰਕੇ ਨਹੀਂ, ਕਿਉਂਕਿ ਆਪਾਂ ਉਸ ਚੀਜ਼ ਨੂੰ ਉਸ ਪਾਸੇ ਖੜਨਾ ਨਹੀਂ ਚਾਹੁੰਦੇ। ਸੇਮ ਚੀਜ਼ ਸਿੱਧੂ ਮੂਸੇਵਾਲੇ ਨੇ ਇੱਕ ਜਟਾਣੇ ਵਾਲੀ ਲਾਈਨ ਗਾਈ, ਇੱਕ SYL ਦੀ ਲਾਈਨ ਗਾਈ। ਤੁਹਾਨੂੰ ਇਹ ਨਹੀਂ ਪਤਾ ਕਿ SYL ਤੇ ਪਹਿਲੇ ਚਾਰ ਵਾਰ ਗਾਣੇ ਆ ਚੁੱਕੇ। ਕਹਿੰਦੇ ਜਿਵੇਂ ਰੋਕ ਦਿੱਤੀ ਵਿੱਚ ਧਰੇਕਾਂ ਵਾਲਾ ਸਾਹਿਬ, ਇਹ ਲਾਈਨ ਉਹ ਕਦੇ ਤੁਸੀਂ ਢਾਡੀ ਰਾਗੀਆਂ ਦੀ ਉਹਨਾਂ ਦੇ ਕੈਸਟਾਂ ਸੁਣੋ, ਉਹਦੇ ਵਿੱਚ ਸਾਰਾ ਕੁਝ ਹੈਗਾ। ਬੜੀ ਘਟੀਆ ਘਟਨਾ ਸੀ। ਜਟਾਣਾ ਸਾਹਿਬ ਦੇ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਸਾੜੇ ਜਾਂਦੇ, ਸਾਡੇ ਲਾਗੇ ਬਟਾਲਾ ਆ, ਉੱਥੋਂ ਦਾ ਮੁੰਡਾ ਸੀਗਾ ਤੇ ਦੋਨੇ ਇੱਕ ਗੁਰਦਾਸਪੁਰ ਦਾ ਸੀ, ਇੱਕ ਅੰਮ੍ਰਿਤਸਰ ਦਾ ਸੀਗਾ, ਦੋਨੇ ਮੁੰਡੇ ਸੀ ਜਿਨ੍ਹਾਂ ਨੇ ਉਹ ਮਤਲਬ ਪੂਲੇ ਨੂੰ ਸਾੜਿਆ। ਪੂਲੇ ਦੀ ਹਿਸਟਰੀ ਪੂਰੀ ਦੀ ਪੂਰੀ ਉੱਤੇ ਕਿਤਾਬ ਲਿਖੀ ਪਈ ਹੈ। ਪੂਲੇ ਤੇ ਜਦੋਂ ਮਰਜ਼ੀ ਪੜ੍ਹੋ, ਜਿੱਡਾ ਕੋ ਪਾਪੀ ਸੀਗਾ, ਜਿੱਡਾ ਉਹ ਕੰਜਰ ਸੀਗਾ, ਮਤਲਬ ਬੰਦਿਆਂ ਦੇ ਟੁਕੜੇ ਕਰਕੇ ਪਾਣੀ 'ਚ ਉਬਾਲ ਕੇ ਫਿਰ ਮੱਛੀਆਂ ਨੂੰ ਸੁੱਟਣੇ ਬਿਆਸ ਦਰਿਆ 'ਚ।
ਪੂਲਾ ਬੇਸਿਕਲੀ ਉਹਦਾ ਨਾਮ ਸ਼ਾਇਦ ਹਰਜਿੰਦਰ ਸਿੰਘ ਕੀ ਕੁਛ ਸੀਗਾ, ਲੁਧਿਆਣੇ ਦਾ ਸੀਗਾ, ਵਿਚਾਰਾ ਕਿਸੇ ਨੂੰ ਚਾਕੂ ਮਾਰ ਬੈਠਾ। ਇਹਨਾਂ ਲੀਡਰਾਂ ਹੀ ਤੁਹਾਡਿਆਂ ਉਸ ਟਾਈਮ ਮੌਕੇ ਦੇ ਲੀਡਰ, ਚਾਹੇ ਉਹ ਬਾਦਲ ਸਾਹਿਬ ਸੀ ਚਾਹੇ ਉਹ ਕਾਂਗਰਸ ਸੀ, ਇਹਨਾਂ ਚੁੱਕ ਕੇ ਉਹਨੂੰ ਪੂਲਾ ਨਿਹੰਗ ਸਾਜਿਆ। ਉਹਨੂੰ ਭਾਈ ਤਾਰੂ ਸਿੰਘ ਜੀ ਦਾ ਗੁਰਦੁਆਰਾ ਸੀਗਾ ਜਿੱਥੇ ਪਹਿਲੀ ਵਾਰ ਇਹਨਾਂ ਨੇ ਲਿਆ ਕੇ ਬਾੜਤਾ, ਕਬਜ਼ਾ ਕਰਵਾਤਾ। ਉਦੋਂ ਬਾਅਦ ਕੀ ਹੁੰਦਾ ਜੀ, ਪੂਲੇ ਪਿੰਡ ਵਾਲੇ ਗੁਰਦੁਆਰੇ ਤੇ ਵੀ ਉਹ ਕਬਜ਼ਾ ਕਰ ਲੈਂਦਾ। ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਪੋਹਵਿੰਡ ਸਾਹਿਬ ਵਾਲਾ, ਉੱਥੇ ਵੀ ਕਬਜ਼ਾ ਕਰ ਲੈਂਦਾ। ਚਲੋ ਇਹ ਗੱਲਾਂ ਲੰਮੀਆਂ ਚੌੜੀਆਂ ਹੋ ਜਾਣ, ਤੁਹਾਨੂੰ ਪੂਲੇ ਤੇ ਕਿਸੇ ਦਿਨ ਲੰਮੀ ਹਿਸਟਰੀ ਸੁਣਾਵਾਂਗੇ ਕਿਉਂਕਿ ਮੈਂ ਉਹਦੀ ਇੱਕ ਸਾਰੀ ਕਿਤਾਬ ਪੜ੍ਹੀ ਆ। ਉਸ ਬੰਦੇ ਨੂੰ ਜਦੋਂ ਇੰਨਾ ਕੁਝ ਹੁੰਦਾ ਸੀ, ਤੁਸੀਂ ਕੀ ਸੋਚਦੇ, ਉਦੋਂ ਹਥਿਆਰ ਨਹੀਂ ਸੀ। ਉਦੋਂ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਤੇ 2-3 ਫੋਰਸਾਂ ਹੋਰ ਸੀਗੀਆਂ, ਸਾਰੇ ਕੋਲ ਹਥਿਆਰ ਸੀ। ਲੇਕਿਨ ਪੂਲੇ ਨੂੰ ਮਾਰਿਆ ਕਿਉਂ ਨਹੀਂ ਗਿਆ? ਕਿਉਂਕਿ ਇਹ ਤੁਸੀਂ ਕਦੇ ਜ਼ਿੰਦਗੀ 'ਚ ਸੋਚਿਓ ਵੀ ਸਾਰਾ ਕੁਝ ਆਪਸ 'ਚ ਰਲ ਮਿਲ ਕੇ ਹੁੰਦਾ ਸੀ। ਇਹ ਕੁਝ ਗੱਲਾਂ ਹੈਗੀਆਂ ਸੀ ਜਿਹੜੀਆਂ ਅੱਜ ਕੱਲ੍ਹ ਚਰਚਾ 'ਚ ਬਹੁਤ ਹੈ। ਅਸੀਂ ਭਾਵੇਂ ਬਹੁਤੀਆਂ ਖਿੱਦੋ ਦੀਆਂ ਲੀਰਾਂ ਨਾ ਫਰੋਲੀਏ, ਪਰ ਤੁਹਾਡੇ ਨਾਲ ਇੱਕ ਜ਼ਰੂਰ ਯਾਦ ਤੁਹਾਨੂੰ ਕਰਾਉਣ ਵਾਲੀ ਗੱਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਚਰਚਾ ਹੋ ਰਹੀ ਹੈ। ਇਲੈਕਸ਼ਨ ਹੋਈ ਹੈ, ਉਹਦੀ ਵੀ ਗੱਲ ਅਸੀਂ ਕੀਤੀ ਤੇ ਭਗਵੰਤ ਮਾਨ ਬਾਰੇ ਵੀ ਗੱਲ ਕੀਤੀ ਤੇ ਸਿਮਰਨਜੀਤ ਸਿੰਘ ਮਾਨ ਦੀ ਵੀ ਕਰਦੇ ਹਾਂ। ਪਰ ਨਾਲ ਦੀ ਨਾਲ ਜਿਹੜਾ ਤੁਸੀਂ ਗੁਰਦਾਸ ਮਾਨ ਦੀ ਗੱਲ ਕਰਕੇ ਤੇ ਫਿਰ ਸਿੱਧੂ ਮੂਸੇਵਾਲੇ ਦੇ ਤਾਜ਼ੇ ਗੀਤ ਜਿਹੜੀ SYL ਦੀ ਗੱਲ ਕੀਤੀ ਆ, ਉਹਦੇ ਪਿੱਛੇ ਕੀ ਘਟਨਾਵਾਂ, ਗੀਤ ਨੂੰ ਸੁਣ ਕੇ, ਗੀਤ ਦੇ ਬਾਰੇ ਜਾਣ ਕੇ ਕਈ ਵਾਰੀ ਅਸੀਂ ਜਜ਼ਬਾਤੀ ਹੋ ਜਾਂਦੇ। ਬਿਲਕੁਲ ਜੀ, ਜਿਵੇਂ ਉਹਨਾਂ ਨੇ ਇੱਕ ਮੈਂ ਲਾਈਨਾਂ, ਮੈਂ ਖੈਰ ਪੂਰਾ ਗੀਤ ਤਾਂ ਨਹੀਂ ਸੁਣਿਆ, ਜਦੋਂ ਕਦੀ ਮੌਕਾ ਮਿਲੇ ਵਿੱਚ ਮੈਂ ਸੁਣਿਆ। ਉਹਦੇ ਵਿੱਚ ਇੱਕ ਉਹ ਲਾਈਨਾਂ ਆਈਆਂ ਜਦੋਂ ਝੰਡਾ ਚਾੜਿਆ ਤੇ ਉਹ ਦੂਜੇ ਬੱਬੂ ਮਾਨ ਬਾਰੇ, ਬੱਬੂ ਮਾਨ ਦੀ ਗੱਲ ਕੀਤੀ। ਇਹ ਹਰ ਕਲਾਕਾਰ ਦੀ ਇਹਨੂੰ ਮਹਾਨ ਨਹੀਂ ਗਿਣਿਆ ਜਾਂਦਾ। ਮੈਂ ਮੂਸੇਵਾਲੇ ਦੀ ਮਹਾਨਤਾ ਨਹੀਂ ਕਹਾਂਗਾ ਕਿ ਤੁਸੀਂ ਕਿਸੇ ਬੰਦੇ ਨੂੰ ਟਾਰਗੇਟ ਕਰਕੇ, ਜੇ ਬੱਬੂ ਮਾਨ ਵੀ ਇਸ ਤਰ੍ਹਾਂ ਕਰਦਾ ਤਾਂ ਉਹ ਬੱਬੂ ਮਾਨ ਦੀ ਮਹਾਨਤਾ ਨਹੀਂ ਕੀ। ਮੈਂ ਨਾ, ਕਿਉਂਕਿ ਮੈਂ ਦੋਨਾਂ ਚੋਂ ਕਿਸੇ ਦਾ ਫੈਨ ਨਹੀਂ ਗਾ, ਮੈਂ ਕਿਸੇ ਇਹਨਾਂ ਕਲਾਕਾਰਾਂ ਦਾ ਫੈਨ ਨਹੀਂ ਗਾ ਜੀ। ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਮੈਂ ਫੈਨ ਸਾਂ ਸੋਹਣ ਸਿੰਘ ਸੀਤਲ ਜੀ ਦਾ, ਮੈਂ ਫੈਨ ਸਾਂ ਜੋਗਾ ਸਿੰਘ ਜੋਗੀ ਦਾ, ਮੈਂ ਫੈਨ ਸਾਂ ਢਾਡੀਆਂ ਦਾ, ਕਿਉਂਕਿ ਉਹ ਇਤਿਹਾਸ ਦੱਸਦੇ ਸੀ ਤੇ ਸੱਚ ਦੱਸਦੇ, ਫੈਕਟ ਦੱਸਦੇ ਸੀ ਤੇ ਉਹਨਾਂ ਦੇ ਇਸ ਕਰਕੇ ਫੈਨ ਸਾਂ। ਕੁੱਲ ਮਿਲਾ ਕੇ ਵੀ ਜਜ਼ਬਾਤੀ ਹੋ ਕੇ ਅਸੀਂ ਕਈ ਵਾਰੀ ਇਹੋ ਜਿਹਾ ਕੰਮ ਕਰਦੇ, ਇਹੋ ਜਿਹੀਆਂ ਗੱਲਾਂ ਕਰਦੇ ਆ ਜਿਹੜੀਆਂ ਦੂਜਿਆਂ ਨੂੰ ਬਿਨਾਂ ਵਜ੍ਹਾ ਤੰਗ ਕਰਨ, ਪਰੇਸ਼ਾਨ ਕਰਨ। ਹਾਂ, ਲੇਕਿਨ ਤੁਹਾਡੀ ਗੱਲ ਭਾਜੀ ਕੱਟੀ ਜਾਂਦੀ, ਲੇਕਿਨ ਇੱਕ ਗੱਲ ਦਾ ਖਾਸ ਖਿਆਲ ਰੱਖਿਆ ਕਰੋ, ਵਧੀਆ ਗਾਇਆ ਬੰਦੇ ਨੇ, ਵਧੀਆ ਲਿਖਿਆ ਸਭ ਕੁਝ। ਚਲੋ ਪਰਮਾਤਮਾ ਉਹਨੂੰ ਉਹਦੀ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਉਹਦੀ ਇੱਜ਼ਤ ਦੇ ਨਾਲ ਇੱਜ਼ਤ ਰੱਖੋ। ਇੱਥੇ ਬਿਠਾਉਣਾ ਜਿਹੜਾ ਨਾ, ਸਵਾਏ ਗੁਰੂ ਤੋਂ ਸਾਡੇ ਤੋਂ ਕੋਈ ਨਹੀਂ ਇੱਥੇ ਬਹਿ ਸਕਦਾ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਸਾਰਾ ਕੁਝ ਪੜ੍ਹੋ। ਉਹਦੇ ਵਿੱਚ ਗੁਰੂਆਂ ਨੇ ਕਿਤੇ ਇਹ ਲਿਖਿਆ ਵਾ ਕਿ ਜਿਹੜਾ ਦੂਜੇ ਦੀ ਨਿੰਦਿਆ ਕਰਦਾ ਉਹ ਵੱਡਾ ਆ। ਸਾਡੇ ਕਿਤੇ ਕਿਸੇ ਗ੍ਰੰਥ 'ਚ ਕੋਈ, ਗੁਰੂ ਗ੍ਰੰਥ ਸਾਹਿਬ ਦੇ ਸਾਰੇ 1430 ਜਿੰਨੇ ਪੰਨੇ ਨੇ ਸਾਰੇ ਪੜ੍ਹ ਲੋਗੇ ਨਾ ਜਦੋਂ, ਉਹਦੇ ਵਿੱਚ ਕਿਸੇ ਤੇ ਵੀ ਲਿਖ ਲਿਓ, ਕਿਸੇ ਨੇ ਪੜ੍ਹਨ ਤੋਂ ਬਾਅਦ ਇਹ ਦੱਸ ਦਿਓ ਮੈਨੂੰ ਵੀ ਉਹਨਾਂ ਨੇ ਕਿਤੇ ਲਿਖਿਆ ਜੀ ਫਲਾਣੇ ਇਸ ਤਰ੍ਹਾਂ। ਤੇ ਜਦੋਂ ਗੁਰੂ ਸਾਹਿਬ ਦਾ ਟਾਈਮ ਸੀਗਾ, ਗੁਰੂ ਅਰਜਨ ਦੇਵ ਜੀ ਦਾ, ਵਿਰੋਧਤਾ ਉਦੋਂ ਵੀ ਹੋਈ। ਫਿਰ ਵਿਰੋਧਤਾ ਗੁਰੂ ਅਰਜਨ ਦੇਵ, ਗੁਰੂ ਰਾਮਦਾਸ ਜੀ ਤੋਂ ਸ਼ੁਰੂ ਹੋ ਗਈ ਸੀ ਤੇ ਗੁਰੂ ਅਰਜਨ ਦੇਵ, ਫਿਰ ਗੁਰੂ ਹਰਗੋਬਿੰਦ ਸਾਹਿਬ ਤੱਕ ਇਹ ਵਿਰੋਧਤਾ ਚੱਲਦੀ ਰਹੀ, ਚੱਲਦੀ। ਇਹ ਸਾਡੀ ਜਿਹੜੀ ਵਿਰੋਧਤਾ ਸੀਗੀ, ਜਿਵੇਂ ਅਸੀਂ ਕਹਿੰਦੇ ਪਹਾੜੀ ਰਾਜਾਂ ਦੀ ਜਾਂ ਜਿਹੜੇ ਦੂਸਰੇ ਸਿੱਖ ਸੀ, ਗੁਰੂ ਗੋਬਿੰਦ ਸਿੰਘ ਤੱਕ ਚੱਲਦੀ ਰਹੀ। ਲੇਕਿਨ ਮੈਂ ਇਹ ਗੱਲ ਹਮੇਸ਼ਾ ਹੀ ਕਹਿਣਾ ਹੁੰਦਾ ਵੀ ਹਾਂ, ਜਿਹਨੇ ਚੰਗਾ ਕੰਮ ਕੀਤਾ ਉਹਨੂੰ ਚੰਗਾ ਕਹੋ, ਲੇਕਿਨ ਇਸ ਤਰੀਕੇ ਦਾ ਚੰਗਾ ਨਾ ਕਹੋ ਜਿਹੜੀ ਸਾਡੇ 'ਚ ਇੱਕ ਆਦਤ ਆ, ਸਾਡੀ ਕੌਮ 'ਚ ਬੜੀ ਪੁਰਾਣੀ ਕਹਾਵਤ ਆ, ਅਸੀਂ ਮੂੰਹ ਬੋਲਦੇ ਨੇ, ਸਾਡੇ ਵੱਡੇ ਕਹਿੰਦੇ ਹੁੰਦੇ ਕਿ ਤਿਲਾਂ ਤੋਂ ਅਸੀਂ ਤਾੜ ਬਣਾਉਂਦੇ ਆ ਤੇ ਰਾਈ ਦਾ ਪਹਾੜ ਬਣਾਉਂਦੇ ਆ। ਇਸ ਕਰਕੇ ਅਸੀਂ ਤਿਲਾਂ ਤੋਂ ਤਾੜ ਬਣਾਉਣਾ ਜਾਣਦੇ ਆ, ਕਿਉਂਕਿ ਅਸੀਂ ਪੰਜਾਬੀ ਆ। ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਕੁਝ ਬਣਾਤਾ, 20 ਸਾਲ ਦਾ ਮੁੱਖ ਮੰਤਰੀ ਬਣਾਤਾ, ਸਭ ਕੁਝ ਬਣਾਤਾ, ਉਹ ਅਸੀਂ ਤਿਲਾਂ ਤੋਂ ਤਾੜ ਬਣਾਇਆ ਹੈ। ਜੇ ਅਸੀਂ ਅਕਲ ਤੋਂ ਇੱਥੋਂ ਕੰਮ ਲੈਣਾ, ਅਸੀਂ ਖੋਪੜ ਤੋਂ ਕਦੀ ਕੰਮ ਨਹੀਂ ਲਿਆ। ਇਹਦੇ 'ਚ ਸਾਰਾ ਕੁਝ ਮੈਂ ਤੁਹਾਨੂੰ ਦੱਸਦਾ ਵੀ ਇਹਦੇ 'ਚ ਕੀ ਲਿਖਿਆ, ਮੈਂ ਉਹ ਸਾਰਾ ਲਿਖਿਆ ਆ। ਕਿਉਂਕਿ ਜੇ ਤੁਸੀਂ ਫੇਮ ਹੀ ਕਰਨਾ ਨਾ, ਫਿਰ ਇਹੋ ਜਿਹੀ ਚੀਜ਼ਾਂ ਨੂੰ ਫੇਮ ਕਰਿਆ ਕਰੋ। ਅਸੀਂ ਤਿਲਾਂ ਤੋਂ ਤਾੜ ਬਣਾਉਣਾ ਜਾਣਦੇ ਹਾਂ, ਅਸੀਂ ਰਾਈ ਤੋਂ ਪਹਾੜ ਬਣਾਉਣਾ ਜਾਣਦੇ ਹਾਂ। ਕਲਾਕਾਰ ਸਾਡੇ ਉਸਤਾਦ ਤੇ ਸ਼ਹੀਦ, ਤਾਂ ਹੀ ਉਹ ਨਵੀਂ ਪੀੜ੍ਹੀ ਹੋਈ ਆ ਵਿਦੇਸ਼ਾਂ ਦੀ ਮੁਰੀਦ। ਕਿਆ ਬਾਤ, ਕਲਾਕਾਰ ਸਾਡੇ ਉਸਤਾਦ ਤੇ ਸ਼ਹੀਦ, ਤਾਂ ਹੀ ਉਹ ਨਵੀਂ ਪੀੜ੍ਹੀ ਹੋਈ ਆ ਵਿਦੇਸ਼ਾਂ ਦੀ ਮੁਰੀਦ, ਕਿਉਂਕਿ ਉਹਨਾਂ ਨੂੰ ਫੋਲੋ ਕਰਨਾ। ਹਾਂਜੀ ਬਿਲਕੁਲ। ਉਹ ਹੁਣ ਭਾਈ ਤਾਰੂ ਸਿੰਘ ਜੀ ਨੂੰ ਥੋੜਾ ਫੋਲੋ ਕਰਨਗੇ, ਉਹ ਭਾਈ ਮਨੀਦਾਸ ਨੂੰ ਥੋੜਾ ਫੋਲੋ ਕਰਨਗੇ, ਜਾਂ ਉਹ ਇਹ ਥੋੜਾ ਫੋਲੋ ਕਰਨਗੇ ਵੀ ਭਾਈ ਮਹਿਤਾਬ ਸਿੰਘ
ਸੁੱਖਾ ਸਿੰਘ ਮਤਾਬ, ਭਾਈ ਸੁੱਖਾ ਸਿੰਘ ਕੰਬੋਕੀ ਮਾੜੀ ਵਾਲੇ, ਭਾਈ ਮਤਾਬ ਸਿੰਘ ਭੰਗੂ, ਛੋਟੇ ਮੀਰਾਕੋਟ ਵਾਲੇ, ਕਿਉਂਕਿ ਛੋਟੇ ਮੀਰਾਕੋਟ ਮੇਰੇ ਇਲਾਜ ਨੇ, ਮੇਰੇ ਸਹੁਰੇ ਨੇ, ਮੇਰੇ ਜਿਹੜੇ ਮਿਸਿਜ ਆ ਜੀ ਉਹਨਾਂ ਦੀ ਚੱਲਦੀ ਹੋਈਆਂ ਪੀੜ੍ਹੀਆਂ ਦੇ ਵਿੱਚੋਂ ਨੇ। ਇੱਕ ਪੀੜ੍ਹੀ ਚੱਲ ਜਾਂਦੀ ਡਾਕਟਰ ਰਤਨ ਸਿੰਘ ਭੰਗੂ ਹੋਣਾ ਦੀ, ਇੱਕ ਪੀੜ੍ਹੀ ਜਿਹੜੀ ਉੱਥੇ ਛੋਟੇ ਮੀਰਾਕੋਟ ਰਹਿ ਜਾਂਦੀ ਹੈ, ਮੇਰੇ ਉੱਥੇ ਸਹੁਰੇ ਨੇ ਜੀ। ਵੇਖੋ ਜੀ, ਤਾਂ ਹੀ ਉਹ ਨਵੀਂ ਪੀੜ੍ਹੀ ਹੋਈ ਵਿਦੇਸ਼ਾਂ ਦੀ ਮਰੀਦ। ਹੁਣ ਵੇਖੋ ਅਸੀਂ ਕੀਤਾ ਕੀ ਆ, ਅਸੀਂ 17 ਸਾਲਾਂ ਦੇ ਵਿੱਚ ਲੀਡਰ ਨਾ ਪਛਾਣੇ, ਅਸੀਂ 17 ਸਾਲਾਂ ਦੇ ਵਿੱਚ ਲੀਡਰ ਨਾ ਪਛਾਣੇ, ਅਸੀਂ ਕਾਂਗਰਸ ਤੇ ਬਾਦਲਾਂ ਦੇ ਫੀਡਰ ਨਾ ਪਛਾਣੇ। ਕਦੀ ਸਸਤਾ ਤੁਹਾਨੂੰ ਆਹ ਦੇ ਦਿੱਤਾ ਤੇ ਕਦੀ ਸਸਤਾ ਆਹ ਦੇ ਦਿੱਤਾ, ਤੁਹਾਨੂੰ 100 ਹਜ਼ਾਰ 5-5 ਦੇ ਕੇ 10-10 ਦੇ ਕੇ ਆਪ 10,000 ਕਰੋੜ ਦੇ ਮਾਲਕ ਬਣ ਗਏ। ਬਿਲਕੁਲ, ਅਸੀਂ ਕਾਂਗਰਸ ਤੇ ਬਾਦਲਾਂ ਦੇ ਫੀਡਰ ਨਾ ਪਛਾਣੇ। ਸਾਡੇ ਆਪਣੇ ਗਦਾਰ ਸਦਾ ਰਲੇ ਵੈਰੀ ਨਾਲ, ਸਾਡੇ ਆਪਣੇ ਗਦਾਰ ਸਦਾ ਰਲੇ ਵੈਰੀ ਨਾਲ, ਜਿਨ੍ਹਾਂ ਢਾਏ ਗੁਰੂ ਘਰ ਸਾਡੇ ਉਹ ਵੀ ਅਜੀਜ਼। ਕਾਂਗਰਸ ਨੂੰ ਵੋਟਾਂ ਨਹੀਂ ਪਾਈਆਂ ਆਪਾਂ 84 ਤੋਂ ਬਾਅਦ? ਬਿਲਕੁਲ ਪਾਈਆਂ ਜੀ। 92 ਚ ਸਭ ਤੋਂ ਵੱਡਾ ਬਹੁਮਤ ਨਾਲ ਅਸੀਂ ਕਾਂਗਰਸ ਨੂੰ ਜਿਤਾਇਆ। ਬਿਲਕੁਲ ਜਿਤਾਇਆ। ਜਿਨ੍ਹਾਂ ਢਾਏ ਗੁਰੂ ਘਰ ਸਾਡੇ ਉਹ ਵੀ ਅਜੀਜ਼। ਤੇ ਫਿਰ ਸਾਡੀ ਨਵੀਂ ਪੀੜ੍ਹੀ ਕਿਉਂ ਨਾ ਹੋਵੇ ਵਿਦੇਸ਼ਾਂ ਦੀ ਮਰੀਦ। ਬਿਲਕੁਲ। ਪਹਿਲਾਂ ਅਸਲਾ ਤੇ ਨਸ਼ਾ, ਹੁਣ ਕਲਾਕਾਰ ਕਰਦੇ ਕੀ ਇਹ ਵੇਂਦੇ ਮੌਕਾ ਜੀ। ਗੁੱਸਾ ਨਾ ਕਰਿਓ, ਮੇਰੀ ਗੱਲ ਦਾ ਲੱਗੂ ਸਾਰਿਆਂ ਨੂੰ ਭੈੜਾ, ਪਰ ਇਹ ਸੱਚ ਆ। ਚਾਹੇ ਕੋਈ ਕਲਾਕਾਰ ਪਹਿਲਾਂ ਗਾ ਗਿਆ, ਚਾਹੇ ਕੋਈ ਹੁਣ ਗਾ ਰਿਹਾ। ਬੱਬੂ ਮਾਨ ਵੇਖ ਲਓ, ਉਹਨੇ ਵੀ ਇਹੋ ਕੁਝ ਕੀਤਾ, ਮੂਸੇ ਵਾਲੇ ਨੇ ਵੀ ਇਹੋ ਕੁਝ ਕੀਤਾ, ਦੂਜੇ ਕਲਾਕਾਰਾਂ ਨੇ ਵੀ ਇਹੋ ਕੁਝ ਕੀਤਾ ਜਿਹੜੇ ਹੁਣ ਕਰ ਰਹੇ ਨੇ। ਹਾਂਜੀ ਹਾਂਜੀ। ਵੇਖੋ ਜੀ, ਪਹਿਲਾਂ ਅਸਲਾ ਤੇ ਨਸ਼ੇ, ਫਿਰ ਕੌਮ ਨੂੰ ਹਲੂਣਾ, ਉਹਦੇ ਬਾਅਦ ਕੌਮ ਹਲਾਉਣੀ ਸ਼ੁਰੂ ਕਰ ਦਿੰਦੇ ਆ। ਚੰਦ ਕਲਾਕਾਰ ਛੱਡ ਕੇ ਜਿਨ੍ਹਾਂ ਨੇ ਇਹੋ ਜਿਹੀ ਚੀਜ਼ ਨਹੀਂ ਗਾਈ, ਉਹ ਵੀ ਤੁਹਾਡੇ 'ਚ ਜ਼ਿਕਰ ਕਰਾਂਗੇ। ਪਹਿਲਾਂ ਅਸਲਾ ਤੇ ਨਸ਼ੇ, ਫਿਰ ਕੌਮ ਨੂੰ ਹਲੂਣਾ, ਮਾਰੀ ਸਿਆਸਤਾਂ ਨੇ ਮੱਤ, ਇੱਥੇ ਹਰ ਬੰਦਾ ਆਉਣਾ। ਤੁਸੀਂ ਚੁੱਕ ਕੇ ਹਰ ਇੱਕ ਨੂੰ ਪੂਰਾ ਕਰ ਦਿੰਦੇ ਜੀ, ਉਹ ਸ਼ਹੀਦ, ਉਹ ਆ ਫਲਾਂ ਢੀਂਗ, ਉਹ ਉਸਤਾਦ। ਜਿਵੇਂ ਪਹਿਲਾਂ ਗੱਲ ਕੀਤੀ ਹੈ, ਕੋਈ ਕਿਸੇ ਦਾ ਉਸਤਾਦ ਨਹੀਂ ਜੀ। ਆਪਣੇ ਮਾਪਿਆਂ ਨੂੰ ਉਸਤਾਦ ਸਮਝੋ, ਜਿਨ੍ਹਾਂ ਤੁਹਾਨੂੰ ਜਨਮ ਦਿੱਤਾ, ਜਿਨ੍ਹਾਂ ਤੁਹਾਨੂੰ ਤੁਰਨਾ ਸਿਖਾਇਆ, ਜਿਨ੍ਹਾਂ ਤੁਹਾਨੂੰ ਸਕੂਲੇ ਜਾਣਾ ਸਿਖਾਇਆ, ਜਿਨ੍ਹਾਂ ਤੁਹਾਨੂੰ ਬੋਲਣਾ ਸਿਖਾਇਆ, ਜਿਨ੍ਹਾਂ ਤੁਹਾਨੂੰ ਪੜ੍ਹਨਾ ਸਿਖਾਇਆ, ਅਸਲੀ ਉਸਤਾਦ ਉਹਨਾਂ ਨੂੰ ਤਾਂ ਕਦੀ ਉਸਤਾਦ ਕਿਹਾ ਨਹੀਂ, ਕਦੀ ਨਹੀਂ ਕਿਹਾ। ਬਿਲਕੁਲ ਠੀਕ ਤੁਹਾਡੀ ਗੱਲ। ਅਸੀਂ ਉਸਤਾਦ ਉਹਨੂੰ ਕਹਿ ਦਿੰਦੇ ਆ ਵੀ ਜਿਹਨੇ ਵੀ ਉੱਥੇ 2 ਲਾਈਨਾਂ ਗਾਤੀਆਂ ਤੇ ਉਹਦੇ ਮਗਰ ਜੇ 7-8 ਮਿਲੀਅਨ 10 ਮਿਲੀਅਨ ਹੋ ਗਏ, ਤੁਸੀਂ ਸਾਰੇ ਉਸਤਾਦ ਗਾਇਕ ਆ, ਸਾਰੇ ਉਸਤਾਦ। ਜਿਹੜਾ ਮਰਜ਼ੀ ਗਾਇਕ, ਪਹਿਲੇ ਉਸਤਾਦ ਨਹੀਂ ਜੀ, ਕਲਾਕਾਰ ਵੀ। ਹਾਂਜੀ, ਕਲਾਕਾਰ ਦਾ ਮਤਲਬ ਵੀ ਚਾਹੇ ਉਹ 'ਚ ਲਿਖਣ ਵਾਲੇ, ਚਾਹੇ ਗਾਉਣ ਵਾਲੇ, ਚਾਹੇ ਫਿਲਮਾਂ ਵਾਲੇ, ਚਾਹੇ ਦੂਜੇ ਨੇ, ਸਾਰੇ ਚਾਟੇ ਉਸਤਾਦ ਜੀ ਕਹਿ ਦਿੰਦੇ ਉਸਤਾਦ ਜੀ। ਲੇਕਿਨ ਉਸਤਾਦ ਉਹਨੂੰ ਮੰਨੋ ਜਿਹਦੇ ਕੋਲ ਤੁਸੀਂ ਕੋਈ ਸਿੱਖਦੇ ਜੀ। ਆਪਣੇ ਅਧਿਆਪਕ ਨੂੰ ਤਾਂ ਕਦੀ ਤੁਸੀਂ ਉਸਤਾਦ ਨਹੀਂ ਕਿਹਾ ਜੀ। ਹੁਣ ਵੇਖੋ ਜੀ, ਸਾਡੇ ਆਪਣੇ ਗਦਾਰ ਸਦਾ ਰਲੇ ਵੈਰੀ ਨਾਲ, ਜਿਨ੍ਹਾਂ ਢਾਏ ਗੁਰੂ ਘਰ ਉਹ ਵੀ ਸਾਡੇ ਅਜੀਜ਼। ਤੇ ਤਾਂ ਹੀ ਉਹ ਨਵੀਂ ਪੀੜ੍ਹੀ ਹੋਈ ਸਾਡੀ ਵਿਦੇਸ਼ਾਂ ਦੀ ਮੁਰੀਦ। ਪਹਿਲਾਂ ਅਸਲਾ ਤੇ ਨਸ਼ੇ, ਫਿਰ ਕੌਮ ਨੂੰ ਹਲੂਣਾ, ਮਾਰੀ ਸਿਆਸਤਾਂ ਨੇ ਮੱਤ, ਇੱਥੇ ਹਰ ਬੰਦਾ ਆਉਣਾ। ਭਾਜੀ ਸਿਆਸਤਾਂ ਨੇ ਮੱਤ ਨਾ ਮਾਰੀ ਹੁੰਦੀ ਤੇ ਕਿਸੇ ਨੂੰ ਕਾਂਗਰਸ 'ਚ ਜਾਣ ਦੀ ਲੋੜ ਨਹੀਂ ਸੀ, ਜਾਂ ਕਿਸੇ ਨੂੰ ਆਮ ਆਦਮੀ ਪਾਰਟੀ 'ਚ, ਕਿਸੇ ਨੂੰ ਬੀਜੇਪੀ 'ਚ, ਕਿਸੇ ਨੂੰ ਆਹ ਸਾਰੇ ਭੱਜੇ ਨਾ, ਗਰੁੱਪਾਂ 'ਚ ਵੰਡ ਕੇ ਆਪਣਾ ਲਾਹਾ ਲਿਆ ਉਹਨਾਂ ਨੇ। ਬਿਲਕੁਲ ਜੀ, ਸਾਡੇ ਕਲਾਕਾਰ ਵੀ ਕਿੰਨੇ ਭੱਜ ਕੇ ਗਏ ਨੇ। ਸਦੀਕ ਸਾਹਿਬ ਗਏ, ਹੰਸਰਾਜ ਹੰਸ ਗਿਆ, ਸਿੱਧੂ ਮੂਸੇਵਾਲਾ ਗਿਆ, ਦੂਜੇ ਤੀਜੇ ਗਏ। ਇਹ ਵੀ ਸਾਰੇ ਉਸੇ ਕੈਟਾਗਰੀ 'ਚ ਆਏ ਸੀ ਜੀ। ਮਾਰੀ ਸਿਆਸਤਾਂ ਨੇ ਮੱਤ, ਇੱਥੇ ਹਰ ਬੰਦਾ ਆਉਣਾ। ਹੁਣ ਵੇਖੋ ਜੀ, ਸਾਡੇ ਧਰਮ ਦੇ ਮੋਢੀ ਬੇਈਮਾਨ ਬੇਜ਼ਮੀਰੇ, ਹੋਇਆ ਕੀ ਆ? ਸਾਡੇ ਧਰਮ ਦੇ ਮੋਢੀ ਬੇਈਮਾਨ ਬੇਜ਼ਮੀਰੇ, ਤਾਈਓ ਮੌਤ ਹੋਈ ਸਸਤੀ ਤੇ ਮਹਿੰਗੀ ਹਰ ਚੀਜ਼। ਐਵੇਂ ਨਹੀਂ ਨਵੀਂ ਪੀੜ੍ਹੀ ਹੋਈ ਵਿਦੇਸ਼ਾਂ ਦੀ ਮਰੀਦ। ਕਹਿੰਦੇ ਜੀ ਬਾਹਰ ਤੁਰ ਪਏ, ਬਾਹਰ ਨੂੰ ਜਾਣਾ ਨਹੀਂ ਗਾ। ਇੱਕ ਗੱਲ ਮੈਂ ਵਿੱਚ ਟੋਕ ਕੇ ਕਹਿਣੀ ਚਾਹੁੰਦਾ ਬਲ ਸਾਹਿਬ, ਇਹ ਧਰਮ ਦੇ ਮੋਢੀਆਂ ਦਾ ਮਤਲਬ ਗੁਰੂ ਸਾਹਿਬਾਨ ਦੀ ਗੱਲ ਨਹੀਂ ਹੈ। ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਾਉਂਦੇ ਆ, ਲੰਬੜਦਾਰ ਕਹਾਉਂਦੇ ਆ, ਜਿਨ੍ਹਾਂ ਨੇ ਧਰਮ ਆਪਦੇ ਮੋਢਿਆਂ 'ਤੇ ਚੱਕਿਆ ਹੈ, ਬਲ ਸਾਹਿਬ ਦੇ ਉਹਨਾਂ ਨੂੰ ਇਹ ਗੱਲ ਕਹੀ ਹੈ ਸੰਬੋਧਨ ਕਰਕੇ। ਹਾਂਜੀ, ਨਹੀਂ ਜੀ, ਗੁਰੂ ਸਾਹਿਬਾਨ ਧਰਮ ਦੇ ਮੋਢੀ ਨਹੀਂ ਹੁੰਦੇ ਜੀ, ਉਹ ਧਰਮ ਦੇ ਬਾਨੀ ਹੁੰਦੇ ਆ। ਇਹ ਚਲੋ ਜਦੋਂ ਤੁਸੀਂ ਅੱਗੇ ਪੜ੍ਹੋਗੇ ਤੁਹਾਨੂੰ ਪਤਾ ਲੱਗੂਗਾ ਸਾਰੇ ਦਰਸ਼ਕਾਂ ਨੂੰ। ਉਹ ਧਰਮ ਦੇ ਬਾਨੀ ਹੁੰਦੇ ਆ, ਮੋਢੀ ਹੁੰਦੇ ਜਿਹੜੇ ਧਰਮ ਚਲਾਉਂਦੇ ਆ। ਹੁਣ ਆ ਕੇ ਇਸ ਟਾਈਮ ਦੇ ਮੌਕੇ ਦੇ ਮੌਜੂਦ ਦੇ ਜੀ, ਸਾਡੇ ਧਰਮ ਦੇ ਮੋਢੀ ਬੇਈਮਾਨ ਬੇਜ਼ਮੀਰੇ, ਤਾਈਓ ਮੌਤ ਹੋਈ ਸਸਤੀ ਤੇ ਮਹਿੰਗੀ ਹਰ ਚੀਜ਼। ਐਵੇਂ ਨਹੀਂ ਸਾਡੀ ਨਵੀਂ ਪੀੜ੍ਹੀ ਹੋਈ ਵਿਦੇਸ਼ਾਂ ਦੀ ਮਰੀਦ। ਹੁਣ ਵੇਖੋ ਜੀ, ਜਿਹਦੇ ਕੋਲ ਹੋਵੇ ਅਹੁਦਾ ਉਹਨੂੰ ਭੁੱਲ ਜਾਂਦਾ ਰੱਬ। ਜਿਹਦੇ ਕੋਲ ਹੋਵੇ ਅਹੁਦਾ ਉਹਨੂੰ ਭੁੱਲ ਜਾਂਦਾ ਰੱਬ। ਪਲੇ ਮੇਰਾ ਹੀ ਟੱਬਰ ਭਾਵੇਂ ਮਰ ਜਾਣ ਸਭ, ਬਾਕੀਆਂ ਦੀ ਕਿਸੇ ਦੀ ਪਰਵਾਹ ਨਹੀਂ। ਪਲੇ ਮੇਰਾ ਹੀ ਟੱਬਰ ਭਾਵੇਂ ਮਰ ਜਾਣ ਸਭ, ਕਮੀਨਗੀ ਨੇ ਐਸਾ ਕੀਤਾ ਸਾਡੇ ਹੱਡਾਂ ਵਿੱਚ ਘਰ। ਬਲ ਰਿਸ਼ਤਿਆਂ 'ਚ ਕੌੜਾ ਤੇ ਹਰ ਬੰਦਾ ਬਦਤਮੀਜ਼। ਬਲ ਰਿਸ਼ਤਿਆਂ 'ਚ ਕੌੜਾ ਤੇ ਹਰ ਬੰਦਾ ਬਦਤਮੀਜ਼। ਤੇ ਕਲਾਕਾਰ ਹੁਣ ਸਾਡੇ ਉਸਤਾਦ ਤੇ ਸ਼ਹੀਦ, ਤਾਂ ਹੀ ਉਹ ਨਵੀਂ ਪੀੜ੍ਹੀ ਹੋਈ ਵਿਦੇਸ਼ਾਂ ਦੀ ਮਰੀਦ।
ਚਲੋ ਨਵੀਂ ਪੀੜ੍ਹੀ ਵਿਦੇਸ਼ਾਂ ਦੇ ਵਿੱਚ ਆਉਣ ਦੇ ਕਈ ਕਾਰਨ ਆ, ਜਾਂ ਉਹਨਾਂ ਦਾ ਵਿਦੇਸ਼ਾਂ ਵੱਲ ਨੂੰ ਮੂੰਹ ਕਰਨ ਦਾ ਕਈ ਕਾਰਨ ਆ। ਉਂਝ ਤਾਂ ਸਾਡੇ ਵਡੇਰੇ ਵੀ ਤਾਂ ਵਿਦੇਸ਼ਾਂ ਵਿੱਚ ਆਏ, ਪਰ ਮੌਜੂਦਾ ਹਾਲਾਤ ਦੇ ਵਿੱਚ ਉਹ ਅਨਰੈਸਟ ਫੀਲ ਕਰ ਰਹੇ ਆ, ਆਪਣੇ ਆਪ ਨੂੰ ਇੱਦਾਂ ਅਸ਼ਾਂਤ ਫੀਲ ਕਰ ਰਹੇ ਆ, ਮਹਿਸੂਸ ਕਰ ਰਹੇ ਆ ਕਿ ਇੱਥੇ ਕੀ ਪਿਆ, ਇੱਥੇ ਕੀ ਪਿਆ ਜਿਹੜਾ ਹੈਗਾ ਉਹ ਜ਼ਰੂਰ ਇੱਕ ਵੱਡੀ ਚੁਣੌਤੀ ਹੈ, ਜਿਹਦਾ ਸਾਹਮਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕਰਨਾ ਪੈਣਾ। ਅੱਜ ਦੀ ਪੀੜ੍ਹੀ ਵੀ ਕਰ ਰਹੀ ਹੈ, ਆਉਣ ਵਾਲਿਆਂ ਨੂੰ ਵੀ ਕਰਨਾ ਪੈਣਾ। ਔਰ ਨੌਜਵਾਨ ਜਿਹੜੇ ਇਹ ਸਮਝਦੇ ਹੋਣ ਕਿ ਇੱਥੇ ਕੁਛ ਨਹੀਂ ਪਿਆ, ਚਲੋ ਦੂਰੇ ਥਾਂ ਚੱਲੀਏ, ਬਿਨਾਂ ਸ਼ੱਕ ਜਾਣ 'ਚ ਕੋਈ ਹਰਜ ਨਹੀਂ ਹੈ, ਪ੍ਰਵਾਸ ਹੁੰਦਾ ਹੀ ਰਹਿੰਦਾ ਹੈ, ਇਹ ਸਦੀਆਂ ਤੋਂ ਹੁੰਦਾ ਆਇਆ। ਪਰ ਤੁਸੀਂ ਉਹਨਾਂ ਗੱਲਾਂ ਤੋਂ ਮੁੱਖ ਵੀ ਨਹੀਂ ਮੋੜ ਸਕਦੇ ਜਿਨ੍ਹਾਂ ਗੱਲਾਂ ਦੇ ਬਾਰੇ ਜ਼ਿਕਰ ਕੀਤਾ ਬਾਲ ਸਾਹਿਬ ਨੇ ਚੰਦ ਲਫ਼ਜ਼ਾਂ ਦੇ ਵਿੱਚ ਜਿਹੜੀ ਕਵਿਤਾ ਉਹਨਾਂ ਨੇ ਪੇਸ਼ ਕੀਤੀ ਹੈਗੀ ਹੈ, ਉਹਨਾਂ ਗੱਲਾਂ ਤੋਂ ਤੁਸੀਂ ਮੁੱਖ ਨਹੀਂ ਮੋੜ ਸਕਦੇ। ਤੁਸੀਂ ਧਰਮ ਦੇ ਆਪਣੇ ਆਪੇ ਬਣੇ ਲੰਬੜਦਾਰਾਂ ਦੀਆਂ ਕਰਤੂਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਤੁਸੀਂ ਅੱਖਾਂ ਮੀਟ ਕੇ ਕਿੰਨਾ ਕੁ ਬਰਦਾਸ਼ਤ ਕਰੀ ਚੱਲੋਗੇ। ਰਾਜਨੀਤਿਕ ਲੋਕ ਜਿਹੜੇ ਆ ਉਹ ਸਮਾਜ ਦੇ ਵਿੱਚ ਵਖਰੇਵੇਂ ਪਾ ਕੇ ਆਪਦੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਦਿਨ ਰਾਤ ਤਰਲੋ ਮੱਛੀ ਹੁੰਦੇ ਪਏ ਆ, ਕਿੰਨਾ ਕੁ ਚਿਰ ਤੁਸੀਂ ਚੁੱਪ ਹੁੰਦੇ ਵੇਖੀ ਚੱਲੋਗੇ। ਵੋਟਾਂ ਪਾ ਕੇ ਤੁਸੀਂ 80-90% ਵੋਟਾਂ ਵੀ ਪਾਈਆਂ ਅਤੇ ਹੁਣ 34% ਵੋਟਾਂ ਵੀ ਪਾਈਆਂ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬੇਮੁੱਖ ਹੋ ਗਏ ਹੋ ਰਾਜਨੀਤੀ ਤੋਂ। ਤੁਹਾਡੇ ਅੰਦਰ ਕੋਈ ਗੱਲ ਹੈ, ਕੋਈ ਉਹ ਕਦੀ ਉਬਾਲ ਬਣ ਕੇ ਨਿਕਲਦੀ ਹੈ ਅਤੇ ਕਦੀ ਉਹ ਚੁੱਪ ਕਰ ਜਾਂਦੀ ਹੈ, ਝੱਗ ਵਾਂਗੂ ਜਿਹੜੀ ਆ ਕਹਿੰਦੇ ਬੈਠ ਜਾਂਦੀ ਹੈ। ਇਹਦੇ ਪਿੱਛੇ ਕੋਈ ਕਾਰਨ ਹੈ ਜਿਹੜਾ ਸਾਨੂੰ ਤੁਹਾਨੂੰ ਸਾਰਿਆਂ ਨੂੰ ਲੱਭਣਾ ਪੈਣਾ। ਬਿਲਕੁਲ ਜੀ, ਉਹੀ ਮੈਂ ਦੱਸਿਆ ਨਾ ਗੱਲ ਵੀ ਜਾਂ ਤਾਂ ਅਸੀਂ ਹੱਥ ਕਰ ਦਿੰਦੇ ਆ ਤੇ ਜਾਂ ਅਸੀਂ ਚੁੱਪ ਕਰ ਜਾਂਦੇ ਆ। ਉਹੀ ਮੈਂ ਕਹਿਣਾ ਜੀ, 80-90% ਤੱਕ ਵੀ ਪੋਲਿੰਗ ਹੋਈ ਹੈ ਤੇ ਹੁਣ 36 ਤੇ ਆ ਕੇ ਰੁਕ ਗਈ, 34 ਤੇ ਆ ਕੇ ਰੁਕ ਗਈ, 34 ਤੇ ਆ ਕੇ ਰੁਕ ਗਈ। ਕਸੂਰ ਜੇ ਅਸੀਂ ਕਹੀਏ ਨਾ ਮੇਰਾ ਜਾਂ ਭਾਜੀ ਦਾ ਜਾਂ ਤੁਹਾਡਾ, ਕਿਸੇ ਦਾ ਕਸੂਰ ਨਹੀਂਗਾ, ਇਹ ਸਾਰਿਆਂ ਦਾ ਰਲ ਮਿਲ ਕੇ ਕਸੂਰ ਆ। ਅਸੀਂ ਜਿਹੜੇ ਬਾਹਰ ਆ ਗਏ ਅਸੀਂ ਆਪਣੇ ਆਪ ਨੂੰ ਸੁਰਖਰੂ ਨਹੀਂ ਕਰਦੇ ਵੀ ਸਾਡਾ ਕਸੂਰ ਨਹੀਂਗਾ। ਜੇ ਸਾਡਾ ਅਸੀਂ ਆਪਣੇ ਆਪ ਨੂੰ ਸੁਰਖਰੂ ਕਰ ਲਿਆ ਨਾ, ਜਿੱਦਣ ਵਿਦੇਸ਼ੀਆਂ ਨੇ ਆਪਣੇ ਆਪ ਨੂੰ ਸੁਰਖਰੂ ਕਰ ਲਿਆ, ਮੈਂ ਗਰੰਟੀ ਨਾਲ ਲਿਖ ਦਿੰਦਾ ਕਿ ਪੰਜਾਬ ਦਾ ਇਹਨੂੰ ਮਾੜਾ ਹਾਲ ਹੋਣਾ ਜੀ। ਬਿਲਕੁਲ। ਸਾਡੀ ਜਿਹੜੀ ਚਿੰਤਾ ਜੀ ਉਹ ਤੁਹਾਡੇ ਕੰਮਾਂ ਕਾਰਾਂ ਵਿੱਚ, ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਨਹੀਂ ਹੈ। ਅਸਲ ਵਿੱਚ ਉਹ ਜ਼ਿੰਦਗੀ ਅਸੀਂ ਇੱਥੇ ਬੈਠੇ ਵੀ ਹੰਢਾ ਰਹੇ ਹਾਂ। ਬਿਲਕੁਲ ਬਿਲਕੁਲ ਜੀ। ਉਹ ਸੰਤਾਪ ਸਾਨੂੰ ਇੱਥੇ ਵੀ ਭੋਗਣਾ ਪੈ ਰਿਹਾ ਜਿਹੜਾ ਤੁਸੀਂ ਸਾਰੇ ਉੱਥੇ ਬੈਠੇ ਭੋਗ ਰਹੇ ਹੋ। ਔਰ ਜਿਹੜੇ ਬਜ਼ੁਰਗ ਇੱਥੇ ਆਉਂਦੇ ਆ ਜੀ, ਉਹਨਾਂ ਨੂੰ ਤੁਸੀਂ ਜਦੋਂ ਉਹਨਾਂ ਦੇ ਕੋਲ ਬੈਠ ਕੇ ਅਸੀਂ ਗੱਲਾਂ ਬਾਤਾਂ ਸੁਣਦੇ ਹਾਂ, ਸਾਡੇ ਮਾਪੇ ਆਉਂਦੇ ਆ, ਵੱਡੇ ਵਡੇਰੇ ਆਉਂਦੇ ਆ, ਜਿਹੜੇ ਇੱਥੇ ਸਟੂਡੈਂਟ ਆਏ ਹੁੰਦੇ ਆ, ਉਹ ਆਪਦੇ ਪੇਰੈਂਟਸ ਨੂੰ ਇੱਥੇ ਬੁਲਾਉਂਦੇ ਹੈਗੇ ਆ ਵੀ ਚਲੋ ਆਓ ਤੁਹਾਨੂੰ ਦਿਖਾਵਾਂ ਮੈਂ ਕਿਹੋ ਜਿਹੇ ਸਮਾਜ ਵਿੱਚ ਰਹਿਣਾ, ਇਹ ਸਮਾਜ ਕਿੰਨਾ ਸੋਹਣਾ, ਉਹਦਾ ਕੰਪੈਰੀਜ਼ਨ ਕਰਦੇ ਆ। ਅਤੇ ਤੁਸੀਂ ਉਹਨਾਂ ਕਿਤੇ ਬਜ਼ੁਰਗਾਂ ਕੋਲੋਂ ਪੁੱਛ ਕੇ ਵੇਖੋ, ਉਹ ਦੱਸਣਗੇ ਕਿ ਕੋਈ ਪਲ ਇੱਦਾਂ ਦਾ ਨਹੀਂ ਹੈਗਾ, ਕੋਈ ਮੌਕਾ ਇੱਦਾਂ ਦਾ ਨਹੀਂ ਹੈਗਾ, ਕੋਈ ਇੱਕ ਮਿੰਟ ਸਕਿੰਟ ਨਹੀਂ ਇੱਦਾਂ ਦਾ ਹੈਗਾ ਜਦੋਂ ਉਹ ਪਲ ਜਿਹੜਾ ਉਹ ਰੀਂਗ ਦੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨਹੀਂ ਹੋ ਜਾਂਦੇ। ਮਰ ਰਹੇ ਪਲ ਤੇ ਮਰ ਰਹੇ। ਜੀਣਾ ਜਿਹੜਾ ਇੱਕ ਬਹੁਤ ਹੋਰ ਗੱਲ ਹੁੰਦੀ ਹੈ, ਮਰ ਰਹੇ ਆ ਔਰ ਉਹ ਜ਼ਿੰਦਗੀ ਜਿਉਣਾ ਚਾਹੁੰਦੇ। ਜ਼ਿੰਦਗੀ ਕੌਣ ਨਹੀਂ ਜਿਉਣਾ ਚਾਹੁੰਦਾ? ਸਾਰੇ ਚਾਹੁੰਦੇ, ਸਾਰੇ ਜੀ। ਬਿਲਕੁਲ ਠੀਕ ਹੈ ਜੀ। ਅਸੀਂ ਫਿਕਰਮੰਦ ਹਾਂ ਉੱਥੋਂ ਦੇ ਆਪਣੇ ਜਿਹੜੇ ਭੈਣਾਂ ਭਰਾਵਾਂ ਪ੍ਰਤੀ ਕਿ ਉਹ ਇਹੋ ਜਿਹੀ ਜ਼ਿੰਦਗੀ ਜੀਣ ਦੇ ਲਈ ਮਜਬੂਰ ਹੈ। ਅਸੀਂ ਉਹਨਾਂ ਨੂੰ ਜ਼ਿੰਦਗੀ ਦਾ ਦੂਜਾ ਪੱਖ ਵੀ ਦਿਖਾਉਂਦੇ ਹਾਂ, ਜਿਹੜੇ ਇੱਥੇ ਅਸੀਂ ਬੈਠੇ ਇੱਥੋਂ ਦੇ ਸੱਭਿਆਚਾਰ ਦੇ, ਇੱਥੋਂ ਦੇ ਕਲਚਰ ਦੀਆਂ ਗੱਲਾਂ ਜਦੋਂ ਕਰਦੇ ਹਾਂ, ਅਤੇ ਅਸੀਂ ਉਹਨਾਂ ਨੂੰ ਇਸ ਕਲਚਰ ਦੇ ਹਾਣ ਦਾ ਵੀ ਬਣਾਉਣਾ ਚਾਹੁੰਦੇ ਹਾਂ, ਪਰ ਉਸ ਸੱਭਿਆਚਾਰ ਨੂੰ ਵੀ ਅਸੀਂ ਛੁਟਿਆ ਕੇ ਨਹੀਂ ਵੇਖ ਸਕਦੇ। ਨਹੀਂ ਵੇਖੋ ਜੀ, ਹਰ ਜਗ੍ਹਾ ਦੇ ਪਲੱਸ ਪੁਆਇੰਟ ਹੁੰਦੇ, ਨੈਗੇਟਿਵ ਪੁਆਇੰਟ ਹੁੰਦੇ ਆ। ਹੁਣ ਅਸੀਂ ਕਹਿੰਦੇ ਜੀ ਉੱਥੇ ਨਸ਼ਾ ਬੜਾ, ਜੇ ਆਬਾਦੀ ਦੇ ਕੰਪੈਰੀਜ਼ਨ ਵੇਖ ਲਈਏ, ਇੱਥੇ 3-3.5 ਕਰੋੜ ਆਬਾਦੀ ਆ ਕੈਨੇਡਾ ਦੀ, ਪੰਜਾਬ ਦੇ ਬਰਾਬਰ, ਲਗਭਗ ਦੋਨਾਂ ਦੀ ਬਰਾਬਰ ਹੈ। ਹਾਂਜੀ। ਰੇਸ਼ੋ ਵਾਈਜ਼ ਵੇਖ ਲਈਏ, ਇੱਥੇ ਨਸ਼ਾ ਜ਼ਿਆਦਾ, ਉੱਥੇ ਭੰਗ ਲੀਗਲਾਈਜ਼ ਨਹੀਂ, ਇੱਥੇ ਭੰਗ ਲੀਗਲ ਹੈ। ਉੱਥੇ ਤੁਸੀਂ ਜਿਹੜੀ ਮੈਡੀਸਨ ਆ, ਜਿਹੜੀ ਸਿੰਥੈਟਿਕ ਮੈਡੀਸਨ ਆ, ਜਿਹਨੂੰ ਇੱਧਰ ਲੋਕੀ ਕਹਿ ਦਿੰਦੇ ਜੀ ਇੱਧਰ ਪ੍ਰੈਸਕ੍ਰਿਪਸ਼ਨ 'ਤੇ ਮਿਲ ਜਾਂਦੀ ਆ, ਉੱਧਰ ਕੈਰੀਸਿਮਾ ਕੰਪਾਊਂਡ ਤੁਸੀਂ ਗੋਲੀ ਜਿਹੜੀ ਜਿਹਦੇ 'ਚ ਓਪੀਅਮ ਹੁੰਦੀ ਆ, ਉਹ ਤੁਹਾਨੂੰ ਉੱਧਰ ਮਿਲਣੀ ਬਹੁਤ ਔਖੀ ਆ, ਜਾਂ ਕਰਨੀ, ਜਾਂ ਤੁਸੀਂ ਫੀਮ ਦੂਜੇ ਤਰੀਕੇ ਨਾਲ ਬਲੈਕ 2 ਨੰਬਰ 'ਚ ਲੈਂਦੇ, ਲੀਗਲਾਈਜ਼ ਜਿਸ ਤਰ੍ਹਾਂ ਰਾਜਸਥਾਨ ਵਗੈਰਾ ਕਿਤੇ ਹੋਵੇ ਤਾਂ ਹੋਵੇ। ਇੱਧਰ ਤੁਹਾਨੂੰ ਉਹ ਫੀਮ ਦੀਆਂ ਗੋਲੀਆਂ ਇੱਧਰ ਤੁਹਾਨੂੰ ਲਿਖ ਕੇ ਮਿਲ ਜਾਂਦੀਆਂ ਨੇ, ਡਾਕਟਰ ਦੀ ਪ੍ਰਸਕ੍ਰਿਪਸ਼ਨ ਤੇ ਮਿਲਦੀਆਂ ਨੇ। ਹੋਰ ਵੇਖੋ, ਜਿਹੜੀ ਸਿੰਥੈਟਿਕ ਟੀਕੇ ਵਾਲੀ ਡਰੱਗ ਆ, ਇੱਧਰ ਉਹ ਵੀ ਅਵੇਲੇਬਲ ਆ, ਸਰਿੰਜਾਂ ਫ੍ਰੀ ਮਿਲਦੀਆਂ ਨੇ ਹਸਪਤਾਲਾਂ 'ਚ। WRHA ਵਿਨੀਪੈਗ ਹੈਲਥ ਰੀਜਨ ਦੀ ਅਥਾਰਟੀ ਜਿਹੜੀ ਉਹਦੇ ਵਾਸਤੇ ਜਗ੍ਹਾ ਬਣੀ ਹੋਈ ਹੈ, ਉਹਨਾਂ ਵਾਸਤੇ ਜਗ੍ਹਾ ਬਣੀ ਹੋਈ, ਲਾ ਕੇ ਤੇ ਤੁਸੀਂ ਸੁੱਟਣੀ ਕਿੱਥੇ ਹੈ। ਇਹ ਨਹੀਂ ਵੀ ਇੱਥੇ ਕੋਈ ਘੱਟ ਨਹੀਂ, ਇੱਥੇ ਬਹੁਤ ਜ਼ਿਆਦਾ। ਇੱਕ ਗੱਲ ਹੋਰ ਜਿਹੜੀ ਸਰਵੇ ਕੀਤਾ ਗਿਆ,
3.5 ਕਰੋੜ ਆਬਾਦੀ ਜਿਹੜੀ ਪੰਜਾਬ ਦੀ ਆ, ਉਹਨਾਂ ਨਾਲੋਂ 3.5 ਕਰੋੜ ਆਬਾਦੀ ਜਿਹੜੀ ਕੈਨੇਡਾ ਦੀ ਲਗਭਗ 1.25 ਗੁਣਾ ਸ਼ਰਾਬ ਦੀ ਕੰਜ਼ੰਪਸ਼ਨ ਕਰਦੀ ਆ। ਸਿਗਰਟ ਦੀ ਕੰਜ਼ੰਪਸ਼ਨ ਜਿਹੜੀ ਇੱਥੇ ਦੀ ਪੰਜਾਬ ਨਾਲੋਂ ਲਗਭਗ ਡਬਲ ਤੋਂ ਵੱਧ ਆ। ਜੇ ਮਤਲਬ ਤੁਹਾਡੀਆਂ ਵੀ ਅੱਖਾਂ ਖੋਲਦੀ ਹੈ। ਦੂਸਰੀ ਗੱਲ, ਜਿਹੜੀ ਸਾਈਕੋਲੋਜੀਕਲ ਡਿਜ਼ੀਜ਼ਸ ਨੇ, ਡਾਇਬਟਿਕ ਪਰਸਨ ਦੇ ਜਿਹੜੇ ਜਿਹਨਾਂ ਨੂੰ ਡਾਇਬਟਿਕ ਵਗੈਰਾ, ਸ਼ੂਗਰ ਜਿਹਨੂੰ ਕਹਿੰਦੇ ਆ, ਜਾਂ ਕੋਲੇਸਟ੍ਰੋਲ ਦੀ ਜਿਹੜੀ ਪ੍ਰੋਬਲਮ ਆ, ਉਹ ਵੀ ਇੱਥੋਂ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨਾਲੋਂ ਵੱਧ ਆ। ਕਈ ਗੁਣਾ ਵੱਧ ਆ। ਨਹੀਂ, ਕਈ ਗੁਣਾ ਤਾਂ ਨਹੀਂ ਕਹਿ ਸਕਦੇ, ਲੇਕਿਨ ਵੱਧ ਆ, ਬਹੁਤ ਵੱਧ ਆ। ਹਾਂਜੀ, ਸਟ੍ਰੈਸ ਲੈਵਲ ਜਿਹੜਾ ਆ ਉੱਥੋਂ ਦੇ ਨਾਲੋਂ ਇੱਥੇ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਆ। ਬੱਚਿਆਂ ਤੋਂ ਲੈ ਕੇ ਇੱਥੇ ਸਟ੍ਰੈਸ ਲੈਵਲ ਜਿਹੜੇ ਮੈਂ ਸਟੱਡੀ ਕੀਤੀ ਆ ਜਿਹੜੀ ਸਾਈਕੈਟਰੀ ਦੀ, ਉਹਦੇ ਵਿੱਚ ਇਹ ਸੀਗਾ ਕਿ ਕੈਨੇਡਾ ਦਾ ਜਿਹੜਾ ਜੀ ਬੱਚਾ 17 ਸਾਲ ਤੋਂ ਲੈ ਕੇ 35 ਸਾਲ ਦਾ ਨਾ, ਉਹ ਹਰ ਤੀਜੇ ਤੋਂ ਚੌਥੇ ਬੰਦੇ 'ਚ ਸਟ੍ਰੈਸ ਲੈਵਲ ਉਹਨਾਂ ਨੇ ਗਿਣਿਆ ਸੀ। 35 ਤੋਂ ਲੈ ਕੇ 55 ਦੇ ਵਿੱਚ ਉਹਨਾਂ ਨੇ ਗਿਣਿਆ ਲਗਭਗ 50% ਤੋਂ ਜ਼ਿਆਦਾ, ਤੇ 55 ਤੋਂ ਬਾਅਦ ਉਹਨਾਂ ਨੇ ਕਿਹਾ ਵੀ ਲਗਭਗ ਹੁੰਦਾ ਆ, ਕਿਸੇ 'ਚ ਇੰਨਾ ਆ, ਕਿਸੇ 'ਚ ਇੰਨਾ, ਕਿਸੇ ਇੰਨਾ, ਕਿ 100% 'ਚ ਹੀ ਆ। ਕੋਈ 100 ਚੋਂ ਇੱਕ ਵੀ ਨਹੀਂ ਬਚਿਆ, ਮਤਲਬ ਜੇ ਹੋਊਗਾ ਵੀ ਤਾਂ ਉਹ ਲੱਖ ਚੋਂ ਕੋਈ 5-10 ਹੀ ਨੇ। ਦੂਸਰੀ ਗੱਲ, ਇੱਕ ਹੋਰ ਜਿਹੜੀ ਲੋਕਾਂ ਦੇ ਮਨ 'ਚ ਬੜਾ ਤਗੜਾ ਵਹਿਮ ਹੁੰਦਾ, ਜੇ ਪੰਜਾਬ 'ਚ 6% ਅਮੀਰ ਨੇ ਨਾ, ਤੇ ਜੇ ਇੱਥੇ ਸਾਡੇ ਸਿੱਖਾਂ ਦੀ ਆਬਾਦੀ ਅਸੀਂ ਆਪਣੇ ਸਾਰੇ ਪੰਜਾਬੀਆਂ ਦੀ ਸਾਰਿਆਂ ਦੀ ਗਿਣ ਲਈਏ ਨਾ, ਵੀ ਭਾਜੀ 10 ਲੱਖ ਗਿਣ ਲਈਏ, ਚਲੋ ਮੋਟਾ ਜਾਂਦਾ ਚਲਾ ਲਓ, 10 ਲੱਖ ਗਿਣ ਲਓ, ਤੇ 10 ਲੱਖ ਦੇ ਵਿੱਚੋਂ 6% ਪਤਾ ਕਿੰਨਾ ਬੰਦਾ? 60,000 ਇੱਥੇ ਬੰਦਾ ਬਿਲੀਨੀਅਰ ਨਹੀਂਗਾ। ਬਿਲੀਨੀਅਰ ਛੱਡੋ, ਮਿਲੀਨੀਅਰ ਵੀ ਨਹੀਂਗਾ। ਬਿਲਕੁਲ, ਪੂਰੇ ਕੈਨੇਡਾ 'ਚ। ਹਾਂਜੀ ਹਾਂਜੀ, ਸੇਮ ਚੀਜ਼ਾਂ ਨੇ, ਸੇਮ ਕੁਝ ਹੈ। ਜਿੰਨੇ ਬੇਈਮਾਨੀ ਕਰਕੇ ਉੱਥੇ ਪੈਸੇ ਕਮਾ ਲਏ, ਇੱਥੇ ਵੀ ਬੇਈਮਾਨੀ ਵਾਲਿਆਂ ਦਾ ਝੰਡਾ ਬੋਲ ਪਾ ਲਾਇਆ। ਇਮਾਨਦਾਰੀ ਨਾਲ ਕੰਮ ਕਰਨ ਵਾਲੇ ਸਿਰਫ 1 ਤੋਂ 2% ਨੇ ਤਰੱਕੀ ਕੀਤੀ ਹੈ ਇੱਥੇ। ਜਿਨ੍ਹਾਂ ਨੇ ਇਮਾਨਦਾਰੀ ਨਾਲ ਬਹੁਤ ਵੱਡਾ ਪਲਟਾ ਮਾਰਿਆ, ਜਿਹੜੇ ਵਿਚਾਰੇ ਹੀ ਕਹਾਂਗਾ, ਕਿਉਂਕਿ ਜਿਹੜੇ 70 ਦੇ ਆਏ ਤੇ ਆਉਣ ਵਾਲੀ ਤੀਜੀ ਪੀੜ੍ਹੀ ਨੇ ਆ ਕੇ ਸੈਟਲ ਹੋਏ, ਲੇਕਿਨ ਉਹਨਾਂ 'ਚ ਪੰਗਾ ਇਹ ਪੈ ਗਿਆ ਕਿ ਉਹਨਾਂ ਦੀ ਜਿਹੜੀ ਆਉਣ ਵਾਲੀ ਤੀਜੀ ਪੀੜ੍ਹੀ ਨਾ ਉਹ ਪੰਜਾਬੀ ਰਹੇ, ਕੁਛ ਵੀ ਨਹੀਂ, ਨਾ ਅੱਗੇ ਤੇ ਨਾ ਪਿੱਛੇ ਦੇ, ਨਾ ਅੱਗੇ ਨਾ ਪਿੱਛੇ ਰਹੇ। ਇਸ ਕਰਕੇ ਕੋਈ ਬਹੁਤਾ ਵੱਡਾ ਚਾਅ ਨਾ ਪਾਲਿਆ ਕਰੋ ਕਿ ਵਿਦੇਸ਼ਾਂ 'ਚ ਆ ਕੇ ਅਸੀਂ ਨੇਰੀਆਂ ਲਿਆ ਦੇਣੀਆਂ। ਇਹੀ ਕੁਝ ਤੁਸੀਂ ਉੱਥੇ ਕਰ ਸਕਦੇ ਜੇ, ਚੱਕਰ ਆ ਸਿਸਟਮ ਬਦਲਣ ਦੀ। ਮੈਂ ਹਰ ਵਾਰੀ ਇਹੋ ਤੁਹਾਡੇ ਅੱਗੇ ਬੇਨਤੀ ਕਰਦਾ ਨਾ ਕਿ ਬੋਲੋ, ਇੱਥੇ ਬੋਲਣਾ ਜਾਣਦੇ ਆ, ਲੇਕਿਨ ਇੱਥੇ ਵੀ ਬੋਲਣ ਵਾਲਿਆਂ ਨੂੰ ਚੁੱਪ ਕਰਾਉਣਾ ਜਾਣਦੇ, ਜਿਹੜੇ ਇੱਥੋਂ ਦੇ ਲੋਕਲ ਨੇਟਿਵ ਨੇ। ਕਿਤੇ ਉਹਨਾਂ ਦੀ ਤੁਸੀਂ ਹਾਲਤ ਵੇਖੋ, ਉਹਨਾਂ ਦੇ ਵਿੱਚੋਂ ਲਗਭਗ 60% ਤੋਂ ਉੱਤੇ ਉਹ ਲੋਕ ਨੇ ਜਿਨ੍ਹਾਂ ਦੀ ਹੈਂਡ ਟੂ ਮਾਊਥ ਆ। ਬਿਲਕੁਲ, 60% ਨਹੀਂ, 90% ਤੋਂ ਉੱਤੇ ਉਹ ਲੋਕ ਨੇ ਜਿਹੜੇ ਹੈਂਡ ਟੂ ਮਾਊਥ ਆ, ਤੇ 60% ਉਹ ਨੇ ਜਿਹੜੇ ਤਕਰੀਬਨ ਨਸ਼ਿਆਂ 'ਚ ਗ੍ਰਸਤ ਨੇ। 60% ਚਲੋ ਜੇ ਜ਼ਿਆਦਾ ਮੈਂ ਕਹਿ ਗਿਆ ਤਾਂ, ਲੇਕਿਨ ਲਗਭਗ 40% ਦੇ ਲਾਗੇ ਚਾਗੇ ਨੇ। ਉਹਨਾਂ ਦੀ ਦਾਰੂ, ਉਹਨਾਂ ਦੇ ਦੂਜੇ ਨਸ਼ੇ, ਉਹਨਾਂ ਦੀ ਪੂਰਤੀ ਹੁੰਦੀ ਸਿਰਫ, ਉਹ ਵੀ ਕਈ ਵਾਰ ਆਖਰੀ ਡੇਟਾਂ 'ਚ ਰੋਟੀ ਪਾਣੀ ਤੋਂ ਆਹਰ ਹੋ ਜਾਂਦੇ ਆ। ਫਿਰ ਇੱਥੇ ਹੋਮਲੈਸ ਦੀ ਗਿਣਤੀ ਦਿਨ ਬ ਦਿਨ ਵੱਧ ਰਹੀ ਹੈ, ਬਿਲਕੁਲ ਘੱਟ ਨਹੀਂ ਰਹੀ। ਅਨਪੜ੍ਹ ਲੋਕਾਂ ਦੀ ਗਿਣਤੀ ਵੀ ਵਧੀ ਆ। ਅਜੇ ਕਿ ਇੱਥੇ ਸਾਰਾ ਕੁਝ ਫ੍ਰੀ, ਐਜੂਕੇਸ਼ਨ ਫ੍ਰੀ ਆ। +2 ਵੇਖੋ, +2 ਬੰਦੇ ਨਹੀਂ ਮਿਲਦੇ ਪੰਜਾਬੀਆਂ 'ਚ। ਅਜੇ ਬਹੁਤ ਪਲੱਸ ਪੁਆਇੰਟ ਆ ਸਾਡੇ ਇੰਡੀਅਨ ਦੇ ਵਿੱਚ, ਫਿਲੀਪੀਨ 'ਚ, ਦੂਜਿਆਂ 'ਚ, ਕਿ ਉਹਨਾਂ ਦੇ ਬੱਚੇ +2 ਤੱਕ ਪੜ੍ਹਦੇ, ਪੜ੍ਹਨ ਤੋਂ ਬਾਅਦ ਸੈਟਲ ਵੀ ਹੁੰਦੇ ਆ। ਬਿਲਕੁਲ। ਇਸ ਕਰਕੇ ਇਹ ਮੈਂ ਤੁਹਾਨੂੰ ਇਸ ਕਰਕੇ ਦੱਸਿਆ, ਕਿਉਂਕਿ ਅਸੀਂ ਇਹ ਨਾ ਕਹੀ ਜੇ ਵੀ ਉੱਥੋਂ ਜਿਹੜਾ ਬਜ਼ੁਰਗ ਤੁਰ ਕੇ ਆਉਂਦੇ ਵੀ ਕੋਈ ਇੱਥੇ ਖੁਸ਼ ਨਹੀਂ ਜੇ। ਬੇਸਮੈਂਟਾਂ 'ਚ 2 ਘੰਟੇ ਕੱਢਣੇ, 4 ਘੰਟੇ, 10 ਘੰਟੇ ਕੱਢਣੇ ਸੌਖੇ ਆ। ਬੇਸਮੈਂਟ 'ਚ 10 ਮਹੀਨੇ ਕੱਢਣੇ ਬਹੁਤ ਔਖੇ ਜੀ, ਬਹੁਤ ਔਖੇ। ਟੈਂਪਰੇਰੀ ਤਾਂ ਕੁਝ ਵੀ ਚੰਗਾ ਲੱਗਦਾ, ਲੰਮੇ ਸਮੇਂ ਲਈ ਸਾਰੀਆਂ ਗੱਲਾਂ ਜਿਹੜੀਆਂ ਇਸ ਕਰਕੇ ਇੱਥੇ ਰੋ ਨਾ, ਹਿੰਮਤ ਕਰੋ, ਹਿੰਮਤ ਕਰੋ। ਜੇ ਤੁਸੀਂ ਇੱਥੇ ਸਰਕਾਰਾਂ ਚੰਗੀਆਂ ਬਣਾ ਲਿਆ ਕੈਨੇਡਾ ਅਮਰੀਕਾ ਨਾਲੋਂ, ਤਾਂ ਲਾਈਫ ਇੱਥੇ ਬਹੁਤ ਈਜੀ ਆ। ਬਿਲਕੁਲ, ਕਿਸੇ ਨਾਲ ਗੱਲਾਂ ਕੀਤੀਆਂ, ਕਿਸੇ ਨਾਲ ਨਾ ਕੀਤੀਆਂ। ਇੱਥੇ ਜਿਹੜੇ ਬਜ਼ੁਰਗ ਨੂੰ ਇੰਗਲਿਸ਼ ਨਹੀਂ ਆਉਂਦੀ, ਉਹ ਕੀ ਕਹੂ ਕਿਸੇ ਨੂੰ ਜੀ? ਉੱਥੇ ਤੁਸੀਂ ਬਾਹਰ ਨਿਕਲ ਜਾਂਦੇ ਜੇ, ਕਿਸੇ ਨੂੰ ਧੀ ਦੀ, ਕਿਸੇ ਨੂੰ ਭੈਣ ਦੀ, ਕਿਸੇ ਨੂੰ 4 ਗਾਲਾਂ ਕੱਢੀਆਂ, ਕਿਸੇ ਕੋਲ ਲਈਆਂ, ਕਿਸੇ ਨਾਲ ਵੈਸੇ ਹੀ ਛੇੜ ਕੇ, ਚਲੋ ਕੱਲੀਆਂ ਗਾਲਾਂ ਨਹੀਂ, ਜ਼ਿੰਦਗੀ 'ਚ ਹੋਰ ਵੀ ਬੜਾ ਕੁਛ ਹੈਗਾ। ਨਹੀਂ, ਕਿਸੇ ਨੂੰ ਛੇੜ ਕੇ ਵੈਸੇ ਹੀ ਚੱਲ ਗਏ, ਕਿਸੇ ਨਾਲ ਮਾਹੌਲ ਕਰ ਲਿਆ, ਕਿਸੇ ਦੀ ਮਰਗ ਤੇ ਚੱਲ ਗਏ, ਕਿਸੇ ਦੇ ਹੋਰ। ਇੱਥੇ ਤੇ ਬਜ਼ੁਰਗ ਦੀ ਡੈਥ ਹੋ ਜਾਏ ਤਾਂ ਪਹਿਲਾਂ ਘਰਦਿਆਂ ਨੂੰ ਬੁਖਾਰ ਚੜਿਆ ਹੁੰਦਾ ਵੀ ਤਕਰੀਬਨ 10,000 ਤੋਂ ਲੈ ਕੇ 15-16,000 ਡਾਲਰ ਖਰਚਾ ਚਿਪ ਜਾਣਾ। ਇੱਥੋਂ ਅਸੀਂ ਤੁਹਾਡੇ ਵੱਲੋਂ ਆਉਣਾ ਹੋਵੇ ਤਾਂ ਸਾਨੂੰ ਬੁਖਾਰ ਚੜਿਆ ਹੁੰਦਾ ਵੀ ਭਾਈ 10-12,000 ਡਾਲਰ ਲੱਗ ਜਾਣਾ। ਇਸ ਕਰਕੇ ਕੋਈ ਏਡੀ ਖਾਸ ਸਾਡੇ ਬਾਰੇ ਵੀ ਖੁਸ਼ ਹੋਣ ਦੀ, ਖੁਸ਼ਫਹਿਮੀ ਦੀ ਲੋੜ ਨਹੀਂ। ਜਿਹੜੇ ਮੇਰੇ ਵੀਰ ਇੱਥੇ ਰਹਿੰਦੇ ਆ, ਇਹ ਸੱਚੀਆਂ ਗੱਲਾਂ ਨੇ। ਨਹੀਂ ਤਾਂ ਮੇਰੇ ਸਾਹਮਣੇ ਪ੍ਰਤਾਖ ਖਾ ਕੇ ਕੋਈ ਬਹਿਸ ਕਰ ਲੇ, ਚਾਹੇ ਕੋਈ ਮਿਲੀਨੀਅਰ ਆ, ਚਾਹੇ ਕੋਈ ਬਿਲੀਨੀਅਰ ਆ, ਚਾਹੇ ਕੋਈ 70 ਦਾ ਆਇਆ, ਚਾਹੇ ਕੋਈ ਹੁਣ ਆਇਆ, ਮੈਂ ਸਾਰਿਆਂ ਦੀ ਪੁੱਛ ਕੇ ਤੁਹਾਡੇ ਸਾਹਮਣੇ ਤਸੱਲੀ ਕਰਾ ਦੂੰਗਾ ਵੀ ਭਾਈ ਇੱਥੇ ਸਾਰਿਆਂ ਦੀ ਹਾਲਤ ਇੱਕੋ ਜਿਹੀ ਆ। ਪਰ ਮੈਂ ਹੁਣ ਨਾ ਜੀ ਗੇਰ ਦੂਜਾ ਪਾਉਣਾ ਚਾਹੁੰਦਾ ਬਲ ਸਾਹਿਬ ਕੋਲ। ਬਲ ਸਾਹਿਬ ਬੜੀਆਂ ਸੀਰੀਅਸ ਗੱਲਾਂ ਹੋ ਗਈਆਂ। ਕੋਈ ਤੁਸੀਂ ਹਾਸ ਕਲਾਕਾਰ ਹੋ, ਹਾਸ ਰਸ ਕਲਾਕਾਰ ਜਿਹਨੂੰ ਕਹਿੰਦੇ ਹੁੰਦੇ ਆ ਹਿੰਦੀ 'ਚ, ਹਾਸਿਆ ਕਲਾਕਾਰ, ਕਮੇਡੀਅਨ ਹੈਗੇ ਹੋ ਤੁਸੀਂ, ਤੇ ਪਰ ਹੁਣ ਗੇਰ ਬਦਲੋ।
ਕੋਈ ਨਵੀਂ ਜਨਰੇਸ਼ਨ ਨੂੰ ਕੋਈ ਸੁਨੇਹਾ ਦੇਣਾ ਕੋਈ ਦਿਓ। ਬਿਲਕੁਲ ਜੀ, ਮੁੰਡੇ ਖੁੰਡਿਆਂ ਵਾਲੀ ਗੱਲ ਕੋਈ ਕਰੋ। ਤੁਸੀਂ ਮੁੰਡੇ ਖੁੰਡੇ ਹੀ ਹੋ, ਤੁਸੀਂ ਕਿਹੜੇ ਬੁੱਢੇ? ਹਾਂ ਨਹੀਂ ਬਿਲਕੁਲ ਜੀ। ਇੱਕ ਤੇ ਨਹੀਂ ਜੀ, ਵੇਖੋ ਜੀ, ਦਿਲ ਹੋਣਾ ਚਾਹੀਦਾ, ਜਵਾਨ ਉਮਰਾਂ 'ਚ ਕੀ ਰੱਖਿਆ। ਚਲੋ ਫਿਰ ਜਵਾਨੀ ਦੀ ਗੱਲ ਕਰੋ। ਹਾਂਜੀ, ਤੇ ਜਵਾਨੀ 'ਚ ਇਹੀ ਹੁੰਦਾ ਜੀ ਜਿਸ ਤਰ੍ਹਾਂ, ਲੇਕਿਨ ਮੈਂ ਉਸ ਤੋਂ ਪਹਿਲਾਂ 2 ਲਾਈਨਾਂ ਤੁਹਾਨੂੰ ਸੁਣਾ ਦਿਆਂ, ਕਿਉਂਕਿ ਹੁਣ ਸੀਰੀਅਸ ਤੋਂ ਹੌਲੀ ਹੌਲੀ ਤੁਹਾਨੂੰ ਤਾਂ ਨੂੰ ਉਠਾਵਾਂਗੇ। ਤੇ 2 ਲਾਈਨਾਂ ਮੈਂ ਤੁਹਾਨੂੰ ਉਹ ਸੁਣਾਵਾਂਗਾ ਕਿ ਜਿਹਦੇ 'ਚ ਤੁਸੀਂ ਅੰਦਰੋਂ ਬੂਸਟ ਹੋ ਜਾਓ ਕਿ ਅਸੀਂ ਪਹਿਲੇ ਜ਼ਮਾਨੇ 'ਚ ਜਿਹੜੇ ਸੀਗੇ, ਸਾਡੇ ਜਿਹੜੇ ਬਜ਼ੁਰਗ ਸੀਗੇ, ਉਹ ਖੁਸ਼ ਕਿਉਂ ਸੀਗੇ ਜੀ। ਹਾਂਜੀ ਹਾਂਜੀ। ਵੇਖੋ ਜੀ, ਪਹਿਲਾਂ ਇੰਨੀ ਕਮਾਈ ਨਹੀਂ ਸੀ ਤੇ ਗ੍ਰਿਸ਼ਤੀ ਵਿੱਚ ਵੀ ਲੜਾਈ ਨਹੀਂ ਸੀ। ਬਿਲਕੁਲ, ਬਹੁਤੀਆਂ ਕਮਾਈਆਂ ਨਹੀਂ ਸੀ ਹੁੰਦੀਆਂ, ਨਾ ਲੜਾਈਆਂ। ਲੜਾਈ ਨਹੀਂ, ਤੇ ਸਾਰੇ ਭੈਣ ਭਰਾ ਇਕੱਠੇ ਰਹਿੰਦੇ ਸੀ। ਖਾਰ ਖਾਣੇ, ਦੋਸਤ ਭਾਈ ਨਹੀਂ ਸੀ, ਤੇ ਸ਼ਰਮ ਹਰ ਇੱਕ ਨੇ ਲਾਈ ਨਹੀਂ ਸੀ। ਵੇਖੋ ਜੀ, ਛੋਟੇ ਤੁਰਦੇ ਮਗਰ ਸੀ ਉਦੋਂ, ਮਾਂ ਪਿਓ ਦੀ ਵੀ ਕਦਰ ਸੀ ਉਦੋਂ। ਵੱਡੀ ਨਾ ਕੋਈ ਸਦਰ ਸੀ ਉਦੋਂ, ਟੱਬਰ ਵਿੱਚ ਵੀ ਸਬਰ ਸੀ ਉਦੋਂ। ਅਸਲ ਮੇਨ ਚੀਜ਼ ਹੁਣ ਸਾਡੇ ਪੰਜਾਬ 'ਚ ਇੱਕ ਚੀਜ਼, ਕਿ ਸਬਰ ਖਤਮ ਹੋ ਰਿਹਾ। ਇੱਥੇ ਤਾਂ ਹੈ ਹੀ ਆ, ਇਹਨਾਂ ਮੁਲਕਾਂ 'ਚ ਤਾਂ ਸਬਰ ਖਤਮ ਹੈ ਹੀ ਆ। ਵੀ ਇਹਨਾਂ ਮੁਲਕਾਂ 'ਚ ਤਾਂ ਸਬਰ ਇਸ ਕਰਕੇ ਖਤਮ ਆ, ਮੁਸੀਬਤ ਆ ਸਾਡੀ ਵੀ ਜੇ ਅਸੀਂ ਕੰਮ ਨਹੀਂ ਕਰਦੇ, ਜੇ ਅਸੀਂ ਸਾਰਾ ਟੱਬਰ ਕੰਮ 'ਚ ਨਹੀਂ ਝੋਕਦੇ, ਤੇ ਇੱਥੇ ਗੁਜ਼ਾਰਾ ਔਖਾ ਆ। ਬਿਲਕੁਲ। ਉੱਥੇ ਮਹਿੰਗਾਈ ਰੁਪਈਆਂ 'ਚ ਵੱਧਦੀ, ਇੱਥੇ ਡਾਲਰਾਂ 'ਚ ਵੱਧਦੀ ਆ। ਕਿਤੇ ਭੁਲੇਖੇ 'ਚ ਨਾ ਰਿਹਾ ਕਰੋ ਡਾਲਰ ਕਮਾਉਂਦਾ ਆ। ਉੱਥੇ ਰੁਪਈਆਂ 'ਚ ਵੱਧਦੀ ਆ, ਪੈਸਿਆਂ 'ਚ ਵੱਧਦੀ ਆ, ਇੱਥੇ ਡਾਲਰਾਂ 'ਚ ਵੱਧਦੀ ਆ। ਵੇਖੋ ਜੀ, ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਨਹੀਂ ਸੀ, ਤੇ ਸੋਫੇ ਵੱਡੇ, ਘਰ ਦਲਾਨ ਨਹੀਂ ਸੀ, ਇੰਨੇ ਬਿੱਲ ਚਲਾਨ ਨਹੀਂ ਸੀ, ਤੇ ਟੱਬਰ ਵੀ ਇੰਨਾ ਬੇਆਰਾਮ ਨਹੀਂ ਸੀ। ਬਿਲਕੁਲ। ਤੇ ਉਦੋਂ ਕੀ ਹੁੰਦਾ ਸੀਗਾ ਵੀ ਕਿਤੇ 1-2 ਬੱਸਾਂ ਜਾਣੀਆਂ ਤੇ ਭਰੀਆਂ ਜਾਣੀਆਂ, ਟਾਂਗੇ ਜਾਣੇ, ਜਾਂ ਕਿ ਤੁਰ ਕੇ ਚੱਲ ਜਾਣਾ, ਜੇ ਲਾਗੇ ਲੋਕੇ ਜਾਣਾ, ਜਾਂ ਸਾਈਕਲਾਂ ਤੇ ਚੱਲ ਜਾਣਾ। ਇੰਨੇ ਸਕੂਟਰ, ਬੱਸ ਤੇ ਕਾਰਾਂ ਨਹੀਂ ਸਨ, ਤੇ ਇੰਨੀਆਂ ਕਰਪਟ ਸਰਕਾਰਾਂ ਨਹੀਂ ਸਨ ਜਿਵੇਂ ਤੁਸੀਂ ਹੁਣ ਕਹਿੰਦੇ ਜੀ। ਕਰਪਟ ਸੀਗੀਆਂ ਪਰ ਇੰਨੀਆਂ ਨਹੀਂ ਸੀ। ਕਾਰੋਬਾਰਾਂ ਵਿੱਚ ਵਗਾਰਾ ਨਹੀਂ ਸਨ। ਕਾਰੋਬਾਰਾਂ 'ਚ ਵਗਾਰਾ ਦਾ ਮਤਲਬ ਵੀ ਜੇ ਮੈਂ ਬੱਸ ਪਾ ਲਈ ਤੇ ਮੈਂ ਕਦੀ ਅੱਜ ਲੀਡਰ ਦੇ ਫੰਕਸ਼ਨ ਤੇ ਚੱਲ ਗਿਆ, ਅੱਜ ਮੈਂ ਉੱਥੇ ਚੱਲ ਗਿਆ। ਜੇ ਮੈਂ ਪੁਲਿਸ 'ਚ ਆ ਤੇ ਮੈਂ ਕਿਸੇ ਦੇ ਘਰ ਉਹ ਮੱਝਾਂ ਚੋ ਰਿਹਾ ਜਾਂ ਕੁਛ ਕਰ ਰਿਹਾ। ਉਦੋਂ ਹਰ ਬੰਦਾ ਆਪਣਾ ਕੰਮ ਕਰਦਾ ਸੀ। ਕਾਰੋਬਾਰਾਂ ਵਿੱਚ ਵਗਾਰਾ ਨਹੀਂ ਸਨ, ਤੇ ਅਫਸਰ ਸ਼ਾਹੀ ਨੂੰ ਵੀ ਇੰਨੀਆਂ ਮਾਰਾਂ ਨਹੀਂ ਸਨ ਜਿਸ ਤਰ੍ਹਾਂ ਉਹ ਕੱਲ ਪਰਸੋਂ ਫੜੇ ਗਏ। ਮਹਾਂਪੁਰਸ਼ ਡੀਸੀ ਬੰਦਾ, ਡੀਸੀ ਕਿੰਨੇ ਕੁ ਫੜੇ ਗਏ ਜੀ? ਐਵੇਂ ਬਲ ਸਾਹਿਬ ਕਹੀ ਜਾਂਦੇ ਉਸ 15-16 ਕਿਲੋ ਸੋਨਾ ਕੀ ਹੁੰਦਾ? ਕੁਛ ਵੀ ਨਹੀਂ। ਉਹ ਸੋਨਾ ਛੱਡੋ, ਉਹ ਤੋਂ ਪਹਿਲੇ ਜਿਹੜੀ ਕਮਿਸ਼ਨ ਕਿੰਨੀ ਬਣਦੀ ਸੀ ਮਹਾਂਪੁਰਸ਼ਾਂ ਦੀ, 1% ਨੇ ਕਿੰਨੀ ਬਣਦੀ ਸੀ। ਇੱਕ ਕੋ 7 ਕਰੋੜ ਚੋਂ ਲੈਣੀ ਸੀ, ਇੱਕ ਕੋ 12 ਕਰੋੜ ਚੋਂ ਲੈਣੀ ਸੀ, ਇੱਕ ਚੋਂ ਕਿੰਨੇ ਕਰੋੜ ਚੋਂ ਲੈਣੀ ਸੀ। ਤੇ ਅਫਸਰਸ਼ਾਹੀ ਨੂੰ ਵੀ ਇੰਨੀਆਂ ਮਾਰਾਂ ਨਹੀਂ ਸਨ। ਵੇਖੋ ਜੀ, ਉਦੋਂ ਇੰਨਾ ਯੁੱਗ ਮਸ਼ੀਨੀ ਨਹੀਂ ਸੀ, ਬਹੁਤੀ ਟੌਰ ਸ਼ਕੀਨੀ ਨਹੀਂ ਸੀ, ਸੋਚ ਵੀ ਇੰਨੀ ਕਮੀਨੀ ਨਹੀਂ ਸੀ, ਤਾਂ ਹੀ ਉਹ ਹਰ ਪਾਸੇ ਗਮਗੀਨੀ ਨਹੀਂ ਸੀ ਜਿਹੜੀ ਚੀਜ਼ ਹੁਣ ਹੋਈ ਆ। ਪੰਜਾਬ ਅਸੀਂ ਪਹਿਲਾਂ ਨੇ ਸਾਡਾ ਰੰਗਲਾ ਪੰਜਾਬ ਹੁੰਦਾ ਸੀ, ਪੰਜਾਬ ਰੰਗਲਾ ਸੀ, ਸਦਾ ਹੀ ਰੰਗਲਾ। ਵਿਦੇਸ਼ ਮਿਹਨਤੀਆਂ ਦਾ ਤੇ ਸਦਾ ਮਿਹਨਤੀਆਂ ਦਾ ਰਹਿਣਾ। ਜੇ ਮੈਂ ਅੱਗੇ ਗੱਲ ਕੀਤੀ ਸੀ, ਉਹਦੇ 'ਚ ਗੁੱਸਾ ਕਰਨ ਦੀ ਲੋੜ ਨਹੀਂ। ਇੱਥੇ ਜਿਹੜਾ ਬੰਦਾ ਸਖਤ ਮਿਹਨਤ ਕਰਦਾ ਨਾ, ਉਹਦਾ ਗੁਜ਼ਾਰਾ ਚੱਲਦਾ। ਜਿਹੜਾ ਉੱਥੇ ਸਖਤ ਕਰਦਾ, ਉਹ ਵੀ ਭੁੱਖਾ ਨਹੀਂ ਜੇ ਮਰਦਾ। ਤੁਸੀਂ ਸੋਚੋ, ਜੇ ਰੇਹੜੀ ਵਾਲਾ ਉੱਥੇ ਰੱਜ ਕੇ ਖਾ ਸਕਦਾ, ਜੇ ਉੱਥੇ ਮਜ਼ਦੂਰ ਰੱਜ ਕੇ ਖਾ ਸਕਦਾ ਜਿਹਨੂੰ ਦਿਹਾੜੀ ਮਿਲਦੀ ਆ, ਤੇ ਫਿਰ ਅਸੀਂ ਇਹ ਕਿਸ ਤਰ੍ਹਾਂ ਕਹਿ ਜਾਂਦੇ ਵੀ ਜੋ ਪੰਜਾਬ 'ਚ ਆ ਨਹੀਂ ਹੈਗਾ, ਜੇ ਨਹੀਂ। ਅਸੀਂ ਉਦੋਂ ਭੁੱਖੇ ਮਾਰਦੇ ਜਦੋਂ ਚਿੱਟਾ ਕੁੜਤਾ ਪਜਾਮਾ ਪਾ ਕੇ, ਅਸੀਂ ਕਰਨਾ ਨਹੀਂ ਚਾਹੁੰਦੇ ਕੁਛ ਵੀ, ਤੇ ਤੇਲ ਵੱਖਰਾ ਫੂਕਦੇ ਹਾਂ। ਜਦੋਂ ਸਰਕਾਰਾਂ ਬੇਈਮਾਨ ਹੈਗੇ ਤੇ ਅਸੀਂ ਕਿੰਤੂ ਪਰੰਤੂ ਨਹੀਂ ਕਰਦੇ। ਬਸ ਜੇ ਹੁਣ ਅਸੀਂ ਰੇਹੜੀ ਵਾਲੇ ਦੀ ਗੱਲ ਕਰਦੇ, ਮਜ਼ਦੂਰ ਦੀ ਗੱਲ ਕਰਦੇ, ਸਾਰਿਆਂ ਨੂੰ ਮਜ਼ਦੂਰੀ ਨਹੀਂ ਮਿਲਦੀ ਬਲ ਸਾਹਿਬ ਉਦੋਂ, ਪਰ ਕਰਨ ਵਾਲਾ ਵੀ ਤਾਂ ਹੋਵੇ ਕੋਈ। ਬਿਲਕੁਲ। ਜੇ ਮਜ਼ਦੂਰੀ ਨਹੀਂ ਮਿਲਦੀ ਤੇ ਉਹਦੇ ਲਈ ਜ਼ਿੰਮੇਵਾਰ ਸਮਾਜ ਤੇ ਸਰਕਾਰ ਦੋਨੋਂ ਆ। ਬਿਲਕੁਲ ਜੀ। ਸਮਾਜ ਵੀ ਉਹਦੇ ਲਈ ਕੀ ਕਰਦਾ? ਸਰਕਾਰ ਦੇ ਗਲ ਅੰਗੂਠਾ ਦਿੰਦੇ ਅਸੀਂ ਕਿ ਭਾਈ ਸਾਡੇ ਲਈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰੋ। ਅਸੀਂ ਉਹ ਵੀ ਨਹੀਂ ਕਹਿੰਦੇ, ਵੋਟਾਂ ਹੀ ਪਾਉਂਦੇ ਕੱਲੀਆਂ। ਉਹ ਤਾਂ ਜਿਵੇਂ ਅੱਗੇ ਦੱਸਿਆ ਵੀ ਆਪਾਂ ਜਾਂ ਤੇ ਬਿਲਕੁਲ ਹੀ ਸਿਰਾ ਲਾ ਦਿੰਦੇ ਜਾਂ ਸਿਰੇ ਲਾ ਦਿੰਦੇ। ਤੇ ਇਹ ਸਾਰਾ ਕੁਝ ਹੈ ਸੀ ਜਿਹਦੇ ਕਰਕੇ ਅਸੀਂ ਜੀ ਉਦੋਂ ਇੰਨੇ ਵੱਡੇ ਖਿਲਾਰੇ ਨਹੀਂ ਸਨ, ਕੋਠੀਆਂ ਮਹਿਲ ਚੁਬਾਰੇ ਨਹੀਂ ਸਨ, ਕਮਾਉਂਦੇ ਭਾਵੇਂ ਜੀ ਸਾਰੇ ਨਹੀਂ ਸਨ, ਪਰ ਏਡੇ ਔਖੇ ਗੁਜ਼ਾਰੇ ਨਹੀਂ ਸਨ। ਉਦੋਂ ਇੱਜ਼ਤਾਂ ਸਭ ਦੀਆਂ ਸਾਂਝੀਆਂ, ਘਰ ਦੀ ਰਾਖੀ ਕਰਨੀ, ਗਵਾਂਢੀਆਂ ਬਰਾਤਾਂ ਜਾਂਦੀਆਂ ਸੀ ਇੱਕ ਘਰ 'ਚ ਸਾਂਭੀਆਂ। ਜਿਹਦਾ ਵੱਡਾ ਸਾਰਾ ਵਿਹੜਾ ਹੁੰਦਾ ਸੀ, ਉਹ 'ਚ ਟੈਂਟ ਲਾ ਲੈਣੇ, ਉਹ 'ਚ ਕੁਰਸੀਆਂ ਲਾ ਲੈਣੇ, ਉਹ 'ਚ ਟੇਬਲ ਲਾ ਲੈਣੇ, ਚਲੋ ਜੀ ਫਲਾਣੇ ਦੀ ਧੀ ਵਿਆਹੇਗੀ, ਫਲਾਣੇ ਦੀ ਵਿਆਹੇਗੀ, ਤੇ ਮੰਗ ਲੈਂਦੇ ਸੀ ਗਵਾਂਢੀਆਂ ਤੋਂ, ਹਾਂਡੀਆਂ ਤੋਂ ਮੰਗ ਤੰਗ ਕੇ ਗੁਜ਼ਾਰਾ ਹੋ ਜਾਂਦਾ। ਲੇਕਿਨ ਜਿਹੜੀ ਗੱਲ ਭਾਜੀ ਹੁਣ ਕਰ ਰਹੇ, ਹੁਣ ਆਪਾਂ ਆਉਂਦੇ ਤੁਹਾਡੇ ਵਾਲੇ ਨੌਜਵਾਨ ਪੀੜ੍ਹੀ ਜੀ, ਮੈਂ ਇਸ ਗੱਲ ਦੇ ਹੱਕ 'ਚ ਹਾਂ ਕਿ ਜਿਹੜੇ ਅਸੀਂ ਪੰਜਾਬੀ ਸੱਥ ਵਿੱਚ ਜਦੋਂ ਬੈਠ ਕੇ ਗੱਲ ਕਰਦੇ ਨਾ ਜੀ, ਮੈਨੂੰ ਇਸ ਗੱਲ ਦੀ ਆਪਦੀ ਗਲਤੀ ਦਾ ਅਹਿਸਾਸ ਹੈਗਾ। ਅਸੀਂ ਬਜ਼ੁਰਗਾਂ ਦੀਆਂ ਗੱਲਾਂ ਕਰਦੇ, ਹਾਂਜੀ, ਉਹ ਨੌਜਵਾਨ ਤਬਕਾ ਸ਼ਿਕਾਇਤ ਕਰਦਾ, ਕਹਿੰਦੇ ਤੁਸੀਂ ਪੁਰਾਣੀਆਂ ਗੱਲਾਂ ਬੁੱਢੇ ਬੁੜੀਆਂ ਦੀਆਂ ਕਰੀ ਜਾਂਦੇ ਹੋ, ਤੁਸੀਂ ਸਾਡੇ ਬਾਰੇ ਤਾਂ ਕਦੀ ਕਰਦੇ ਹੀ ਨਹੀਂ। ਅਸੀਂ ਤੁਹਾਡਾ ਪ੍ਰੋਗਰਾਮ ਕਿਉਂ ਸੁਣੀਏ, ਕਿਉਂ ਵੇਖੀਏ, ਅਸੀਂ ਕਿਆ ਆਪਦਾ ਟਾਈਮ ਕਿਉਂ ਬਰਬਾਦ ਕਰੀਏ। ਫਿਰ ਮੈਂ ਵਾਲ ਸਾਹਿਬ ਨੂੰ ਬੇਨਤੀ ਕੀਤੀ, ਵਾਲ ਸਾਹਿਬ ਵੀ ਇਹ ਨੌਜਵਾਨ ਪੀੜ੍ਹੀ ਜਿਹੜੀ ਆ ਸਾਡਾ ਸਰਮਾਇਆ, ਸਾਡਾ ਭਵਿੱਖ ਹੈ ਅਸਲ ਵਿੱਚ। ਹਾਂਜੀ, ਠੀਕ ਹੈ ਜੀ। ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਵਰਗੇ ਬਣ ਕੇ ਹੀ ਗੱਲ ਕਰ ਸਕਦੇ ਹਾਂ। ਇਹਨਾਂ ਨੂੰ ਅਸੀਂ ਦਾਨੀਆਂ ਗੱਲਾਂ, ਸਿਆਣੀਆਂ ਜਿਹੀਆਂ ਗੱਲਾਂ ਦਾ ਬੋਝ ਪਾ ਕੇ
ਇਹਨਾਂ ਦਾ ਮਨ ਨਹੀਂ ਜਿੱਤ ਸਕਦੇ, ਨਾ ਦਿਲ ਨਹੀਂ ਲਾ ਸਕਦੇ, ਨਾ ਹੀ ਅਸੀਂ ਇਹਨਾਂ ਨੂੰ ਕਹਿ ਸਕਦੇ ਸਾਡੀ ਗੱਲ ਜ਼ਰੂਰ ਸੁਣੋ। ਇਹਨਾਂ ਦੀ ਗੱਲ ਇਹਨਾਂ ਦੀ ਭਾਸ਼ਾ 'ਚ ਕੀਤੀ ਜਾਵੇ ਤਾਂ ਚੰਗੀ। ਬਿਲਕੁਲ ਜੀ, ਅਸੀਂ ਵੀ ਸਕੂਲ 'ਚ ਪੜ੍ਹੇ ਆ, ਮੈਂ ਵੀ ਕਾਲਜਾਂ 'ਚ ਪੜ੍ਹਿਆ, ਇੱਕ ਨਹੀਂ ਬਲਕਿ 2-2 ਕਾਲਜਾਂ 'ਚ 2-2 ਯੂਨੀਵਰਸਿਟੀਆਂ 'ਚ ਪੜ੍ਹਿਆ। ਤੇ ਉਹ ਚੀਜ਼ਾਂ ਵਾਪਰੀਆਂ ਹੁੰਦੀਆਂ ਹਰੇਕ ਨਾ, ਕੋਈ ਮੰਨੇ ਨਾ ਮੰਨੇ। ਸਿਆਣੇ ਕਹਿੰਦੇ ਇਸ਼ਕ ਮੁਸ਼ਕ ਕਦੀ ਗੁੱਝੇ ਨਹੀਂ ਰਹਿੰਦੇ, ਤੇ ਭਾਵੇਂ ਲੱਖ ਪਰਦੇ ਪਾਈਏ। ਤੇ ਉਹ ਗੱਲ ਵੱਖਰੀ ਹੁੰਦੀ ਕਿ ਰੱਬ ਪਰਦਾ ਪਾ ਕੇ ਰੱਖੇ ਕਿ ਜਿਹੜਾ ਫੜਿਆ ਗਿਆ ਜੀ ਉਹ ਚੋਰ, ਬਾਕੀ ਸਾਧ ਹੀ ਆ, ਸਾਰੇ ਹੀ ਸਾਧ ਨੇ। ਤੇ ਇਸ ਤਰ੍ਹਾਂ ਦੀ ਇੱਕ ਘਟਨਾ ਜੀ ਮੈਂ ਤੁਹਾਡੇ ਨਾਲ ਰੂਬਰੂ ਸਾਂਝੀ ਕਰ ਲੱਗਾ। ਜਦੋਂ ਅਸੀਂ ਨਾ ਸਕੂਲ ਕਾਲਜ 'ਚ ਹੁੰਦੇ ਆ, ਸ਼ਰਾਰਤੀ ਜਿਹਾ ਮਨ ਹੁੰਦਾ, ਲੈ ਯਾਰ ਫਲਾਣੀ, ਹੁਣ ਇਸ ਟਾਈਮ ਤੁਹਾਨੂੰ ਕਹਿਣਾ ਵੀ ਸੋਹਣਾ ਲੱਗਦਾ, ਕੁੜੀ ਜਾਂ ਕੋਈ ਫਲਾਣੀ ਆਪਣੀ ਕਲਾਸ ਫੈਲੋ ਸੋਹਣੀ ਲੱਗਦੀ ਹੈ, ਤੇ ਚੱਲ ਯਾਰ ਤੂੰ ਛੇੜ, ਸ਼ਰਾਰਤ ਕਰ, ਗੱਲ ਤੋਰ। ਜੇ ਤੋਰੇਗਾ ਤਾਂ ਹੋ ਸਕਦਾ ਕੱਲ ਨੂੰ ਅਸੀਂ ਵੀ ਉਸ ਸਰਕਲ 'ਚ ਇਕੱਠੇ ਹੋਣੇ ਸ਼ੁਰੂ ਹੋ ਜਾਈਏ। ਜਿਹੜੀ ਇਹ ਸਮਝੋ ਕਿ ਇਹ ਚੀਜ਼ ਜੀ ਅਸਲ 'ਚ 2000 ਤੋਂ ਬਾਅਦ ਜ਼ਿਆਦਾ ਪਾਪੂਲਰ ਹੋਈ। 2000 ਤੋਂ ਪਹਿਲਾਂ ਥੋੜੀ ਜਿਹੀ ਸ਼ਰਾਰਤ ਜ਼ਿਆਦਾ ਸੀ। ਜਦੋਂ ਅਸੀਂ ਉਦੋਂ ਤਾਂ ਇੰਨੀ ਕੁ ਸ਼ਰਾਰਤ ਸੀ ਕਿ ਉਦੋਂ ਤੇ ਸਾਰਿਆਂ ਨੂੰ ਇਹ ਲੱਗਦਾ ਹੁੰਦਾ ਭੈਣ ਭਰਾ ਹੀ ਨੇ। ਜੁੱਤੀ ਦਾ ਵੀ ਡਰ ਹੁੰਦਾ ਸੀ ਨਾ, ਜੁੱਤੀ ਦਾ ਵੀ ਜ਼ਿਆਦਾ ਡਰ ਸੀ, ਡਰ ਚੱਕਿਆ ਗਿਆ। ਹੁਣ ਵੇਖੋ ਜੀ ਉਹ ਮਾਹੌਲ ਤੁਹਾਡੇ ਰੂਬਰੂ ਸਿਰਜਣ ਲੱਗਾ। ਜਿਹੜੀ ਨੌਜਵਾਨ ਪੀੜ੍ਹੀ ਆ, ਤੁਸੀਂ ਧਿਆਨ ਦਿਓ ਵੀ ਯਾਰਾਂ ਦੋਸਤਾਂ ਚੁੱਕ ਚਕਾ ਕੇ ਤੋਰ ਲਿਆ ਮੈਨੂੰ ਅੱਗੇ ਲਾ ਕੇ, ਚੁੱਕ ਚਕਾ ਕੇ। ਦੇਖੋ ਇਹ ਕਿਤੇ ਹੁਣ ਤਾਂ ਨਹੀਂ ਯਾਰ ਦੋਸਤ ਦੇ ਚੁੱਕ ਚਕਾ ਕੇ ਕਰਦੇ ਗੱਲ, ਬਸ ਹੁਣ ਵੀ ਗਿਣ ਲਓ। ਚਲੋ ਯਾਰਾਂ ਦੋਸਤਾਂ ਚੁੱਕ ਚਕਾ ਕੇ ਤੋਰ ਲਿਆ ਮੈਨੂੰ ਅੱਗੇ ਲਾ ਕੇ। ਹੁਣ ਹਰ ਇੱਕ ਨੂੰ ਇਹ ਹੁੰਦਾ ਵੀ ਚੱਲ ਤੈਨੂੰ ਗੱਲਬਾਤ ਆਉਂਦੀ ਆ, ਜੇ ਉਹ ਚੱਲ ਤੂੰ ਗੱਲ ਤੇ ਛੇੜ, ਗੱਲ ਕਰ ਰਿਹਾ ਬੰਦਾ, ਗੱਲ ਕਰ ਰਿਹਾ, ਛੇੜ। ਹੁਣ ਆਂਦੇ ਜੀ ਪੈ ਜਾਵੇ ਜੋ ਪੰਗਾ ਪੈਣਾ, ਤਾਂ ਕਹਿੰਦੇ ਅੱਜ ਬੱਲ ਤੋਂ ਆਈ ਲਵ ਯੂ ਕਹਿ ਕੇ ਰਹਿਣਾ। ਪੈ ਜਾਵੇ ਜੋ ਪੰਗਾ ਪੈਣਾ ਤੇ ਅੱਜ ਆਈ ਲਵ ਯੂ ਕਹਿ ਕੇ ਰਹਿਣਾ। ਵੇਖੋ ਆਈ ਲਵ ਯੂ ਇੱਕ ਇਹੋ ਜਿਹਾ ਗੋਰਿਆਂ ਦਾ ਸ਼ਬਦ ਇਹਨਾਂ ਨੇ ਸਾਡੇ ਐਸਾ ਜੜੀ ਤੇਲ ਦਿੱਤਾ ਜੀ ਕਿ ਆਪਾਂ 8ਵੀਂ 9ਵੀਂ ਤੋਂ 10ਵੀਂ ਤੋਂ ਸ਼ੁਰੂ ਹੋ ਜਾਂਦੇ ਹਾਂ। ਅੱਜ ਦੀ ਪੀੜ੍ਹੀ ਵਿੱਚ ਵੇਖੋ, ਅੱਜ ਦੀ ਪੀੜ੍ਹੀ ਤਾਂ ਮੇਰੇ ਖਿਆਲ 6ਵੀਂ 7ਵੀਂ ਤੋਂ ਸ਼ੁਰੂ ਹੋ ਜਾਂਦੀ ਹੋਣੀ ਆ, ਸਾਡੇ ਤਾਂ 10ਵੀਂ 12ਵੀਂ ਤੋਂ ਬਾਅਦ ਸ਼ੁਰੂ ਹੁੰਦੇ ਸੀਗੇ। ਅੱਜ ਆਈ ਲਵ ਯੂ ਕਹਿ ਕੇ ਰਹਿਣਾ। ਹੁਣ ਹੁੰਦਾ ਕੀ ਅੱਗੋਂ ਮਾਹੌਲ ਵੇਖੋ, ਇਹ ਸਾਰਿਆਂ ਨਾਲ ਬੀਤੀ ਹੋਊਗੀ ਜੇ ਤੁਸੀਂ ਉਹ ਮਾਹੌਲ ਨੂੰ ਧਿਆਨ ਨਾਲ ਸੁਣੋਗੇ। ਆਪਾਂ ਤੇਰੇ ਨਾਲ ਖੜੇ ਆ, ਅੱਗੇ ਵੀ 20 ਵਾਰੀ ਲੜੇ ਆ, ਤੇਰੇ ਤਾਂ ਅੱਗੇ 20 ਵਾਰੀ ਲੜੇ ਆ। ਆਪਾਂ ਤੇਰੇ ਨਾਲ ਖੜੇ ਜੋ ਯਾਰ ਦੋਸਤ ਚੁੱਕ ਦਿੰਦੇ ਨੇ, ਅੱਗੇ ਵੀ ਤੇਰੇ ਲਈ 20 ਵਾਰੀ ਲੜੇ ਆ, ਤੇ ਤੂੰ ਹੀ ਆ ਸਾਡੇ ਚੋਂ ਹਿੰਮਤੀ, ਤੇ ਤਾਂ ਹੀ ਅਸੀਂ ਸਾਰੇ ਛੜੇ ਆ। ਹੁਣ ਪੰਪ ਵੇਖੋ ਜੀ ਏਡਾ ਵੱਡਾ ਮਾਰਨਾ ਵੀ ਤੂੰ ਹੀ ਕਰ ਸਕਦਾ, ਜੋ ਕੁਝ ਕਰ ਸਕਦਾ, ਨਹੀਂ ਤੇ ਤਾਂ ਹੀ ਤੇ ਕਰਕੇ ਅਸੀਂ ਸਾਰੇ ਛੜੇ ਵੀ ਤੇਰੇ 'ਚ ਹਿੰਮਤ ਆ। ਚੜ ਜਾ ਬੱਚਾ ਸੂਲੀ ਤੇ, ਹਾਂਜੀ ਚੜ ਜਾ ਬੱਚਾ ਸੂਲੀ, ਤੈਨੂੰ ਰਾਮ ਰੱਖੂਗਾ ਆਪੇ। ਹਾਂਜੀ ਤੂੰ ਹੀ ਆ ਸਾਡੇ 'ਚੋਂ ਹਿੰਮਤੀ, ਤਾਂ ਹੀ ਉਹ ਤਾਂ ਅਸੀਂ ਸਭ ਛੜੇ ਆ। ਲੜੀ ਤੋਰਨੀ ਤੇਰੇ ਉੱਤੋਂ, ਲੜੀ ਤੋਰਨੀ ਤੇਰੇ ਉੱਤੋਂ, ਪੁੱਛ ਲਈ ਜੋ ਉਹਦੀਆਂ 2-3 ਹੈ ਭੈਣਾਂ, ਤੇ ਅੱਜ ਤੂੰ ਆਈ ਲਵ ਯੂ ਕਹਿ ਕੇ ਰਹਿਣਾ। ਇਹ ਸਾਰੀ ਸੁਣਿਓ ਧਿਆਨ ਨਾਲ, ਫਿਰ ਵੇਖੋ ਸਿੱਟਾ ਕੀ ਨਿਕਲਦਾ ਇਹਦਾ। ਚੱਕ ਯਾਰਾਂ ਨੇ ਹਿੰਮਤ ਵਧਾਤੀ। ਜਦੋਂ ਯਾਰ ਦੋਸਤ ਚਾਰ ਕਹਿ ਦੇਣਾ ਵੀ ਤੂੰ ਸੋਹਣਾ ਬਣਾ, ਤੇ ਬੰਦਾ ਵੈਸੇ ਆਪਣੇ ਆਪ ਨੂੰ ਐਵੇਂ ਚੀਜ਼ 'ਚ ਵੇਖੀ ਜਾਊਗਾ, ਬੜਾ ਸਮਾਰਟ ਹੈ। ਜੇ ਮੇਰੇ ਵਰਗੇ ਤੇ ਜਿਹਦੇ ਨਹੀਂ ਵੀ ਹੁੰਦੇ ਉਹ ਵੇਖ ਲੈਂਦਾ, ਠੀਕ ਹੈ। ਚੱਕ ਯਾਰਾਂ ਨੇ ਹਿੰਮਤ ਵਧਾਤੀ ਤੇ ਅੱਗ ਇਸ਼ਕ ਦੀ ਸੀਨੇ ਲਾਤੀ। ਉਦੋਂ ਫਿਰ ਬੰਦੇ ਨੂੰ ਲੱਗਦਾ ਵੀ ਹਾਂ ਮੈਂ ਰਾਂਝਾ, ਮੈਂ ਮਜਨੂ, ਮੈਂ ਸਭ ਕੁਝ। ਝਾੜੇ ਕੱਪੜੇ ਮੂੰਹ ਪੂੰਝਿਆ ਤੇ ਪੂਰੀ ਯਾਰਾਂ ਫੂਕ ਸ਼ਿਕਾਤੀ। ਉਦੋਂ ਹੁੰਦਾ ਮੂੰਹ ਚੋਂ ਹੱਥ ਚੋਂ ਜੇਬ ਚੋਂ ਰੁਮਾਲ ਜਾ ਕੱਢ ਕੇ ਜਰਾ ਮੂੰਹ ਮਾ ਪੂੰਝ ਕੇ ਸਾਰਾ ਕੁਝ ਵੀ ਲੈ ਗੱਲ ਕਰ ਚੱਲੇ ਆ, ਤੇ ਮਾਹੌਲ ਬਣਾ ਕੇ ਜਾਣਾ। ਮੁੰਡਿਆ ਸਾਰੇ ਮੁੰਡੇ ਇਸ ਤਰ੍ਹਾਂ ਹੀ ਕਰਦੇ ਆ ਜੀ। ਝਾੜੇ ਕੱਪੜੇ ਮੂੰਹ ਪੂੰਝਿਆ ਤੇ ਪੂਰੀ ਯਾਰਾਂ ਫੂਕ ਸ਼ਿਕਾਤੀ। ਤੇ ਅੱਗੋਂ ਹੁਣ ਵੇਖੋ ਸਮਝਾਉਂਦੇ ਕਿ ਯਾਰ ਦੋਸਤ, ਉਹ ਕੁੜੀਆਂ ਹੁੰਦੀ ਨਾ ਕਰਨੀ, ਪਰ ਤੂੰ ਉੱਥੇ ਅੜਿਆ ਹੀ ਰਹਿਣਾ। ਪੱਕਾ ਕੋਕਾ ਜੜ ਕੇ ਘੱਲਦੇ ਵੀ ਭਾਈ ਤੂੰ ਬਚ ਕੇ ਨਾ ਹੀ ਸੁੱਕਾ ਰਹੇ। ਜੁੱਤੀਆਂ ਨੂੰ ਥਾਂ ਬਣਾ ਦਿੰਦੇ ਸੀ। ਕੁੜੀਆਂ ਹੁੰਦੀ ਨਾ ਕਰਨੀ, ਪਰ ਤੂੰ ਉੱਥੇ ਅੜਿਆ ਹੀ ਰਹਿਣਾ, ਤੇ ਅੱਜ ਤੂੰ ਆਈ ਲਵ ਯੂ ਕਹਿਣਾ ਹੀ ਕਹਿਣਾ। ਹੁਣ ਵੇਖੋ ਜੀ, ਹੌਸਲਾ ਲੈ ਕੇ ਹੌਸਲਾ ਹਿੰਮਤ ਭਾਰੀ, ਤੇ ਯਾਰਾਂ ਖਿੱਚ ਲਈ ਫੁੱਲ ਤਿਆਰੀ। ਜਦੋਂ ਇੰਨਾ ਕੁਝ ਹੋ ਜਾਏ ਤੇ ਫਿਰ ਬੰਦਾ ਆ ਹੀ ਜਾਂਦਾ। ਲੈ ਕੇ ਹੌਸਲਾ ਹਿੰਮਤ ਭਾਰੀ, ਯਾਰਾਂ ਖਿੱਚ ਲਈ ਫੁੱਲ ਤਿਆਰੀ, ਵਿੱਚ ਸਹੇਲੀਆਂ ਜਾ ਬੁਲਾਇਆ ਜਿਵੇਂ ਚੱਲਦੇ ਕੋਈ ਚਾਲ ਜਵਾਰੀ। ਜਿਵੇਂ ਜਵਾਰੀ ਬਲੈਕ ਜੀ ਚਾਲ ਨਹੀਂ ਚੱਲਦੇ, ਚੱਲ ਜੇ ਜਿੱਤ ਕੇ ਨਹੀਂ ਹਾਰੇ ਤੇ ਪੱਟ ਤੇ ਪਏ, ਜਿਵੇਂ ਚੱਲਦੇ ਚਾਲ ਜਵਾਰੀ। ਨਾ ਤੋਂ ਬਾਅਦ ਤੇ ਦੂਜੇ ਦਿਨ ਵੀ ਹੁਣ ਉਹ ਚੁੱਕਣਾ ਵੇਖੋ ਮਗਰੋਂ ਕਿੱਡੀ ਦਿੱਤੀ ਹੁੰਦੀ ਆ ਵੀ ਜੇ ਉਹ ਨਾ ਵੀ ਕਰਦੇ ਨਾ ਅੱਗੋਂ ਤੈਨੂੰ ਲੜਕੀ, ਨਾ ਤੋਂ ਬਾਅਦ ਤੂੰ ਦੂਜੇ ਦਿਨ ਵੀ ਉਹਦੇ ਪਿੱਛੇ ਪੈਣਾ ਹੀ ਪੈਣਾ, ਤੇ ਤੂੰ ਆਈ ਲਵ ਯੂ ਕਹਿਣਾ ਹੀ ਕਹਿਣਾ। ਹੁਣ ਵੇਖੋ ਅੱਗੋਂ ਬਣਦਾ ਕੀ ਆ ਜੀ। ਇੱਕ ਦਿਨ ਮੇਰੇ ਤੋਂ ਸਤੀ ਸਤਾਈ, ਕਿਉਂਕਿ ਅੱਗੋਂ ਕੁੜੀਆਂ ਵੀ ਸਾਰੀ ਇੱਕੋ ਜਿਹੀ ਨਹੀਂ ਹੁੰਦੀਆਂ, ਕਈ ਅੱਗੋਂ ਵਿਚਾਰੀਆਂ ਅੜਬ ਵੀ ਹੁੰਦੀਆਂ। ਇੱਕ ਦਿਨ ਮੇਰੇ ਤੋਂ ਸਤੀ ਸਤਾਈ, ਹੱਟੇ ਕੱਟੇ 3 ਉਹਦੇ ਭਾਈ ਆਪਣੇ ਨਾਲ ਲੈ ਕੇ ਆਏ। ਕੀ ਬਾਤ, ਹੁਣ ਪਤਾ ਲੱਗੂ। ਹਾਂਜੀ,
ਪੂਰੀ ਰੀਝ ਨਾਲ ਕੁੱਟਿਆ ਮੈਨੂੰ, ਸਾਰੇ ਭੱਜ ਗਏ ਯਾਰ ਤੇ ਭਾਈ। ਜਿਹੜੇ ਕਹਿੰਦੇ ਸੀ ਤੇਰੇ ਨਾਲ ਖੜੇ ਆ, ਤੇਰੀ ਹਿੰਮਤ ਆ, ਤੇਰੀ ਹਰ ਲੜਾਈ 'ਚ ਸ਼ਾਮਲ ਹੈ। ਪੂਰੀ ਰੀਝ ਨਾਲ ਕੁੱਟਿਆ ਮੈਨੂੰ ਤੇ ਸਾਰੇ ਭੱਜ ਗਏ ਯਾਰ ਤੇ ਭਾਈ, ਨਾਲੇ ਜਾਂਦੇ ਧਮਕੀ ਦੇ ਗਏ, ਸੁਧਰ ਜਾ ਪੁੱਤ ਜੇ ਜਿੰਦਾ ਰਹਿਣਾ। ਤੇ ਹੁਣ ਦੱਸੋ ਮੈਂ ਆਈ ਲਵ ਯੂ ਕਿੱਦਾਂ ਕਹਿਣਾ। ਹੁਣ ਵੇਖੋ ਜੀ, ਲੱਥ ਗਿਆ ਸਾਰਾ ਇਸ਼ਕ ਬੁਖਾਰ, ਤੇ ਬਾਪੂ ਸੀ ਉਹਦਾ ਥਾਣੇਦਾਰ। ਲੱਥ ਗਿਆ ਸਾਰਾ ਇਸ਼ਕ ਬੁਖਾਰ, ਬਾਪੂ ਸੀ ਉਹਦਾ ਥਾਣੇਦਾਰ। ਬਲ ਨੂੰ ਲੱਗੇ ਦੇਣ ਸਲਾਹ, ਤੇ ਚੰਗਾ ਕੰਜਰਾ ਆਸ਼ਾ ਬਾਹਰ, ਵੀ ਉਹ ਜਿੱਦਾਂ ਕਹਿੰਦੇ ਵੀ ਬਾਹਰ ਹੋ ਜਾ ਸੈੱਟ, ਜਾਂ ਬਲ ਨੂੰ ਲੱਗੇ ਦੇਣ ਸਲਾਹਾਂ, ਚੰਗੀਆਂ ਉਹ ਕੰਜਰ ਯਾਰ ਜਿਹੜੇ ਸਭ ਭੱਜ ਗਏ ਸੀ ਵੀ ਹੁਣ ਬਾਜ ਆ ਜਾ, ਹੁਣ ਨਾ ਜਾਈ, ਜੇ ਆ ਉਹ ਆ। ਹੁਣ ਵੇਖੋ ਜੀ, ਭਾਗਾਂ ਦੇ ਨਾਲ ਇਸ਼ਕ ਤੇ ਜੁੱਤੀਆਂ, ਇਹੋ ਜਿਹੜੇ ਸਲਾਹਾਂ ਦੇ ਰਹੇ, ਚੜ ਜਾ ਕੋਈ ਗੱਲ ਨਹੀਂ, ਜੇ ਆ ਉਹ ਸੂਲੀ ਚੜ ਜਾ, ਕਹਿ ਹੁਣ ਇਹੋ ਜਿਹੀ ਸਲਾਹ ਦੇ ਰਹੇ, ਕਹਿੰਦੇ ਭਾਗਾਂ ਦੇ ਨਾਲ ਇਸ਼ਕ ਤੇ ਜੁੱਤੀਆਂ, ਜਿਹਦੀ ਨਸੀਬੀ ਉਹਨੂੰ ਮਿਲ, ਜੋ ਨਸੀਬੀ ਉਹਨੂੰ ਮਿਲ ਕੇ ਰਹਿਣਾ। ਤੇ ਹੁਣ ਦੱਸੋ ਔਖਾ ਹੋ ਗਿਆ ਨਾ ਆਈ ਲਵ ਯੂ ਕਹਿਣਾ। ਇਹ ਗੱਲਾਂ ਸਾਰਿਆਂ ਨਾਲ ਨਹੀਂ ਵਾਪਰਦੀਆਂ, ਜਿਹਨਾਂ ਨਾਲ ਵਾਪਰਦੀਆਂ ਉਹਨੂੰ ਸਾਰੀ ਜ਼ਿੰਦਗੀ ਚੇਤੇ ਵੀ ਰਹਿੰਦੀਆਂ। ਕਿਤੇ ਬਾਦਲ ਸਾਹਿਬ ਨੂੰ ਮੈਨੂੰ ਲੱਗਦਾ ਇਦਾਂ ਹੋਈ ਹੋਣੀ ਹੈ, ਤਾਂ ਹੀ ਉਹ ਕਵਿਤਾ ਦੇ ਵਿੱਚ ਇਹਨਾਂ ਨੇ ਉਹ ਗੱਲ ਜਿਹੜੀ ਆ ਉਹ ਪੇਸ਼ ਕਰਨ ਦਾ ਹਿਆਂ ਕਰ ਲਿਆ, ਹੌਸਲਾ ਕਰ ਲਿਆ। ਤੇ ਮੈਨੂੰ ਲੱਗਦਾ ਨੌਜਵਾਨ ਪੀੜ੍ਹੀ ਨੂੰ ਚੰਗੀ ਲੱਗੀ ਹੋਣੀ ਗੱਲ ਇਹ। ਬਿਲਕੁਲ ਜ਼ਰੂਰ ਤੁਹਾਨੂੰ ਕਮੈਂਟ ਹੁਣ ਆਉਣਗੇ ਇਦਾਂ ਦੇ। ਹੁਣ ਉਹਨਾਂ ਵੀਰਾਂ ਨਾਲ ਵੀ ਗੱਲ ਕਰ ਲਈ ਜਿਨ੍ਹਾਂ ਦੇ ਉਸ ਟਾਈਮ 'ਚ, ਪੁਰਾਣੇ ਟਾਈਮ 'ਚ ਬਿਨਾਂ ਵੇਖਿਆ ਵਿਖਾਇਆ ਵਿਆਹ ਹੋ ਗਏ। ਜਿਵੇਂ ਚਮਕੀਲੇ ਨੇ ਕਿਹਾ ਸੀ ਜੀ, ਊਠ ਦੇ ਗਲ ਵਿੱਚ ਟੱਲੀ ਵੇ ਕੋਈ ਵਿਆਹੀ ਮਕਲਾਵੇ ਚੱਲੀ। ਕਿਉਂਕਿ ਪਹਿਲਾਂ ਹੁੰਦਾ ਕਿ ਕਈ ਵਾਰ ਬੀਬੀ ਭੈਣ ਉਹ 4.5-5 ਫੁੱਟ ਹੋਣੀ, ਤਾਂ ਬੰਦਾ 6 ਫੁੱਟ 2 ਇੰਚ, ਪਰ ਉਹ ਉਮਰਾਂ ਤੱਕ ਨਿਭਦੀਆਂ। ਮੈਂ ਆਪਣੀ ਪਿਛਲੇ ਕਵਿਤਾ 'ਚ ਦੱਸਿਆ ਸੀ ਕਿ ਕਿਉਂ ਉਮਰਾਂ ਤੱਕ ਉਹ ਨਿਭਦੀਆਂ ਸੀ, ਕਿਉਂਕਿ ਉਹ ਮਾਪਿਆਂ ਦਾ ਦੋਨਾਂ ਦਾ ਪਿਆਰ ਸੀ ਤੇ ਉਹਨਾਂ ਦਾ ਵੀ ਪਿਆਰ ਬਣ ਜਾਂਦਾ ਸੀਗਾ। ਤੇ ਉਹ ਤੇ ਬਾਅਦ 'ਚ ਚਮਕੀਲਾ ਸਾਹਿਬ ਨੇ ਕਰ ਬੇੜਾ ਹੀ ਗੱਲ ਕਰਤਾ ਵੀ ਊਠ ਦੇ ਗਲ ਵਿੱਚ ਟੱਲੀ ਵੇ ਕੋਈ ਵਿਆਹ ਮਕਲਾਵੇ ਚੱਲੀ, ਭਲਿਆ ਲੋਕਾਂ ਦਾ ਇਹ ਹੋਕਾ। ਤੇ ਉਹ ਵੀ ਹੁੰਦਾ ਸੀ, ਲੇਕਿਨ ਉਸ ਸਮੇਂ ਦੇ ਵਿੱਚ ਵੀ ਜਿਹੜੇ ਚੰਦ ਮੇਰੇ ਵੀਰ ਲਾਟਰੀ ਦੀ ਆਂਦੇ ਨਾ, ਵਿਆਹ ਤੇ ਲਾਟਰੀ ਆ, ਵਿਆਹ ਤੇ ਉਹ ਲੱਡੂ ਆ, ਕਿਸੇ ਨੂੰ ਸ਼ੂਗਰ ਹੋਈ ਉਹ ਵੀ ਖਾ ਲੈਂਦਾ, ਤੇ ਲੇਕਿਨ ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ, ਜਿਹੜਾ ਖਾਂਦਾ ਬਸ ਉਹਨੇ। ਤੇ ਹੁਣ ਵੇਖੋ ਜੀ, ਉਹ ਵਿਆਹ ਦੀ ਮੈਂ ਤੁਹਾਨੂੰ ਦੱਸਣ ਲੱਗਾ, ਇਹ ਅੱਜ ਦੀ ਘਟਨਾ ਨਹੀਂ, ਜਦੋਂ ਬਿਨਾਂ ਵੇਖਿਆ ਵਿਆਹ ਹੋ ਜਾਂਦੇ ਸੀ। ਜਿਸ ਟਾਈਮ ਸਾਡਾ ਸੀ, ਚਲੋ ਸਾਡੇ ਟਾਈਮ ਤੇ ਵੇਖਾ ਵਿਖਾਈ ਹੋ ਗਈ। ਨਹੀਂ, ਕੰਪੈਰੀਜ਼ਨ ਕਰ ਲਓ ਜੀ, ਬਿਨਾਂ ਵੇਖਿਆ ਕਿੱਦਾਂ ਹੁੰਦੇ ਸੀ ਤੇ ਉਹਦਾ ਰਿਜ਼ਲਟ ਕੀ ਸੀ, ਤੇ ਵੇਖਿਆ ਵਿਖਾਇਆ ਕੀ ਹੁੰਦਾ। ਨਹੀਂ, ਵੇਖਿਆ ਵਿਖਾਇਆ ਵੀ ਹਾਲ ਤੇ ਉਹੀ ਆ। ਉਹੀ ਮੈਂ ਕਹਿੰਦਾ ਨਾ ਜੀ, ਕੰਪੈਰੀਜ਼ਨ ਕਰ ਲਓ। ਉਹ ਤੇ ਮੈਨੂੰ ਭੈਣਾਂ ਦਾ ਗੁੱਸਾ ਨਾ ਕਰ ਲਿਆ ਕਿ ਲੇਖਕ ਨੇ ਕਿਹਾ, ਕਹਿੰਦਾ ਜ਼ਹਿਰ ਵੇਖ ਕੇ ਖਾ ਲਓ ਜਾਂ ਨਾ ਵੇਖ ਕੇ ਖਾਓ, ਜ਼ਹਿਰ ਦਾ ਅਸਰ ਜ਼ਹਿਰ ਹੀ ਆ। ਜ਼ਹਿਰ ਹੀ ਆ। ਹੁਣ ਖੱਟਾ ਆ, ਨਿੰਬੂ ਆ, ਤੁਹਾਨੂੰ ਦੇਖ ਕੇ ਨਹੀਂ। ਜਦੋਂ ਵਿਆਹ ਦੀ ਗੱਲ ਅਸੀਂ ਕਰਦੇ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮਰਦ ਪ੍ਰਧਾਨ ਸਮਾਜ ਵਿੱਚ ਰਹਿੰਦੇ ਹਾਂ ਤੇ ਅਸੀਂ ਉਹਨਾਂ ਦੀ ਸਪੋਰਟ ਕਰ ਰਹੇ। ਇਹ ਸਾਰਿਆਂ ਤੇ ਆਉਂਦੀ ਗੱਲ। ਕੁੜੀਆਂ ਦੇ ਵਿਆਹ ਵੀ ਤਾਂ ਹੋਣੇ ਹੀ ਆ ਮੁੰਡਿਆਂ ਨਾਲ, ਤੇ ਮੁੰਡਿਆਂ ਦੇ ਵਿਆਹ ਕੁੜੀਆਂ ਨਾਲ ਹੋਣੇ ਹੀ ਹੁੰਦੇ। ਨਹੀਂ ਜੀ, ਕਈ ਤਾਂ ਬੰਦੇ ਹੀ ਮਰਦੀ ਇਹੋ ਜਿਹੇ ਟੱਕਰ ਦੇ, ਕੋਈ ਜਨਾਨੀ ਕਹਿੰਦੀ ਵੀ ਤੇਰੇ ਨਾਲੋਂ ਜ਼ਹਿਰ ਖਾਧਾ ਚੰਗਾ ਹੈ। ਹੁਣ ਕਈ ਵਾਰ ਸਾਡੇ ਵੀ ਰਿਸ਼ਤੇਦਾਰੀ 'ਚ ਕਿਹੋ ਜਿਹਾ ਵਿਆਹ ਹੋ ਗਿਆ ਜੀ, ਜ਼ਹਿਰ ਵਾਲਾ ਜੀ। ਵਿਆਹ ਹੋ ਗਿਆ ਤੇ ਸਾਡੇ ਰਿਸ਼ਤੇ 'ਚ ਮੈਂ ਚਲੋ ਉਹਨਾਂ ਕਿਹੜਾ ਪ੍ਰੋਗਰਾਮ ਦੇਖਣਾ, ਤੁਹਾਨੂੰ ਦੱਸ ਹੀ ਦੇਣਾ ਵੀ ਜਿਹੜਾ ਸਾਡੇ ਵਾਲੇ ਪਾਸੇ ਅਸੀਂ ਮਰਦ ਵਾਲੇ ਪਾਸੇ ਸਭ ਦਾ ਰੰਗ ਕਾਲਾ। ਰਿਸ਼ਤੇਦਾਰ ਬਾਦਲ ਸਾਹਿਬ ਦੇ ਸੁਣਦੇ ਹੁਣ, ਵੇਖਦੇ ਹੁਣ, ਤਾਂ ਗੁੱਸਾ ਨਾ ਕਰਿਓ। ਉਹਦਾ ਰੰਗ ਪੂਰਾ ਕਾਲਾ ਜੀ, ਪੱਕਾ। ਅੱਛਾ ਜੀ। ਤੇ ਜਿਹੜੀ ਉਧਰੋਂ ਵਿਆਹ ਕੇ ਆਈ ਸਾਡੇ ਰਿਸ਼ਤੇਦਾਰੀ 'ਚ, ਉਹ ਸੋਹਣੀ ਸੁਨੱਖੀ ਜਵਾਨ ਤੇ ਗੋਰੀ ਚਿੱਟੀ, ਤੇ ਇਧਰੋਂ ਰੰਗ ਵੀ ਪੱਕਾ ਤੇ ਕੱਦ ਵੀ ਹਿਸਾਬ ਨਾਲ ਮੇਰੇ ਤੋਂ ਵੀ ਛੋਟਾ, ਕਾਦੀ ਮਾਤਰਾ ਸਾਰਾ ਕੁਝ, ਜੋੜੀ ਬਣ ਗਈ, ਸਾਰਾ ਕੁਝ। ਉਹ ਮੱਸਿਆ ਗਏ ਤੇ ਉਹਨੂੰ ਦਬਕੇ ਮਾਰੇ ਵੀ ਤੋਰ ਤੇ, ਉੱਥੇ ਹੁਣ ਪੁਲਿਸ ਵਾਲੇ ਖਲੋਤੇ ਸੀ। ਉਹ ਕਹਿੰਦੇ ਉਹ ਅਗਲ ਕਰ, ਬੀਬੀ ਨੂੰ ਕਿਹੜੀ ਗੱਲ ਔਖਾ ਹੁੰਦਾ। ਉਹ ਕਹਿੰਦੀ ਮੇਰੀ ਪਤਨੀ, ਕਹਿੰਦੀ ਸ਼ਕਲ ਵੇਖ ਆਪਣੀ, ਮੇਰੀ ਪਤਨੀ ਆ, ਚੁੱਪ ਕਰਕੇ ਤੁਰਿਆ ਜਾ ਅੱਗੇ। ਉਹ ਵਿਚਾਰੀ ਹਾਰ ਕੇ ਕਹਿੰਦੀ ਮੇਰੇ ਪਤੀ ਨੇ, ਸੱਚੀ ਪਤੀ ਨੇ। ਤੇ ਉਹ ਥਾਣੇਦਾਰ ਬੜਾ ਮਸਟੰਡਾ ਸੀ ਮੇਰੇ ਦਾ, ਕਹਿੰਦਾ ਬੀਬੀ ਚਲੋ ਪਾਪ ਵੀ ਹੋ ਹੀ ਜਾਂਦਾ, ਤੂੰ ਕਿਤੇ ਪਿਛਲੇ ਜਨਮ 'ਚ ਕੀਤਾ ਹੋਰ ਕੀ ਆ। ਤੇ ਇਸ ਕਰਕੇ ਇਹ ਹੋ ਜਾਂਦਾ। ਇਹ ਨਹੀਂ ਜ਼ਰੂਰੀ, ਇਹ ਭੈਣਾਂ ਨਾਲ ਵੀ ਉਨਾ ਹੀ ਹੁੰਦਾ ਜਿੰਨਾ ਬੰਦਿਆਂ ਨਾਲ। ਲੇਕਿਨ ਕਿਉਂਕਿ ਮੈਂ ਬੰਦਾ, ਮੈਂ ਉਸ ਹਿਸਾਬ ਨਾਲ ਥੋੜ੍ਹੀ ਉਸ ਹਿਸਾਬ ਦੀ ਲੈ ਲਈ ਵੀ ਦੋਸਤੋ, ਵਿਆਹ ਕਰਵਾਉਣਾ ਸਦਾ ਵੇਖ ਤੇ ਵਿਖਾ ਕੇ। ਇਹ ਸਲਾਹ ਦਿੰਦੇ ਪਏ। ਇਹ ਤਾਂ ਹੋ ਗਈ, ਹੁਣ ਤੇ ਪਾਪੂਲਰ ਹੋ ਗਈ, ਉਦੋਂ ਦੀ ਗੱਲ ਆ ਜੀ। ਠੀਕ ਹੈ। ਵੀ ਉਹ ਸਾਡੇ ਰਿਸ਼ਤੇਦਾਰ ਤੋਂ ਮੈਂ ਗੱਲ ਚੇਤੇ ਆ ਗਈ ਵੀ ਦੋਸਤੋ, ਵਿਆਹ ਕਰਾਉਣਾ ਸਦਾ ਵੇਖ ਤੇ ਵਿਖਾ ਕੇ, ਨਹੀਂ ਤੇ ਮਰਵਾ ਦਿੰਦੀ ਜੇ ਫੋਟੋ। ਕੱਲੀਆਂ ਫੋਟੋਆਂ ਵੇਖ ਕੇ, ਕਿਉਂਕਿ ਕਿੰਨੇ ਫਿਲਟਰ ਲੱਗੇ ਨੇ, ਕਿੱਥੇ ਕਿਹੜੇ ਐਂਗਲ ਤੋਂ ਖਿੱਚੀ ਗਈ ਆ ਕੀ ਨਹੀਂ ਤੇ ਮਰਵਾ ਦਿੰਦੀ ਜੇ ਫੋਟੋ। ਫੇਰ ਜੋ ਰੌਲਾ ਪਾਉਣਾ ਵੀ ਕਿਸੇ ਦੀ ਕਿਸਮ ਚ ਆਲੀਆ, ਕਿਸੇ ਦੀ ਚ ਕਰੀਨਾ, ਤੇ ਸਾਡੀ ਕਿਸਮ ਚ ਮੋਟੋ।
ਨਹੀਂ ਟਲਦੇ ਨਹੀਂ ਜੀ। ਕਿਸੇ ਦੀ ਕਿਸਮਤ 'ਚ ਕਰੀਨਾ, ਕਿਸੇ ਦੀ ਕਿਸਮਤ 'ਚ ਆਲੀਆ ਤੇ ਸਾਡੀ ਕਿਸਮਤ 'ਚ ਮੋਟੋ। ਹੁਣ ਹੁੰਦਾ ਕੀ ਹੈ ਜੀ, ਪਤਾ ਨਹੀਂ ਕਿੰਨੇ ਫਿਲਟਰ ਲਾਏ ਤੇ ਕੀ ਹੋਣਾ ਕੀਤਾ। ਨਹੀਂ ਪਰ ਜਿਸ ਜ਼ਮਾਨੇ 'ਚ ਤੁਹਾਡਾ ਵਿਆਹ ਹੋਇਆ ਉਦੋਂ ਫਿਲਟਰ ਹੁੰਦੇ ਸੀ? ਨਹੀਂ, ਉਹ ਤਾਂ ਵੇਖਾ ਵਿਖਾਈ ਨਾ ਹੋਇਆ ਸੀ ਨਾ ਸਾਡਾ। ਅੱਛਾ ਅੱਛਾ। ਸਾਡੇ ਤੋਂ ਪਹਿਲੇ, ਹੁਣ ਦੀ ਗੱਲ ਕਰ ਰਿਹਾ ਮੈਂ, ਹੁਣ ਮੌਕੇ 'ਚ ਹੁਣ ਵੀ ਅਜੇ ਵੀ ਬਿਨਾਂ ਵੇਖਾ ਵਿਖਾਇਆ ਵਿਆਹ ਹੁੰਦੇ ਜੇ, ਅਜੇ ਚੱਲਦੇ ਆ, ਇੱਥੇ ਹੁੰਦੇ ਆ ਜੀ। ਬਿਲਕੁਲ ਪਿੰਡਾਂ 'ਚ ਤੁਸੀਂ ਇੰਟੀਰੀਅਰ 'ਚ ਦੂਰ ਚਲੇ ਜਾਓ, ਅਜੇ ਵੀ ਵੇਖਾ ਵਿਖਾਈ ਵਾਲਾ ਸਿਸਟਮ ਉਹ ਨਹੀਂ ਰਹਿ ਗਿਆ। ਉਹ ਕਹਿੰਦੇ ਠੀਕ ਹੈ ਜੀ, ਵੇਖ ਲਈ ਤੁਹਾਂ ਆਉਂਦੀ ਹੈ, ਸਾਡੀ ਕੁੜੀ ਹੈ, ਤੁਹਾਡਾ ਮੁੰਡਾ, ਵਿਆਹ ਕਰ ਦਿਓ। ਲੇਕਿਨ ਧਿਆਨ ਰੱਖੋ ਥੋੜਾ ਜਿਹਾ ਜੀ, ਘੋੜੇ ਪਤਾ ਨਹੀਂ ਕਿੰਨੇ ਫਿਲਟਰ ਲਾਏ ਤੇ ਕੀ ਹੋਣਾ ਕੀਤਾ। ਘੁੰਡ ਚੁਕਾ ਕੇ ਅਕਲ ਆ ਗਈ ਤੇ ਨਿਕਲ ਗਈਆਂ ਮੇਰੀਆਂ ਚੀਕਾਂ। ਇਹ ਸਾਰਾ ਕੁਝ ਮੈਂ ਆਪਣੇ ਆਪ ਤੇ ਆਉਣ ਲੱਗਾ, ਤੁਸੀਂ ਗੁੱਸਾ ਨਾ ਕਰ ਲਓ। ਨਿਕਲ ਗਈਆਂ ਮੇਰੀਆਂ ਚੀਕਾਂ। ਚਲੋ ਔਖੇ ਸੌਖੇ ਹੋ ਕੇ ਮੈਂ ਮਨ ਆਪਣਾ ਸਮਝਾਇਆ, ਪਰ ਖਾਂਦੀ ਮੈਨੂੰ ਇਵੇਂ ਲੱਗੇ ਜਿਵੇਂ ਮੱਝ ਵਿਆਹ ਕੇ ਲਿਆਇਆ। ਕਹਿੰਦਾ ਆਪ ਨਹੀਂ ਸੀ ਪਹਿਲਾਂ, ਜਿਸ ਤਰ੍ਹਾਂ ਹੁਣ ਮੈਂ ਆਪ ਹੀ ਖੁੱਲਾ ਖਾਣਾ ਪੀਣਾ ਵਾ, ਆਪ ਨਹੀਂ ਸੀ ਮਾਣ ਖਾਣ ਨੂੰ। ਤੇ ਵੇਖੋ ਰੱਬ ਦੇ ਰੰਗ, ਅੱਤ ਮਹਿੰਗਾਈ ਤੇ ਅੰਦਰ 6 ਸਾਲਾਂ ਦੇ ਬੱਚੇ ਜੰਪੇ 5। ਅੱਤ ਮਹਿੰਗਾਈ, ਅੰਦਰ 6 ਸਾਲਾਂ ਦੇ ਬੱਚੇ ਜੰਪੇ 5। ਹੁਣ ਵੇਖੋ ਜੀ, ਪਹਿਲੇ ਸਾਲ ਪ੍ਰੀਤੀ ਜੰਪੀ, ਅਸੀਂ ਸੋਚਿਆ ਚਲੋ ਲక్ష్ਮੀ ਆਈ। ਨਾਂ ਸੋਹਣਾ ਰੱਖਿਆ। ਹਾਂਜੀ, ਪਹਿਲੇ ਸਾਲ ਪ੍ਰੀਤੀ ਜੰਪੀ, ਅਸੀਂ ਸੋਚਿਆ ਚਲੋ ਲక్ష్ਮੀ ਆਈ। ਦੂਜੇ ਸਾਲ ਜੀਤੋ ਜੰਪੀ ਤੇ ਡੁਸਕਣ ਲੱਗੇ ਬਾਪੂ ਮਾਈ। ਸਭ ਤੋਂ ਪਹਿਲਾਂ ਬਾਪੂ ਬੇਬੇ ਦਾ ਬੇੜਾ ਗਰਕ ਹੁੰਦਾ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਹਿੰਦੇ ਲੈ ਦੂਜੀ ਵੀ ਕੁੜੀ ਜੰਪੀ ਜੇ। ਪੱਥਰ ਆ ਗਿਆ। ਆਂਢੀ ਗੁਆਂਢੀ ਇਹ ਕਹਿ ਰਹੇ ਹੋਣਗੇ ਤਾਂ ਉਹਨਾਂ ਨੂੰ ਇਹ ਕਹਿਣੀ ਕੋਈ ਨਹੀਂ ਜੀ, ਦੂਜੀ ਧੀ ਹੈ, ਕੋਈ ਗੱਲ ਨਹੀਂ। ਪਰ ਅੰਦਰੋਂ ਤੋੜ ਕੇ ਖਾ ਜਾਣਗੇ ਮੁੰਡੇ ਨੂੰ ਵੀ ਤੇ ਨੂੰਹ ਨੂੰ, ਲੈ ਫਿਰ ਜੰਮਤੀ ਜੇ ਕੁੜੀ। ਲਓ ਜੀ, ਦੂਜੇ ਸਾਲ ਜੀਤੋ ਜੰਪੀ ਤੇ ਡੁਸਕਣ ਲੱਗ ਪਏ ਬਾਪੂ ਤੇ ਮਾਈ। ਤੀਜੇ ਸਾਲ ਆਸ ਪੁੱਤਰ ਦੀ ਤੇ ਰੱਬ ਨੇ ਘਲਤੀ ਜੀਤੀ ਤੇ ਬਾਪੂ ਬੇਬੇ ਗੁਰੂ ਘਰ ਤੁਰ ਪਏ ਤੇ ਸੱਸ ਲੈ ਆਈ ਤਵੀਤੀ। ਤਵੀਤ ਜਿਹੜਾ ਬੰਦੇ ਮੋਢੇ ਕਿ ਫਕਰ ਫਕੀਰ ਤੋਂ ਜਾ ਕੇ, ਉਦੋਂ ਫਿਰ ਇਹ ਕੰਮ ਸ਼ੁਰੂ ਹੋ ਜਾਂਦਾ। ਸਾਰੇ ਗੁਰੂ ਘਰਾਂ 'ਚ ਮੱਥੇ ਟੇਕਣੇ ਵੀ, ਪੁੱਤ ਭਾਵੇਂ ਆਉਂਦੇ ਨਾ ਮੁੜ ਕੇ ਅੱਖਾਂ ਝਾੜ ਵਾਵੇ, ਲੇਕਿਨ ਅਸੀਂ ਗੇੜੇ ਸਾਰੇ ਗੁਰੂ ਘਰਾਂ 'ਚ ਪੀਰਾਂ ਫਕੀਰਾਂ ਦੇ ਸਭ ਦੇ ਕੱਢਦੇ ਆ। ਹੁਣ ਵੇਖੋ ਜੀ, ਪਤਾ ਧਾਗੇ ਤਵੀਤ ਦਾ ਅਸਰ, ਉਹਨਾਂ ਦੇ ਇਹ ਨਹੀਂ ਪਤਾ ਵੀ ਧਾਗੇ ਤਵੀਤ ਦਾ ਜਾਂ ਕਿਹਦਾ ਅਸਰ ਜੀ, ਪਤਾ ਨਹੀਂ ਧਾਗੇ ਤਵੀਤ ਦਾ ਅਸਰ ਜਾਂ ਰੱਬ ਦਾ ਕੋਈ ਭਾਣਾ। ਤੇ ਚੌਥੇ ਸਾਲ ਮਿਲੀਆਂ ਵਧਾਈਆਂ, ਸਾਡੇ ਘਰ ਜੰਪਿਆ ਮਾਣਾ। ਪਹਿਲਾਂ ਨਾ ਇਹੋ ਜਿਹੇ ਮਾਨ ਸਿੰਘ ਜੀ, ਜਦੋਂ ਇਹ ਮੈਂ ਗੱਲ ਕਰ ਰਿਹਾ ਜਦੋਂ ਵੇਖਾ ਵਿਖਾਈ ਤੋਂ ਬਗੈਰ ਹੁੰਦੇ ਸੀ ਉਸ ਟਾਈਮ, ਤੇ ਸਾਡੇ ਘਰ ਜੰਪਿਆ ਮਾਣਾ। ਹੁਣ ਵੇਖੋ ਜੀ, ਹੁਣ ਰੌਲਾ ਪੈ ਗਿਆ ਸੀ ਘਰੇ। ਜਦੋਂ ਇੱਕ ਪੁੱਤ ਹੋ ਜਾਂਦਾ ਨਾ, ਫਿਰ ਰੌਲਾ ਕੀ ਸ਼ੁਰੂ ਹੁੰਦਾ। ਹੁਣ ਰੌਲਾ ਪੈ ਗਿਆ ਸੀ ਘਰੇ, ਚਾਹੀਦੀ ਰਲਣੀ ਜੋੜੀ। ਪਹਿਲੀ ਮਾਂ ਦੀ ਖੁਆਇਸ਼ ਹੀ ਹੁੰਦੀ ਪੁੱਤ ਜੋੜੀ ਰਲੇ ਨਾ ਹੁਣ, ਫੇਰ ਗੱਲ ਬਣਦੀ। ਜਿੱਦਾਂ ਮਗਰ 70 ਕਿੱਲੇ ਜ਼ਮੀਨ ਹੁੰਦੀ ਤਾਂ ਸਦੀਕ ਸਾਹਿਬ ਦੀ ਗੱਲ ਖੜੋ ਵੀ ਸਾਡੇ ਪਹਿਲੀ ਨਹੀਂ ਹੈ, ਦੂਜੀ ਵਾਰੀ ਸਾਡੇ ਬੁੜੇ ਨੇ ਤੁਹਾਡੇ ਬੁੜੇ ਨਾਲ ਠੱਗੀ ਮਾਰੀ। ਕਹਿੰਦਾ 100 ਕਿੱਲਾ ਜ਼ਮੀਨ ਸੀ ਪਰ ਹੈ 50 ਸੀ, ਚਲੋ 50 ਰਹਿੰਦੀ ਤੇ ਇਕੱਲਾ ਠੀਕ ਸੀ। ਕਹਿੰਦਾ ਬੁੱਢੇ ਨੇ ਹੁਣ ਦੂਜਾ ਜੰਮਤਾ, 25 ਰਹਿ ਗਈ ਆ। ਤੇ ਇਹ ਹੁਣ ਵੇਖੋ, ਜਿਹਨਾਂ ਦੇ ਨਹੀਂ ਵੀ ਜ਼ਮੀਨਾਂ ਹੁੰਦੀਆਂ, ਉਹ ਸਮਾਜ ਉਹਨਾਂ ਨੂੰ ਕਿਹੜਾ ਜੀਣ ਦਿੰਦਾ। ਉਹ ਵੀ ਦੋ ਜੋੜੀ ਰਲਾਉਂਦੇ, ਸਾਰੀਆਂ ਜੋੜੀਆਂ ਰਲਾਉਂਦੇ ਆ ਜੀ। ਉਹ ਕਹਿੰਦੇ ਜੋੜੀਆਂ ਚੰਗੀਆਂ ਹੁੰਦੀਆਂ, ਘਰ 'ਚ ਰੌਣਕ ਹੋ ਜਾਂਦੀ। ਜਿਹੜੀਆਂ ਧੀਆਂ ਨੇ ਉਹ ਜੋੜੀ ਨਹੀਂ, ਉਹ ਰੌਣਕ ਨਹੀਂ। ਹੁਣ ਵੇਖੋ ਜੀ, ਚੌਥੇ ਸਾਲ ਮਿਲੀਆਂ ਵਧਾਈਆਂ, ਜੰਮ ਪਿਆ ਸੀ ਮਾਣਾ। ਹੁਣ ਰੌਲਾ ਪੈ ਗਿਆ ਸੀ ਘਰੇ, ਚਾਹੀਦੀ ਰਲਣੀ ਜੋੜੀ। 5ਵੇਂ ਸਾਲ ਮਿੰਦੋ ਆ ਗਈ ਤੇ ਸਾਰਾ ਟੱਬਰ ਕਹੇ ਬੋੜੀ। ਹੁਣ ਜਦੋਂ ਫਿਰ ਕੁੜੀ ਹੋ ਜਾਂਦੀ ਨਾ, ਉਸ ਤੋਂ ਬਾਅਦ ਫਿਰ ਆਦੀ ਮੁੱਕ ਜਾਂਦੀ ਹੈ ਕਿ ਉਦੋਂ ਤਾਂ ਜਾਂ ਬੰਦਾ ਜਾਣਦਾ ਹੁੰਦਾ, ਜਦ ਵਹੁਟੀ ਜਾਣਦੀ ਹੁੰਦੀ ਆ, ਤੇ ਬਾਕੀ ਤਾਂ ਸਾਰੇ ਸਮਝ ਲਓ ਵੀ ਦੁਆਲੇ ਹੁੰਦੇ ਆ। ਸਾਰਾ ਟੱਬਰ ਕਰੇ ਬੌੜੀ। 4 ਧੀਆਂ ਤੇ 5ਵੀਂ ਮੋਟੋ, ਮੇਰੀ ਵਾਈਫ। 4 ਧੀਆਂ ਤੇ 5ਵੀਂ ਮੋਟੋ, ਤੇ ਨਾਲ ਮੈਂ ਤੇ ਮੇਰਾ ਪੁੱਤਰ। 7 ਹੋ ਗਏ ਜੀ। 4 ਧੀਆਂ ਤੇ 5ਵੀਂ ਮੋਟੋ, ਨਾਲ ਮੈਂ ਤੇ ਮੇਰਾ ਪੁੱਤਰ। ਬਾਪੂ ਬੇਬੇ ਪਾ ਕੇ 9 ਹੋ ਗਏ, ਪੌਣੀ ਦਰਜਨ ਹੋ ਗਈ। ਬਾਪੂ ਬੇਬੇ ਪਾ ਕੇ 9 ਹੋ ਗਏ ਤੇ ਔਖਾ ਹੋਇਆ ਰੋਟੀ ਟੁੱਕਰ। ਫਿਰ ਪਤਾ ਲੱਗਦਾ ਜੀ, ਟੱਬਰ ਵੱਡਾ ਹੋਊਗਾ ਤੇ ਕਮਾਈਆਂ ਵੀ ਤਾਂ ਉਸ ਤਰੀਕੇ ਨਾਲ ਹੋਣੀਆਂ ਚਾਹੀਦੀਆਂ। ਹਾਂਜੀ, ਨਹੀਂ ਤੇ ਗੁਜ਼ਾਰੇ ਔਖੇ। ਤੇ ਸਾਰੇ ਮਹੱਲੇ 'ਚ ਪੈ ਗਿਆ ਰੌਲਾ, ਕਹਿੰਦੇ ਕੰਜਰ ਤੇ ਲਾਓ ਪਾਬੰਦੀ। ਸਾਰੇ ਮਹੱਲੇ 'ਚ ਪੈ ਗਿਆ ਰੌਲਾ, ਕਹਿੰਦੇ ਕੰਜਰ ਤੇ ਲਾਓ ਪਾਬੰਦੀ। ਫਿਰ ਜਦੋਂ ਇੰਨੇ ਹਾਲਾਤ ਹੋ ਜਾਂਦੇ, ਫਿਰ ਲੋਕੀ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੰਦੇ, ਪਾਬੰਦੀ ਲਾਓ, ਇਹਨੇ ਗੰਦ ਪਾਤਾ। ਤੇ ਘਰਦਿਆਂ ਮੈਨੂੰ ਚੋਰੀ ਚੁੱਕ ਕੇ ਕਰਾ ਦਿੱਤੀ ਨਸਬੰਦੀ। ਇਹ ਸੱਚਾਈ ਆ ਜੀ, ਸਾਡੇ ਸਮਾਜ 'ਚ ਸਾਰਾ ਕੁਝ ਹੁੰਦਾ। ਤੇ ਅੱਜ ਮੈਂ ਵੈਸੇ ਤਾਂ ਗੇੜ ਦੂਜਾ ਪਵਾਇਆ ਨਾ ਕੋਲੋਂ, ਪਰ ਇਹਨਾਂ ਨੇ ਵਜ੍ਹਾ ਕਰਾ ਦਿੱਤੀ। ਇਹ 2 ਕਵਿਤਾਵਾਂ ਜਿਹੜੀਆਂ ਅਖੀਰੀਆਂ ਇਹਨਾਂ ਨੂੰ ਸੁਣਾਈਆਂ, ਨੌਜਵਾਨਾਂ ਨੂੰ ਵੀ ਪਸੰਦ ਆਈ ਹੋਊਗੀ ਤੇ ਅੱਧ ਖੜੋ ਵਾਲੀ ਉਮਰ ਜਿਹੜੀ ਆ ਉਹਨਾਂ ਨੂੰ ਵੀ ਇਹ ਤਜਰਬਾ ਕਿਤੇ ਨਾ ਕਿਤੇ ਹੋਇਆ ਹੋਣਾ ਇੱਦਾਂ ਦਾ
ਜਿਹਦਾ ਜ਼ਿਕਰ ਇਹਨਾਂ ਨੇ ਆਪਦੀ ਕਵਿਤਾ 'ਚ ਕੀਤਾ। ਇਹ ਸਾਡਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਦਾ? ਉਂਝ ਸਾਨੂੰ ਪਤਾ ਕਿ ਜਬੜੀਆਂ ਹੀ ਮਾਰਦੇ ਅਸੀਂ, ਪਰ ਫਿਰ ਵੀ ਕਿਤੇ ਨਾ ਕਿਤੇ ਬਾਦਲ ਸਾਹਿਬ ਸਿਆਣੀ ਗੱਲ ਕਰਦੇ ਆ। ਮੇਰੇ ਵੱਲੋਂ ਤਾਂ ਤੁਸੀਂ ਆਸ ਘੱਟ ਹੀ ਰੱਖਿਆ ਕਰੋ। ਫਿਰ ਵੀ ਅਸੀਂ ਚਾਹੁੰਦੇ ਜ਼ਰੂਰ ਹਾਂ ਕਿ ਤੁਸੀਂ ਇੱਥੇ ਕੌਮੈਂਟ ਦਿਓ ਸਾਡੇ ਪ੍ਰੋਗਰਾਮ 'ਤੇ ਖੁੱਲ੍ਹ ਕੇ, ਤੁਹਾਨੂੰ ਕਿਹੜੀ ਗੱਲ ਚੰਗੀ ਲੱਗਦੀ, ਕਿਹੜੀ ਨਹੀਂ ਚੰਗੀ ਲੱਗਦੀ। ਸਾਰਿਆਂ ਕੌਮੈਂਟਸ ਦਾ ਅਸੀਂ ਖੁੱਲ੍ਹੇ ਦਿਲ ਨਾਲ ਸਵਾਗਤ ਹੀ ਕਰਦੇ ਹਾਂ। ਬਿਲਕੁਲ ਜੀ, ਮੈਂ ਭਾਜੀ ਦੀ ਗੱਲ ਕਰ ਰਿਹਾ। ਭਾਜੀ ਕਹਿੰਦੇ ਵੀ ਬਾਦਲ ਸਾਹਿਬ ਕਦੀ ਕਦੀ ਸਿਆਣੀ ਗੱਲ ਕਰਦੇ। ਸਿਆਣੀ ਗੱਲ ਇੱਧਰੋਂ ਹੀ ਹੁੰਦੀ ਆ ਜੀ, ਮੇਰੇ ਵੱਲੋਂ ਤਾਂ ਇਹੋ ਕੁਝ ਹੁੰਦਾ ਜੀ ਜੋ ਤੁਸੀਂ ਸੁਣ ਲਿਆ। ਇਹ ਸਿਆਣੀਆਂ ਗੱਲਾਂ ਕਰਦੇ ਜੀ, ਮੰਨਣ ਭਾਵੇਂ ਨਾ ਮੰਨਣ। ਇਹ ਤਾਂ ਕਵਰ ਕਰ ਰਹੇ ਨਾ ਭਾਜੀ ਹੁਣ ਤੁਸੀਂ ਵੀ। ਇਹ ਸਾਨੂੰ ਜੀ ਵੌਇਸ ਆਫ ਇੰਡੀਆ ਨੇ ਇਹ ਪੰਜਾਬੀ ਸਾਥ ਵਿੱਚ ਵਾੜਿਆ ਬਿਠਾਇਆ ਹੀ ਤਾਂ ਵਾ ਕਿ ਉਹ ਕਹਿੰਦੇ ਸੀ ਵੀ ਇੱਕ ਬੰਦਾ ਚਲੋ ਜਬਲੀਆਂ ਵੀ ਮਰੀ ਚੱਲੇ ਤੇ ਕੋਈ ਗੱਲ ਨਹੀਂ, ਇੱਕ ਬੰਦਾ ਤਾਂ ਘੱਟੋ ਘੱਟ ਤੁਹਾਡੇ ਤੋਂ ਸਿਆਣਾ ਹੋਣਾ ਚਾਹੀਦਾ। ਫਿਰ ਮੈਂ ਬੇਨਤੀ ਲੱਭਣਾ ਸ਼ੁਰੂ ਕੀਤਾ ਵੀ ਨਹੀਂ ਭਾਈ ਤਾਂ ਸਿਆਣੇ ਲੱਭਣੇ ਕਿਹੜਾ ਸੌਖੇ, ਤੇ ਦੂਜੇ ਸਿਆਣੇ ਲੱਭਣੇ ਬੜੇ ਜੇ ਕੋਈ ਟੂਣੇ ਟਮਾਣੇ ਵਾਲੇ ਲੱਭਣੇ ਤੇ ਮਿਲ ਜਾਂਦੇ। ਨਹੀਂ ਉਹ ਸਿਆਣੇ ਨੇ ਜੀ, ਮੈਂ ਉਹਨਾਂ ਨੂੰ ਸਿਆਣੇ ਨਹੀਂ ਗਿਣਦਾ, ਉਹਨਾਂ ਤੇ ਵੀ ਗੱਲ ਕਿਸੇ ਦਿਨ ਵੇਲੇ ਕਰ ਲਾਂਗੇ। ਮੈਂ ਤਾਂ ਬਾਦਲ ਸਾਹਿਬ ਵਰਗੇ ਸਿਆਣੇ ਬੰਦੇ ਦੀ ਗੱਲ ਕਰਦਾ। ਮੈਨੂੰ ਬੜਾ ਲੱਭਣਾ ਔਖਾ ਪਿਆ ਜੀ, ਇੱਕ ਰਹਿੰਦੇ ਵੀ ਸ਼ਹਿਰ ਦੇ ਵਿੱਚ ਵਿਚਾਲੇ ਜਾ ਕੇ, ਤੇ ਉੱਥੋਂ ਲੱਭਣੇ ਔਖੇ ਹੀ ਸੀਗੇ। ਲੱਭ ਲਏ ਵੈਸੇ। ਤੁਹਾਨੂੰ ਦਾਦ ਦੇਣੀ ਪਊਗੀ, ਮੈਨੂੰ ਸ਼ਾਬਾਸ਼ ਵੀ ਦੇਣੀ ਪਊਗੀ ਕਿ ਮੈਂ ਬਾਦਲ ਸਾਹਿਬ ਨੂੰ ਲੱਭ ਕੇ ਲਿਆਂਦਾ। ਕਿੱਦਾਂ ਦੇ ਪ੍ਰੋਗਰਾਮ ਤੁਸੀਂ ਚਾਹੁੰਦੇ ਹੋ? ਪ੍ਰੋਗਰਾਮ ਦੇ ਵਿੱਚ ਹੋਰ ਇਹਦਾ ਰੂਪ ਰੰਗ ਨਖਾਰ ਕਿਵੇਂ ਦਾ ਚਾਹੀਦਾ? ਇਹ ਤੁਹਾਡੀ ਸਲਾਹਾਂ ਦੀ ਸਾਨੂੰ ਲੋੜ ਹੈ। ਬਾਦਲ ਸਾਹਿਬ ਆਖਰ ਵਿੱਚ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਪੰਜਾਬੀ ਸਾਥੀ ਦੇ ਭੈਣਾਂ ਭਰਾਵਾਂ ਨੂੰ? ਤਾਂ ਦੇ ਲਓ। ਤੁਹਾਡੇ ਕੋਲ ਮਿੰਟ ਕਿੰਨੇ ਆ ਜੀ? ਉਸ ਹਿਸਾਬ ਨਾਲ ਦੱਸਣਾ। ਮਿੰਟ 5 ਹੀ ਆਪਣਾ। ਮਿੰਟ 5 ਹੈ ਜੀ। ਲਓ ਬਿਲਕੁਲ ਜੀ, ਬਿਲਕੁਲ ਸੁਨੇਹਾ ਦਾਂਗੇ। ਮੈਂ ਜਾਂਦੇ ਜਾਂਦੇ ਫਿਰ ਇਹ ਐਨਕ ਲਾਉਣ ਤੁਸੀਂ ਕਿਹਾ ਨਾ ਸਿਆਣੀ ਗੱਲ ਕਰੋ, ਬੰਦਾ ਐਨਕ ਉਨਕ ਲਾਈ ਹੋਵੇ ਸਿਆਣਾ ਲੱਗਦਾ। ਅੱਛਾ, ਦੇਖਣ ਨੂੰ ਸਿਆਣਾ ਲੱਗਦਾ। ਸਿਆਣਿਆਂ ਦੇ ਬੰਦੇ ਨੇ ਟਾਈ ਲਾਈ ਹੋਵੇ ਤੇ ਭਾਵੇਂ ਬੰਦੇ ਨੂੰ ਉਹਦਾ ਕੱਖ ਨਾ ਹੋਵੇ ਤੇ ਉਹ ਐਂ ਲੱਗਦਾ ਵੀ ਹਾਂ ਬੰਦਾ ਰੋਬਦਾਰ ਪੜ੍ਹਿਆ ਲਿਖਿਆ ਹੋਣਾ। ਹਾਂ, ਉਹ ਤੋਂ ਬਾਅਦ ਐਨਕ ਲਾਵੇ ਤੇ ਬੰਦਾ ਪ੍ਰੋਫੈਸਰ ਜਿਹਾ ਲੱਗਦਾ ਹੈ। ਚਲੋ ਪ੍ਰੋਫੈਸਰ ਬਾਦਲ ਜੀ ਤੁਹਾਨੂੰ ਕਵਿਤਾ ਸੁਣਾਉਣ ਲੱਗੇ। ਤੇ ਇਹ ਮੈਂ ਗੱਲ ਕਰਨ ਲੱਗਾ ਕਿ ਕੁਝ ਲੇਖਕ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਦੇ, ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਪੜ੍ਹੋ, ਲੇਕਿਨ ਉਹਨਾਂ ਬਾਰੇ ਵਿਚਾਰ ਰੱਖੋ ਕਰਕੇ ਇਹ ਚੀਜ਼ਾਂ ਸੁਣੋ। ਕਵਿਤਾ ਨੂੰ ਜਿਨ੍ਹਾਂ ਦਾ ਜ਼ਿਕਰ ਆਉਂਦਾ ਉਹਨਾਂ ਬਾਰੇ ਕਦੀ ਕਦੀ ਕੁਝ ਆਵੇ ਤੇ ਉਹਨੂੰ ਵਿਚਾਰੋ ਜ਼ਰੂਰ। ਵੀ ਲਿਖ ਜੂ ਕਿਤਾਬਾਂ ਕੁਝ ਬਲ ਮਿੱਤਰੋ, ਜੇ ਸਮਾਂ ਲੱਗੇ ਤਾਂ ਵਿਹਲੇ ਬਹਿ ਕੇ ਫਰੋਲਿਓ। ਅਜੇ ਵੈਸੇ ਮੈਂ 2 ਹੀ ਲਿਖੀਆਂ ਜੀ, ਬਾਕੀ ਤਾਂ ਬਾਅਦ 'ਚ ਲਿਖਾਂਗੇ। ਕਿਤੇ ਸਮਾਂ ਲੱਗੇ ਤੇ ਵਿਹਲੇ ਬਹਿ ਕੇ ਫਰੋਲਿਓ, ਚੰਗਾ ਸਾਹਿਤ ਪੜ੍ਹਦੇ ਤਾਂ ਬੱਚੇ ਬਚ ਜਾਂਦੇ। ਚੰਗਾ ਸਾਹਿਤ ਪੜ੍ਹਦੇ ਤਾਂ ਬੱਚੇ ਬਚ ਜਾਂਦੇ, ਬੱਚਿਆਂ ਦੇ ਸਾਹਮਣੇ ਜਾਂ ਫਿਰ ਇਕੱਲੇ ਬਹਿ ਕੇ ਰੋ ਲਿਓ। ਧਨੀ ਰਾਮ ਕਾਦਰ ਯਾਰ ਭਾਈ ਵੀਰ ਸਿੰਘ ਕਦੇ, ਸ਼ਿਵ ਬੁੱਲਾ ਪਾਸ਼ ਪੀਲੂ ਵਾਰਸ ਟਟੋਲਿਓ, ਤੇ ਜੋਗਾ ਸਿੰਘ ਜੋਗੀ ਪਾਰਸ, ਸੋਹਣ ਸਿੰਘ ਸੀਤਲ ਕਿੱਥੇ। ਤੁਲਸੀਦਾਸ ਵਾਰੀ ਤੁਸੀਂ ਅੱਖਾਂ ਹੀ ਨਾ ਖੋਲਿਓ। ਤੁਲਸੀਦਾਸ ਬੜੇ ਵੱਡੇ ਲੇਖਕ ਹੋਏ ਜੀ, ਉਹਨਾਂ ਨੇ ਇਕੱਲੀ ਰਮਾਇਣ ਹੀ ਨਹੀਂ ਲਿਖੀ, ਉਹਨਾਂ ਦੇ ਦੋਹੇ ਬੜੇ ਪਾਪੂਲਰ ਨੇ। ਬਹੁਤ ਵਧੀਆ ਜੀ। ਹਾਂਜੀ, ਹੁਣ ਵੇਖੋ ਜੀ, ਭਾਈ ਗੁਰਦਾਸ ਜੀ, ਕਬੀਰ ਜੀ, ਫਰੀਦ ਜੀ ਪੜ੍ਹਨੇ ਸੀ। ਭਾਈ ਗੁਰਦਾਸ ਜੀ 42 ਵਾਰਾਂ ਨੇ ਜਿਨ੍ਹਾਂ ਦੀ, ਉਹਨਾਂ ਦੀ ਇਕੱਲੀਆਂ 42 ਵਾਰਾਂ ਨੇ, ਉਹਨਾਂ ਦੀ ਹੋਰ ਵੀ ਕਿਤਾਬ ਲਿਖੀ ਹੋਈ ਆ, ਉਹ ਵੀ ਪੜ੍ਹਿਓ। ਕਬੀਰ ਜੀ, ਫਰੀਦ ਜੀ, ਜਿਨ੍ਹਾਂ ਦੇ ਦੋਹੇ, ਜਿਨ੍ਹਾਂ ਦੇ ਗੁਰਬਾਣੀ ਦੇ ਵਿੱਚ ਉਹਨਾਂ ਦਾ ਸ਼ਲੋਕ ਅੰਕਿਤ ਨੇ। ਬਿਲਕੁਲ। ਕਬੀਰ ਜੀ, ਇੱਕ ਹੋਰ ਮੈਂ ਕਈ ਵਾਰ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਕਿ ਜਿਹੜੇ ਸੂਰਬੀਰਤਾ ਵਾਲੇ ਸੂਰਾ ਸੋ ਪਹਿਚਾਨੀ ਰੇਦੀਨ ਕਹਿੰਦੇ, ਉਹ ਸਾਰੇ ਕਬੀਰ ਜੀ ਦੇ ਨੇ। ਕਦੀ ਅਸੀਂ ਧਿਆਨ ਨਹੀਂ ਉਹਨਾਂ ਗੱਲਾਂ ਵੱਲ ਦਿੱਤਾ, ਤੇ ਜਿੰਨੇ ਵੀ ਜੋਸ਼ ਭਰਨ ਵਾਲੇ ਨੇ, ਤੇ ਜਦ ਕਿ ਉਹ ਕੰਮ ਤੋਂ ਜਲਾਏ ਸੀਗੇ, ਭਗਤ ਸੀਗੇ, ਰੱਬ ਰੂਪ ਸੀਗੇ ਜੀ। ਵੇਖੋ ਜੀ, ਭਾਈ ਗੁਰਦਾਸ ਜੀ, ਕਬੀਰ ਜੀ, ਫਰੀਦ ਜੀ ਪੜ੍ਹਨੇ ਸੀਗੇ ਤੇ ਧਾਰਮਿਕ ਗ੍ਰੰਥਾਂ ਵੱਲ ਕਰੀ ਬੈਠੇ ਓਲਿਓ। ਬਾਬਾ ਨਜਮੀ ਸਾਦਿਕ ਤੇ ਬਾਬੂ ਰਜਵਲੀ, ਉਹ ਤੁਰੇ ਜਾਂਦੇ ਦਿਸਣ ਤੇ ਅੱਗੋਂ ਬੂਆ ਢੋਲਿਓ। ਕਿਉਂਕਿ ਬਾਬਾ ਨਜਮੀ ਸਾਦਿਕ ਤੇ ਬਾਬੂ ਰਜਵਲੀ ਨੇ ਉਹ ਚੀਜ਼ਾਂ ਲਿਖੀਆਂ। ਬਾਬੂ ਰਜਵਲੀ ਪਹਿਲਾ ਕਵੀਸ਼ਰ ਆ ਜੀ, ਜਿਹਨੂੰ ਸ਼੍ਰੋਮਣੀ ਕਵੀਸ਼ਰ ਦਾ ਅਵਾਰਡ ਮਿਲਿਆ ਸੀ, ਜਿਹਦੀ ਪੰਜਾਬੀ ਯੂਨੀਵਰਸਿਟੀ 'ਚ ਫੋਟੋ ਲੱਗੀ ਸੀ। ਕਦੀ ਸਮਾਂ ਮਿਲਿਆ ਤੁਹਾਡੇ ਨਾਲ ਗੱਲਾਂ ਕਰਾਂਗੇ ਜੀ। ਡਾਕਟਰ ਰਤਨ ਸਿੰਘ ਭੰਗੂ, ਜਿਨ੍ਹਾਂ ਦੀ ਹੁਣੇ ਗੱਲ ਕੀਤੀ ਸੀ। ਡਾਕਟਰ ਰਤਨ ਸਿੰਘ, ਕਾਹਨ ਸਿੰਘ ਨਾਭਾ ਸਿੱਖੋ, ਨਵੇਂ ਵਿਦਵਾਨਾਂ ਧਾਥੋਂ ਖੋਹ ਲਏ ਨੇ ਭੋਲਿਓ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵੀ ਲਿਖਾਰੀ ਸੀ। ਸ਼ਾਇਦ ਜਿਹੜੇ ਮੇਰੇ ਵੀਰਾਂ ਨੂੰ ਪਤਾ ਹੋਵੇ, ਬਾਬਾ ਦੀਪ ਸਿੰਘ ਦਾ ਜਿਹੜਾ ਉਹ ਵੀ ਲਿਖਾਰੀ ਸੀ, ਤੇ ਭਾਈ ਮਨੀ ਸਿੰਘ ਜੀ ਉਹ ਵੀ ਲਿਖਾਰੀ ਸੀ, ਜਿਨ੍ਹਾਂ ਨੇ ਹਿੱਸੇ ਕੀਤੇ ਸੀਗੇ, ਅਲੱਗ-ਅਲੱਗ ਹਿੱਸੇ ਤੁਹਾਨੂੰ ਗੁਰਬਾਣੀ ਦਿੱਤੀ। ਬਿਲਕੁਲ। ਜਿਨ੍ਹਾਂ ਦੇ ਗੁਟਕੇ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੀ ਸਥਾਪਨਾ ਕੀਤੀ ਹੋਈ ਹੈ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵੀ ਲਿਖਾਰੀ ਸੀ। ਵਰਕੇ ਇਤਿਹਾਸ ਵਾਲੇ ਜਰਾ ਜਾ ਫਰੋਲਿਓ, ਤੇ ਕਿਹੜਾ ਜਰਨੈਲ ਅਤੇ ਕਿੰਨਾ ਜਰਨੈਲ ਵੱਡਾ, ਗੱਲ ਮੇਰੀ ਜਰਾ ਧਿਆਨ ਨਾਲ ਗੌਲਿਓ, ਤੇ ਗੁਰੂ ਗ੍ਰੰਥ ਸਾਹਿਬ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਲਓ,
ਫਿਰ ਤੁਸੀਂ ਦਸਮ ਗ੍ਰੰਥ ਵੱਲ ਹੋ ਲਿਓ। ਤੁਸੀਂ ਰੌਲਾ ਹੀ ਪਾ ਕੇ ਬਹਿ ਗਏ ਜੇ ਦਸਮ ਗ੍ਰੰਥ ਨਹੀਂ ਪੜ੍ਹਨਾ, ਆ ਨਹੀਂ ਪੜ੍ਹਨਾ, ਜੇ ਨਹੀਂ ਪੜ੍ਹਨਾ, ਪਹਿਲਾਂ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਪੜ੍ਹ ਲਓ। ਗੁਰੂ ਗ੍ਰੰਥ ਸਾਹਿਬ ਚੰਗੀ ਤਰ੍ਹਾਂ ਪੜ੍ਹ ਲਓ, ਫਿਰ ਤੁਸੀਂ ਦਸਮ ਗ੍ਰੰਥ ਵੱਲ ਹੋ ਲਿਓ। ਉਹ ਪਾ ਲਿਆ ਗਿਆਨ ਗਲ ਰੱਸਾ, ਗਿਆਨ ਵਿਹੂਣਿਆਂ ਨੇ, ਜਿਨ੍ਹਾਂ ਨੂੰ ਪਤਾ ਹੀ ਕੋਈ ਜਿੰਨਾ ਕੀ ਗਿਆਨ ਉਹ ਜੀ ਕਿ ਉਹਨਾਂ ਕੀ ਵਰਤੀ ਜਾਣ ਤੋਂ ਧੂਈ ਜਾਣ, ਜਿੱਧਰ ਪੈਸਾ ਆਉਂਦਾ ਉਧਰ ਨੂੰ ਸਲੋਕ ਢਾਲ ਲਓ। ਪਾ ਲਿਆ ਗਿਆਨ ਗਲ ਰੱਸਾ, ਗਿਆਨ ਵਿਹੂਣਿਆਂ ਨੇ, ਵਧਾਓ ਗਿਆਨ, ਫਿਰ ਤੁਸੀਂ ਗੰਢਾਂ ਖੋਲਿਓ, ਕਿਉਂਕਿ ਤੁਹਾਡਾ ਹੁਣ ਕੰਮ ਆ ਉਹ ਉਹਨਾਂ ਦੇ ਅਧੂਰੇ ਗਿਆਨ ਦੀਆਂ ਗੰਢਾਂ ਖੋਲ੍ਹਣੀਆਂ। ਇਸ਼ਕ ਹਕੀਕੀ ਤੇ ਮਜਾਜੀ 'ਚ ਫਰਕ ਬੜਾ, ਬਹੁਤੇ ਪੜ੍ਹੇ ਲਿਖੇ ਤੇ ਅਨਪੜ੍ਹ ਭੋਲਿਓ, ਬਣ ਜਾਏ ਧੰਦਾ ਧਰਮ ਤੇ ਸਹਿਤ, ਜਿੱਥੇ ਸਹਿਤ ਆ ਜਿਹੜਾ ਲਿਖਦੇ ਆ ਤੇ ਧਰਮ, ਬਣ ਜਾਏ ਧੰਦਾ ਸਹਿਤ ਤੇ ਧਰਮ, ਜਿੱਥੇ ਕਾਲਖ ਹੀ ਛੱਡੂਗਾ ਕੋਲਾ ਜਿੰਨਾ ਮਰਜ਼ੀ ਧੋ ਲਿਓ। ਕਿਉਂਕਿ ਫਿਰ ਕਾਲਖ ਹੀ ਛੱਡਣੀ ਉਸ ਕੋਲੇ ਨੇ, ਕਿਉਂਕਿ ਜੋ ਧੰਦਾ ਬਣ ਗਿਆ ਕਾਲਾ ਹੋ ਜਾਂਦਾ, ਸਫੈਦ ਨਹੀਂ ਹੋ ਸਕਦਾ। ਹਾਂਜੀ, ਬਲ ਰੱਬ ਨੇ, ਰੱਬ ਨੂੰ ਜੇ ਜੱਬ ਤੇ ਭਗਤਾਂ ਨੂੰ ਜੇ ਪਾਗਲ ਕਹਿਣਾ, ਮਿਟਣੇ ਨਹੀਂ ਦਾਗ ਠਾਠ ਤੀਰਥਾਂ ਤੇ ਧੋ ਲਿਓ। ਝੂਠ ਦੀ ਜੇ ਜੁੱਤੀ ਵੱਜਣੀ ਏ ਸਦਾ ਸਿਰ ਸੱਚ ਦੇ। ਹੁਣ ਜੇ ਝੂਠ ਦੀ ਜੁੱਤੀ ਜਦੋਂ ਸਿਰ ਸੱਚ ਦੇ ਸਿਰ 'ਚ ਮਾਰਨੀ ਹੈ ਨਾ, ਝੂਠ ਦੀ ਜੇ ਜੁੱਤੀ ਵੱਜਣੀ ਏ ਸਦਾ ਸਿਰ ਸੱਚ ਦੇ, ਜੇ ਸੱਟ ਲੱਗੇ ਤਾਂ ਫਰੇਬ ਨਾਲ ਭਿਓ ਲਿਓ, ਜੇ ਨਾ ਸੱਟ ਲੱਗੇ ਤਾਂ ਫਰੇਬ ਨਾਲ ਭਿਓ ਲਿਓ। ਬਿਲਕੁਲ, ਕਿਉਂਕਿ ਝੂਠ ਕੱਲਾ ਉਹਨਾਂ ਅਸਰਦਾਰ ਨਹੀਂ ਹੁੰਦਾ ਜਿੰਨਾ ਸੱਚ ਹੁੰਦਾ ਅਖੀਰ 'ਚ, ਫਿਰ ਫਰੇਬ ਨਾਲ ਵੀ ਭਿਓ ਲਿਓ ਵੀ ਸੱਚ ਨੂੰ ਦਬਾਉਣਾ ਆ। ਤੇ ਸੁਪਨੇ ਦੇ ਵਿੱਚ ਜੇ ਸੁਲਤਾਨ ਬਾਹੂ ਆ ਜਾਵੇ, ਸੁਲਤਾਨ ਬਾਹੂ ਬੜਾ ਵੱਡਾ ਰਾਈਟਰ ਹੋਇਆ। ਹਾਂਜੀ, ਬਿਲਕੁਲ ਬਿਲਕੁਲ, ਪੜ੍ਹੋਗੇ ਤਾਂ ਪਤਾ ਲੱਗੂਗਾ। ਸੁਪਨੇ ਦੇ ਵਿੱਚ ਜੇ ਸੁਲਤਾਨ ਬਾਹੂ ਆ ਜਾਵੇ, ਰੱਜ ਰੱਜ ਕੋਸਿਓ ਤੇ ਭੋਰਾ ਵੱਧ ਸੌਂ ਲਿਓ। ਉਹ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਉਹ ਮਾਲਕ ਲਈ, ਜਿਵੇਂ ਮੈਂ ਭੌਂਕ ਰਿਹਾ ਜੀ, ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਮਾਲਕ ਲਈ। ਉਹ ਸੁੱਤੇ ਨਾ ਰਹਿ ਜਾਇਓ ਮਾਲਕੋ ਭੋਲਿਓ। ਉਹ ਨੂਰਪੁਰੀ ਚਮਨ ਲਾਲ ਅਮਰਤਾ ਟਿਵਾਣਾ ਕੌਣ, ਫਿਰੋਜ਼ਦੀਨ ਸਰਫ ਬਿਸਮਲ ਮੁਹੰਮਦ ਬਖਸ਼ ਨਾ ਖੋਲਿਓ। ਉਹ ਸੰਤਰਾਮ ਪਾਤਰ ਪਾਰਸ ਤੇ ਪਾਸ਼ ਕਿੱਥੇ ਗਏ, ਬਾਬੂ ਸਿੰਘ ਚੰਨ ਗਰਾਇਆਂ ਵਾਲੇ ਵੱਲ ਵੀ ਕਦੀ ਹੋ ਲਿਓ। ਕੀ ਬਾਤ। ਬੜੇ ਮਹੱਤਵਪੂਰਨ ਜਿਹੜੇ ਕਵੀ ਹੋਏ ਆ ਜਾਂ ਲੇਖਕ ਹੋਏ ਆ, ਸਾਹਿਤਕਾਰ ਹੋਏ, ਉਹਨਾਂ ਦੇ ਨਾਂ ਇਸ ਕਵਿਤਾ ਦੇ ਵਿੱਚ ਬਾਲਾ ਸਾਹਿਬ ਨੇ ਅੰਕਿਤ ਕੀਤੇ ਹੈਗੇ ਆ। ਸੱਚੀ ਮੁੱਚੀ ਜੀ ਕਰਦਾ ਤਾਂ ਹੋਊਗਾ ਕਿ ਬੰਦੇ ਕਿਹਨਾਂ ਦਾ ਨਾਂ ਲੈ ਰਹੇ, ਕਿਹੜੇ ਬੰਦੇ ਸੀ, ਕਿਸੇ ਨੂੰ ਪਤਾ ਹੀ ਨਹੀਂ। ਬਾਬੂ ਰਜਬ ਅਲੀ ਕੌਣ ਸੀ, ਧਨੀ ਰਾਮ ਚਾਤਰ ਕੌਣ ਸੀ, ਅੰਮ੍ਰਿਤਾ ਪ੍ਰੀਤਮ ਦੀ ਗੱਲ, ਦਲੀਪ ਕੌਰ ਟਿਵਾਣਾ ਦੀ ਗੱਲ ਕੀਤੀ, ਇਹਨਾਂ ਨੇ ਪਾਸ਼ ਦੀ ਗੱਲ ਕੀਤੀ, ਸੰਤ ਰਾਮ ਉਦਾਸੀ ਦੀ ਗੱਲ ਕੀਤੀ। ਇਹਨਾਂ ਨੂੰ ਪੜ੍ਹਨ ਦੀ ਲੋੜ ਹੈ, ਇਹਨਾਂ ਨੇ ਸਾਡਾ ਮਾਰਗਦਰਸ਼ਨ ਕਰਨਾ। ਫਿਰ ਉਹੀ ਗੱਲ ਕਿ ਜੇ ਕਿਤਾਬਾਂ ਦੇ ਵੱਲ ਅਸੀਂ ਪੜ੍ਹਾਂਗੇ, ਕਿਤਾਬਾਂ ਦਾ ਗਿਆਨ ਹਾਸਲ ਕਰਾਂਗੇ, ਤੇ ਜ਼ਿੰਦਗੀ ਦੇ ਵਿੱਚ ਅਸੀਂ ਕੁਛ ਬਿਹਤਰ ਕਰਨ ਦੇ ਵੱਲ ਨੂੰ ਵੱਧ ਸਕਦੇ ਹਾਂ। ਨਹੀਂ ਤੇ ਜ਼ਿੰਦਗੀ ਤਾਂ ਚੱਲੀ ਜਾਂਦੀ ਹੈ ਫਿਰ। ਬਿਲਕੁਲ ਜੀ, ਅਸੀਂ ਸਾਰੇ ਹੀ ਸੁਣਦੇ ਹਾਂ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਸਾਨੂੰ ਪਤਾ ਨਹੀਂ ਕਿਹਨੇ ਲਿਖਿਆ। ਹਾਂ, ਸਾਰਿਆਂ ਨੇ ਜਿਹੜੇ ਤੁਸੀਂ ਮਸ਼ਹੂਰ ਜਿਹੜੇ ਗਾਣੇ ਨਾ ਬਹੁਤ ਮਸ਼ਹੂਰ ਆ, ਤੇ ਉਹ ਕਦੀ ਵੇਖੋ ਮਿੱਤਰਾਂ ਨੇ ਢਾਬਾ ਖੋਲਿਆ ਸੜਕ ਉੱਤੇ ਆ ਕੇ, ਜਿਹੜਾ ਜੀ ਕਰਦਾ ਗਾਣਾ। ਹੁਣ ਉਹ ਵੀ ਤੁਹਾਨੂੰ ਨਹੀਂ ਪਤਾ ਕਿ ਉਹ ਵੀ ਕਿਹੜੇ ਮਾਨ ਨੇ ਲਿਖਿਆ, ਇੱਧਰ ਇਹ ਵੀ ਨਹੀਂ ਤੁਹਾਨੂੰ ਪਤਾ ਵੀ ਕਿਹੜੇ ਪਾਰਸ ਨੇ ਲਿਖਿਆ। ਬਿਲਕੁਲ। ਫਿਰ ਦੁਬਾਰਾ ਉਹੀ ਗੱਲ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿੰਨਾ ਕੁ ਤੁਹਾਨੂੰ ਆਨੰਦ ਆਉਂਦਾ ਹੈ ਵੇਖਣ ਸੁਣਨ ਵਿੱਚ, ਇਹਦਾ ਜ਼ਿਕਰ ਜ਼ਰੂਰ ਕਰਿਓ। ਫੇਸਬੁੱਕ 'ਤੇ ਪ੍ਰੋਗਰਾਮ ਵੀ ਇਹ ਤੁਸੀਂ ਨਾਲ ਵੇਖ ਰਹੇ ਹੋ, ਰਿਪੀਟ ਵੀ ਹੁੰਦਾ TV 'ਤੇ ਪੰਜਾਬੀ ਸੱਤ ਪ੍ਰੋਗਰਾਮ, YouTube 'ਤੇ ਵੀ ਵੇਖਿਆ ਜਾ ਸਕਦਾ। ਬਿਲਕੁਲ। ਬਲ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ, ਸਮਾਂ ਤੁਸੀਂ ਕੱਢਿਆ, ਵਿਚਾਰ ਬਹੁਤ ਵਧੀਆ ਦਿੱਤੇ, ਤੇ ਮੇਰੀਆਂ ਜਬਲੀਆਂ ਵੀ ਸੁਣੀਆਂ। ਆਉਣ ਵਾਲੇ ਦਿਨਾਂ ਵਿੱਚ ਅਸੀਂ ਹੋਰ ਇਹਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਅਜੇ ਇੰਨਾ ਹੈ ਨਹੀਂ ਲੱਗਦਾ ਮੈਨੂੰ। ਬਲ ਸਾਹਿਬ ਨੂੰ ਫਿਰ ਬੇਨਤੀ ਕਰਦੇ ਹਾਂ ਜੀ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਵਧੀਆ ਜਿਹੜੇ ਰੰਗ ਉਹ ਭਰ ਕੇ ਲੈ ਕੇ ਆਈਏ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ।